ਜਦੋਂ ਉਹਨੇ ਕਿਹਾ ਮਤਲਬ ਵੀ ਗੱਲ ਚੱਲੀ ਐ ਕਹਿੰਦਾ ਵੀ ਖੁੱਲ੍ਹੇ ਜਿਗਰੇ ਅਤੇ ਖੁੱਲ੍ਹੀਆਂ ਜ਼ਮੀਨਾਂ ਵਾਲੇ ਆ ਹੈ ਨਾ, ਉਦੋਂ ਮੈਂ ਰੇਸ ਦੱਬ ਜੀ। ਉਸ ਤੋਂ ਬਾਅਦ ਏਅਰ ਬੈਗ ਹੀ ਮੂੰਹ 'ਤੇ ਆਏ ਮੇਰੇ ਹੈ ਨਾ, ਅਤੇ ਉਹ ਪਿਛਲੇ ਹੀ ਸਾਰੇ ਆਏ ਅਤੇ ਉਹ ਗਾਂਹ ਮਤਲਬ ਗਾਂਹ ਵੀ ਗੱਡੀ ਆਉਂਦੀ ਸੀ, ਉਹ ਵੀ ਸ਼ਾਇਦ ਉਹੀ ਸੁਣੀ ਜਾਂਦਾ ਹੋਣਾ। ਉਹਨੇ ਕੋਈ ਬ੍ਰੇਕ ਨਹੀਂ ਵੱਜੇ, ਸਿੱਧੀਆਂ ਗੱਡੀਆਂ ਐ ਵੱਜੀਆਂ ਇੱਕ ਦੂਜੇ 'ਚ। ਕੀ ਦੱਸਾਂ ਮੈਂ ਉਹਦੇ ਬਾਰੇ। ਉਹ ਇਸੇ ਹੀ ਕਮਰੇ ਵਿੱਚ ਆਇਆ ਕਰਦੀ ਸੀ, ਕਈ ਵਾਰ ਦੇਰ ਨਾਲ ਆਉਂਦੀ, ਬਹੁਤ ਵਕਤ ਜਾਇਆ ਕਰਦੀ ਸੀ। ਸੱਚ ਦੱਸਾਂ ਇਹ ਭਾਂਡੇ ਤੁਹਾਨੂੰ ਕਿਉਂ ਨਹੀਂ ਵਰਤਣ ਦਿੰਦਾ, ਸੱਚ ਦੱਸਾਂ ਇਹ ਭਾਂਡੇ ਤੁਹਾਨੂੰ ਕਿਉਂ ਨਹੀਂ ਵਰਤਣ ਦਿੰਦਾ। ਗਲਾਸਾਂ 'ਤੇ ਉਹਦੀ ਸੁਰਖੀ ਲੱਗੀ ਅਤੇ ਪਲੇਟ 'ਚ ਬਿਸਕੁਟ ਖਾਇਆ ਕਰਦੀ ਸੀ। ਮੈਂ ਤਾਂ ਹਾਂ ਹੀ ਕਿਹਦਾ ਵਿਚਾਰਾ ਇਹ ਸ਼ੀਸ਼ਾ ਵੀ ਉਹਦਾ ਅਸ਼ਕੇ, ਮੈਂ ਤਾਂ ਹਾਂ ਹੀ ਕਿਹਦਾ ਵਿਚਾਰਾ ਇਹ ਸ਼ੀਸ਼ਾ ਵੀ ਉਹਦਾ ਅਸ਼ਕੇ। ਜਾਣ ਤੋਂ ਪਹਿਲਾਂ ਇਹਦੇ ਅੱਗੇ ਤਾਂ ਵਾਲ ਵਾਹਿਆ ਕਰਦੀ ਸੀ। ਇੰਡੀਅਨ ਐਜੂਕੇਸ਼ਨ ਸਿਸਟਮ ਆ ਗੰਦਾ ਜਿਹਾ ਕਿ ਵੀ 6 ਮਹੀਨੇ ਪੜ੍ਹੀ ਜਾਓ ਫਿਰ 3 ਘੰਟਿਆਂ 'ਚ ਦੱਸੋ ਹੈ ਨਾ। ਉਹਨਾਂ ਨੇ ਤਾਂ ਸਾਰਾ ਕੁਛ ਕੀਤਾ ਸੀ, ਆਪਣਾ ਐਜੂਕੇਸ਼ਨ ਸਿਸਟਮ ਬਣਾਇਆ ਸੀ ਅੰਗਰੇਜ਼ਾਂ ਨੇ, ਵੀ ਸਾਨੂੰ ਜਿਹੜੀ ਲੇਬਰ ਆ ਜਾਂ ਮੁਲਾਜ਼ਮ ਆ ਅਤੇ ਇਹ ਸਾਨੂੰ ਉੱਥੋਂ ਨਾ ਲਿਆਉਣੇ ਪੈਣ ਇੰਗਲੈਂਡ ਤੋਂ, ਵੀ ਇੱਥੋਂ ਹੀ ਅਸੀਂ ਪੈਦਾ ਕਰੀਏ। ਵੀ ਢੋਆ ਢੁਆਈ 'ਚ ਉਹਨਾਂ ਨੂੰ ਇੱਥੇ ਰੱਖਣ ਦੇ ਖਰਚੇ ਬਹੁਤ ਆ, ਇਹਨਾਂ ਨੂੰ ਟ੍ਰੇਨਡ ਕਰੋ, ਵਧੀਆ ਨੌਕਰ ਬਣਨ ਇਹ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ 5 ਵੁੱਡ ਤੇ ਤੁਹਾਡੇ ਨਾਲ ਹਾਂ ਸਿਮਰਨ ਹੰਸ। ਜਿਵੇਂ ਕਿ ਤੁਸੀਂ ਜਾਣਦੇ ਹਾਂ ਕਿ ਤੁਹਾਨੂੰ ਅਸੀਂ ਬਾਲੀਵੁੱਡ ਦੀਆਂ ਕੁਝ ਖਾਸ ਸ਼ਖਸੀਅਤਾਂ ਦੇ ਨਾਲ ਮਿਲਾਉਂਦੇ ਰਹਿੰਦੇ ਹਾਂ, ਤੇ ਅੱਜ ਸਾਡੇ ਨਾਲ ਉਹ ਸ਼ਖਸ ਮੌਜੂਦ ਹੈ ਜੋ ਕਿ ਬਾਲੀਵੁੱਡ 'ਚ ਨਹੀਂ ਲੇਕਿਨ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੇਮਸ ਹੈ ਤੇ ਲੋਕ ਉਹਨਾਂ ਦੀ ਲਿਖਤ ਨੂੰ, ਉਹਨਾਂ ਦੀ ਸ਼ਾਇਰੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਜੀ ਹਾਂ, ਉੱਭਰਦਾ ਹੋਇਆ ਲੇਖਕ, ਉੱਭਰਦਾ ਹੋਇਆ ਕਲਾਕਾਰ ਸੀਪਾ ਕਲੀਰ ਸਾਡੇ ਨਾਲ ਅੱਜ ਮੌਜੂਦ ਹੈ। ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਵਧੀਆ ਵਧੀਆ, ਤੁਸੀਂ ਦੱਸੋ? ਵਧੀਆ ਜੀ। ਅੱਛਾ, ਤੁਹਾਡਾ ਪੇਪਰ ਸੀ, ਵਧੀਆ ਹੋ ਗਿਆ? ਹਾਂਜੀ ਹਾਂਜੀ, ਪੇਪਰ ਦੇ ਕੇ ਸਿੱਧਾ ਹੀ ਆਇਆ ਤੁਹਾਡੇ ਕੋਲ ਜੀ। ਹਾਂਜੀ, ਅਤੇ ਕਿਉਂਕਿ ਔਨਲਾਈਨ ਸੀਗਾ ਤਾਂ ਕਰਕੇ ਕੋਈ ਡਿਟੈਂਸ਼ਨ ਵਾਲੀ ਗੱਲ ਤਾਂ ਨਹੀਂ ਸੀ, ਤਾਂ ਕਰਕੇ ਵਧੀਆ ਹੀ ਹੋਇਆ। ਅੱਛਾ, ਔਨਲਾਈਨ ਸੀਗਾ, ਮਾੜਾ ਮੋਟਾ ਚੱਲ ਜਾਂਦਾ ਹੈ? ਨਹੀਂ, ਪੂਰਾ ਹੀ ਚੱਲਦਾ ਜੀ ਸਾਰਿਆਂ ਦਾ ਤਾਂ ਕਰਕੇ। ਮੇਰਾ ਮਤਲਬ ਲਾਸਟ ਪੇਪਰ ਹੈ ਇੱਕ ਤਰ੍ਹਾਂ ਦਾ, ਕਿਉਂਕਿ ਮੈਂ ਜਿਹੜੀ ਲਾਈਨ ਦੀ ਪੜ੍ਹਾਈ ਕਰ ਰਿਹਾ ਇਸ ਤੋਂ ਬਾਅਦ ਹੁਣ ਮੈਂ 3 ਘੰਟਿਆਂ ਵਾਲਾ ਪੇਪਰ ਨਹੀਂ ਦੇਣਾ ਕਦੇ ਵੀ, ਰਿਸਰਚ ਦਾ ਕੰਮ ਹੀ ਰਹਿ ਗਿਆ ਇਸ ਤੋਂ ਬਾਅਦ। ਜਿਵੇਂ ਘਰ ਦੇ ਕਹਿੰਦੇ ਸੀਗੇ ਪਹਿਲਾਂ ਵੀ ਤੂੰ ਕਹਿੰਦਾ ਹੀ ਰਹਿਣਾ ਕਿ ਮੇਰਾ ਪੇਪਰ ਆ ਗਿਆ ਹੈ ਨਾ, ਅਤੇ ਹੁਣ ਮੈਂ ਉਹਨਾਂ ਨੂੰ ਮਤਲਬ ਸ਼ਾਮ ਨੂੰ ਅੱਜ ਫੋਨ ਕਰਕੇ ਇਹੀ ਕਹੂੰਗਾ ਕਿ ਹੁਣ ਮੈਂ ਇਸ ਤੋਂ ਬਾਅਦ ਇਹ ਨਹੀਂ ਕਹਿੰਦਾ ਮੇਰੇ ਪੇਪਰ ਆ ਇਸ ਤੋਂ ਬਾਅਦ, ਕਿਉਂਕਿ ਮੇਰੇ ਪੇਪਰ ਜੇ ਮੈਂ ਹੋਰ ਡਿਗਰੀ ਕੋਈ ਕਰਨੀ ਹੋਈ ਉਹਦੇ ਤਾਂ ਹੋ ਸਕਦੇ ਪੇਪਰ, ਪਰ ਜੇ ਲਾਈਨ ਦੀ ਮੈਂ ਜਿਵੇਂ ਆਪਾਂ ਸੋਚਿਆ ਹੁੰਦਾ ਉਸ 'ਚ ਹੁਣ ਪੇਪਰ ਨਹੀਂ ਹੈਗੇ। ਮਤਲਬ ਜਿਹੜਾ ਆਪਣਾ ਇੰਡੀਅਨ ਐਜੂਕੇਸ਼ਨ ਸਿਸਟਮ ਆ ਗੰਦਾ ਜਿਹਾ ਕਿ ਵੀ 6 ਮਹੀਨੇ ਪੜ੍ਹੀ ਜਾਓ ਫਿਰ 3 ਮਹੀਨਿਆਂ ਦੱਸੋ ਵੀ ਕੀ ਆ 3 ਘੰਟਿਆਂ 'ਚ ਦੱਸੋ ਹੈ ਨਾ। ਅਤੇ ਹੁਣ ਉਹ 3 ਘੰਟਿਆਂ ਵਾਲਾ ਮੇਰਾ ਕੰਮ ਮੁੱਕ ਗਿਆ ਅਤੇ ਮੈਨੂੰ ਇਹ ਬਹੁਤ ਬੁਰਾ ਲੱਗਦਾ ਸੀਗਾ ਕਿ ਵੀ ਕਈ ਵਾਰੀ 3 ਘੰਟੇ, ਉਹ 3 ਘੰਟਿਆਂ 'ਚ ਮੂਡ ਨਹੀਂ ਵਧੀਆ ਹੁੰਦਾ ਆਪਣਾ, ਜਾਂ ਸਰੀਰ ਨਹੀਂ ਸਹੀ ਹੁੰਦਾ, ਜਾਂ ਕੋਈ ਵੀ ਕੁਛ ਵੀ ਹੋ ਸਕਦਾ, ਜ਼ਰੂਰੀ ਨਹੀਂ ਆਪਾਂ ਦੱਸ ਸਕੀਏ। 6 ਮਹੀਨੇ ਦੀ ਮਿਹਨਤ ਉਹ 3 ਘੰਟੇ ਹਾਂ, 3 ਘੰਟੇ ਡਿਸਾਈਡ ਕਰਦੇ ਬਿਲਕੁਲ। ਅਤੇ ਜਾਂ ਕਿਸੇ ਦੀ ਨੌਲੇਜ ਦਾ ਮਤਲਬ ਵੀ ਇਮਤਿਹਾਨ 3 ਘੰਟਿਆਂ 'ਚ ਤਾਂ ਨਹੀਂ ਲਿਆ ਜਾ ਸਕਦਾ, ਜਾਂ 6 ਮਹੀਨੇ ਦੀ ਮਿਹਨਤ ਦਾ। ਤਾਂ ਇਹ ਮਤਲਬ ਸਾਨੂੰ ਸਾਰਿਆਂ ਨੂੰ ਬੁਰਾ ਲੱਗਦਾ ਸੀ, ਮੇਰੇ ਦੋਸਤ ਵੀ ਸਾਰੇ। ਅਤੇ ਪਰ ਹੁਣ ਉਹ ਮੈਨੂੰ ਐਂ ਜਿਹਾ ਕਿ ਉਹ ਚਲੋ ਨਿਬੜ ਗਿਆ ਕੰਮ ਸਾਰਾ। ਅੱਛਾ, ਇਹ ਯੂਨੀਵਰਸਿਟੀ ਵਾਲਿਆਂ ਦਾ ਸਾਰਿਆਂ ਦੇ ਹੁੰਦਾ ਸੀ, ਪ੍ਰਾਈਵੇਟ ਯੂਨੀਵਰਸਿਟੀ 'ਚ ਪੜ੍ਹਿਆ, ਉਹਦੇ 'ਚ ਐਂ ਹੁੰਦਾ ਸੀਗਾ ਵੀ ਘਰਦਿਆਂ ਦਾ ਫੋਨ ਆਉਣਾ, ਕਹਿਣਾ ਪੇਪਰ ਆਉਣ ਵਾਲੇ ਆ, ਪੇਪਰ ਚੱਲ ਰਹੇ ਆ ਤੇ ਪੇਪਰ ਹਾਲੇ ਖਤਮ ਹੋਇਆ, ਬਸ ਇਹ 3 ਗੱਲਾਂ ਹੁੰਦੀਆਂ ਸੀਗੀਆਂ। ਤੇ ਇਹ ਐਜੂਕੇਸ਼ਨ ਸਿਸਟਮ ਦੀ ਜਿਹੜੀ ਤੁਸੀਂ ਗੱਲ ਕੀਤੀ ਇਹ ਵੀ ਚੰਗਾ ਨਹੀਂ ਹੈਗਾ, ਇਹ ਨਾਰਾਜ਼ਗੀ ਕਿਉਂ ਆਈ ਹੈ ਤੇ ਕਦੋਂ ਤੋਂ ਆ? ਇਹ ਮਤਲਬ ਪਹਿਲਾਂ ਤੋਂ ਹੀ ਆ, ਜਿਵੇਂ ਛੋਟੇ ਹੁੰਦੇ ਆਪਾਂ, ਜਾਂ ਇਹ ਚੀਜ਼ ਦੀ ਸਮਝ ਨਹੀਂ ਹੁੰਦੀ ਜੀ, ਪਰ ਇੱਕ ਬਣਿਆ ਬਣਾਇਆ ਜਿਹਾ ਕੰਮ ਇਹ ਮਤਲਬ ਹਮੇਸ਼ਾ ਮੈਨੂੰ ਬੁਰਾ ਹੀ ਲੱਗਦਾ ਰਿਹਾ। ਤਾਂ ਕਰਕੇ ਕਿ ਉਸ ਤੋਂ ਬਾਅਦ ਜਿਵੇਂ ਹੌਲੀ ਹੌਲੀ ਪਤਾ ਲੱਗ ਗਿਆ, ਜਦੋਂ ਪੜ੍ਹਦੇ ਹਾਂ ਆਪਾਂ ਫਿਰ ਪਤਾ ਲੱਗਦਾ ਕਿ ਯਾਰ ਇਹ ਅੰਗਰੇਜ਼ਾਂ ਦਾ ਬਣਾਇਆ ਹੋਇਆ ਸਿਸਟਮ ਆ। ਮੈਨੂੰ ਲੱਗਦਾ ਕਿ 1800, ਸ਼ਾਇਦ ਮੈਂ ਗਲਤ ਵੀ ਹੋ ਸਕਦਾ, 1852 ਦੇ ਵਿੱਚ ਮੈਟ੍ਰਿਕ ਦੇ ਐਗਜ਼ਾਮ ਹੋਏ ਸੀ ਪਹਿਲੀ ਵਾਰੀ ਇੰਡੀਆ 'ਚ, ਅਤੇ ਉਦੋਂ ਇੱਕ ਬਿੱਲ ਆਇਆ ਸੀਗਾ ਲੰਡਨ ਉੱਥੇ ਪਾਸ ਕੀਤਾ ਹੋਇਆ ਸੀ। ਉਹਨਾਂ ਨੇ ਤਾਂ ਸਾਰਾ ਕੁਛ ਕੀਤਾ ਸੀ, ਆਪਣਾ ਐਜੂਕੇਸ਼ਨ ਸਿਸਟਮ ਬਣਾਇਆ ਸੀ ਅੰਗਰੇਜ਼ਾਂ ਨੇ, ਵੀ ਸਾਨੂੰ ਜਿਹੜੀ ਲੇਬਰ ਆ ਜਾਂ ਮੁਲਾਜ਼ਮ ਆ ਅਤੇ ਇਹ ਸਾਨੂੰ ਉੱਥੋਂ ਨਾ ਲਿਆਉਣੇ ਪੈਣ ਇੰਗਲੈਂਡ ਤੋਂ, ਵੀ ਇੱਥੋਂ ਹੀ ਅਸੀਂ ਪੈਦਾ ਕਰੀਏ। ਵੀ ਢੋਆ ਢੁਆਈ 'ਚ ਉਹਨਾਂ ਨੂੰ ਇੱਥੇ ਰੱਖਣ ਦੇ ਖਰਚੇ ਬਹੁਤ ਆ, ਇਹਨਾਂ ਨੂੰ ਟ੍ਰੇਨਡ ਕਰੋ, ਵਧੀਆ ਨੌਕਰ ਬਣਨ ਇਹ, ਅਤੇ ਵੀ ਅਸੀਂ ਉਹਨਾਂ ਨੂੰ ਨੌਕਰੀ ਦੇਵਾਂਗੇ। ਅਤੇ ਉਹ ਐਜ਼ ਏ ਸਾਰੀ ਉਹਨਾਂ ਦਾ ਜਿਹੜਾ ਸਿਸਟਮ ਸੀਗਾ ਉਹ ਇਸ ਤਰ੍ਹਾਂ ਦੇ ਸੀਗਾ ਕਿ ਇਹਨਾਂ ਨੂੰ ਇੱਕ ਵਧੀਆ ਨੌਕਰ ਬਣਾਇਆ ਜਾਵੇ, ਕਿਉਂਕਿ ਉਹ ਮਾਲਕ ਬਣਾਉਣ ਵਾਸਤੇ ਪੜ੍ਹਾਉਂਦੇ ਨਹੀਂ ਸੀਗੇ, ਕਿਉਂਕਿ ਉਹਨਾਂ ਨੂੰ ਤਾਂ ਉਹਨਾਂ ਨੇ ਆਪਣੇ ਤੋਂ ਕੰਮ ਕਰਾਉਣਾ ਸੀਗਾ। ਅਤੇ ਉਦੋਂ ਦਾ ਉਹ ਚੱਲਿਆ ਆਉਂਦਾ ਕੰਮ ਸਿਸਟਮ ਅੱਜ ਤੱਕ ਉਵੇਂ ਆ, ਵੀ ਅੱਜ ਤਾਂ ਹੁਣ ਆਜ਼ਾਦ ਹੋ ਗਏ ਆਪਣਾ ਮੁਲਕ, ਅਤੇ ਪਰ ਉਹ ਉਵੇਂ ਇੱਕ ਵਧੀਆ ਚੰਗਾ ਨੌਕਰ ਬਣਾਉਣ ਦੀ ਪੜ੍ਹਾਈ ਕਰਾਈ ਜਾਂਦੀ ਆ ਆਪਾਂ ਨੂੰ। ਵੀ ਹਾਲਾਂਕਿ ਪੜ੍ਹਾਈ ਦਾ ਜਾਂ ਗਿਆਨ ਦਾ ਮਤਲਬ ਹੁੰਦਾ ਕਿ ਤੁਸੀਂ ਮਾਲਕ ਬਣੋ ਜਾਂ ਆਪਣੇ ਆਪ 'ਚ
ਗਰੋ ਕਰੋ, ਆਪਣੇ ਉਸ ਚੀਜ਼ ਨੂੰ ਪਚੀੜ ਦਿੱਤਾ ਜਾਂਦਾ ਕਿ ਬਸ ਇਹੀ ਦਾਇਰਾ ਤੇਰਾ ਇਹੀ ਕੰਮ ਕਰਨਾ। ਬਿਲਕੁਲ ਸੋ ਇਹ ਗਲਤ ਆ ਕਿਉਂਕਿ ਮਤਲਬ। ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈਗਾ ਆ ਅੱਜ ਕੱਲ ਬਹੁਤ ਲੋਕ ਜਿਹੜੇ ਨੇ ਵਧੀਆ ਆ ਕਿ ਇਸ ਦੇ ਖਿਲਾਫ ਸਵਾਲ ਚੁੱਕਦੇ ਨੇ, ਇਹ ਗੱਲ ਕਰਦੇ ਨੇ। ਉਹਨਾਂ ਦਾ ਅਕਸਰ ਇਹ ਗਿਲਾ ਰਹਿੰਦਾ ਆ ਵੀ ਨੌਕਰੀ ਕਰਨੀ ਸਿਖਾ ਦਿੱਤੀ ਜਾਂਦੀ ਆ ਤੇ ਸਾਰਾ ਕੁਝ ਸਿਖਾਤਾ ਜਾਂਦਾ ਵੀ ਫਾਰਮੂਲੇ ਕਿੱਦਾਂ ਲਾਉਣੇ ਆ, ਕੀ ਕਰਨੇ, ਪਰ ਅਸਲ ਜ਼ਿੰਦਗੀ ਨਾਲ ਉਹਨਾਂ ਦਾ ਕੋਈ ਮਕਸਦ ਹੈ ਨਹੀਂ। ਜਦਕਿ ਅਸਲ ਜ਼ਿੰਦਗੀ ਦਾ ਮਕਸਦ ਹੈ ਕਿ ਫਾਈਨੈਂਸ਼ੀਅਲ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ, ਜੋ ਕਿ ਸਾਨੂੰ ਨਹੀਂ ਦਿੱਤੀ ਜਾਂਦੀ ਸਕੂਲਾਂ ਕਾਲਜ। ਬਿਲਕੁਲ, ਇੱਕ ਸੰਪੂਰਨ ਤਰੀਕੇ ਦਾ ਗਿਆਨ ਹੁੰਦਾ ਜਾਂ ਇੱਕ ਵਧੀਆ ਮਨੁੱਖ ਬਣਾਉਣ ਦਾ ਕੰਮ ਹੋਣਾ ਚਾਹੀਦਾ। ਜਿਵੇਂ ਆਪਾਂ ਹੋਰ ਮੁਲਕਾਂ ਦੇ ਵਿੱਚ ਵੇਖਦੇ ਹਾਂ, ਹਾਲਾਂਕਿ ਹੁਣ ਆਪਣੇ ਥੋੜ੍ਹਾ ਸ਼ੁਰੂ ਹੋਇਆ, ਜਿਵੇਂ ਸਾਈਕੋਲੋਜੀ ਦੇ ਟੀਚਰਸ ਨੇ, ਮਤਲਬ ਕਾਉਂਸਲਰ ਨੇ ਸਕੂਲਾਂ ਦੇ ਵਿੱਚ, ਥੈਰੇਪਿਸਟ ਨੇ, ਅਤੇ ਉਹ ਹੁਣ ਕੁਛ ਹੋਇਆ। ਪਰ ਬਾਹਰ ਤਾਂ ਇਹ ਚੀਜ਼ 'ਤੇ ਬਹੁਤ ਧਿਆਨ ਦਿੱਤਾ ਜਾਂਦਾ। ਉੱਥੇ ਵੀ ਉਹਨਾਂ ਨੂੰ ਇਹ ਹੁੰਦਾ ਕਿ ਵਧੀਆ ਨਾਗਰਿਕ ਹੋਵੇ ਇਹ ਸਾਡਾ ਇਨਸਾਨ, ਜਿਹਨੂੰ ਸਾਡਾ ਸਟੂਡੈਂਟ ਜਿਹਨੂੰ ਤਿਆਰ ਕਰ ਰਹੇ ਹਾਂ ਅਸੀਂ, ਸਾਡੇ ਮੁਲਕ ਦੇ ਵਿੱਚ ਇਹਨੇ ਕੰਮ ਕਰਨਾ, ਰਹਿਣਾ, ਤਾਂ ਸਾਰੇ ਤਰ੍ਹਾਂ ਦੀਆਂ ਉਹ ਦਿੰਦੇ ਆ। ਅਤੇ ਆਪਣੇ ਉਹ ਚੀਜ਼ਾਂ ਨਹੀਂ ਹੈਗੀਆਂ। ਆਪਣੇ ਸਿਰਫ ਇੱਕ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਨੌਕਰੀ ਕਿਵੇਂ ਕਰਨੀ ਤੁਸੀਂ ਬਸ। ਜੀ, ਅਤੇ ਜੇਕਰ ਮੈਂ ਪੜ੍ਹਾਈ ਦੀ ਗੱਲ ਕਰਾਂ ਤਾਂ ਤੁਸੀਂ ਬਾਕੀ ਇੰਟਰਵਿਊਜ਼ ਦੇ ਵਿੱਚ ਵੀ ਦੱਸਿਆ ਹੋਇਆ ਵੀ ਜ਼ਿਆਦਾ ਇੰਟਰਸਟ ਹੈ ਨਹੀਂ ਸੀ ਇੱਧਰ ਨੂੰ, ਅਤੇ ਫਿਰ ਜਿਹੜਾ ਬਾਕੀ ਦਾ ਲਿਟਰੇਚਰ ਹੈਗਾ ਆ, ਤੁਹਾਡੀਆਂ ਗੱਲਾਂ ਸੁਣ ਕੇ ਵੀ ਪਤਾ ਲੱਗਦਾ ਵੀ ਤੁਸੀਂ ਲਿਟਰੇਚਰ ਦੇ ਨਾਲ ਜੁੜੇ ਹੋਏ ਹੋ, ਅਤੇ ਉਹਦੇ ਨਾਲ ਕਿਵੇਂ ਰਾਬਤਾ ਬਣਿਆ, ਉਹਦੇ ਨਾਲ ਕਿਵੇਂ ਸੰਬੰਧ ਬਣ ਗਏ ਦੂਸਰੇ ਲਿਟਰੇਚਰ ਦੇ ਨਾਲ ਪੜ੍ਹਾਈ ਤੋਂ ਇਲਾਵਾ? ਪੜ੍ਹਾਈ ਤੁਹਾਨੂੰ ਇਹੀ ਦੱਸਿਆ ਕਿ ਪੜ੍ਹਾਈ ਜਿਹੜੀ ਸੀਗੀ ਉਹ ਇਸ ਤਰ੍ਹਾਂ ਦੀ ਸੀਗੀ ਕਿ ਐਂ ਕਰਨਾ, ਇਹੀ ਚੀਜ਼ਾਂ ਉਹ ਫਰਸਟ੍ਰੇਸ਼ਨ ਪੈਦਾ ਕਰਦੀਆਂ ਸੀ ਕਿ ਯਾਰ ਮੈਂ ਇਹ ਕੰਮ ਨਹੀਂ ਕਰਨਾ। ਅਤੇ ਜਿਵੇਂ ਅੱਜ ਹੀ ਇੱਕ ਅਸੀਂ ਐਗਜ਼ਾਮ ਲਿਖੀ ਜਾਂਦੇ ਸੀਗੇ, ਤਾਂ ਉਹਦੇ ਵਿੱਚ ਕੁਝ ਚੀਜ਼ਾਂ ਸੀਗੀਆਂ, ਮਤਲਬ ਉਹਦੇ ਵਿੱਚ ਸੀਗਾ ਕੁਐਸਚਨ ਕਿ ਪੰਜਾਬੀ ਜਿਹੜਾ ਫੌਂਟ ਆ ਅਤੇ ਇਹਨੂੰ ਕੀ ਚੁਣੌਤੀਆਂ, ਜਾਂ ਟਾਈਪਿੰਗ ਦੇ ਵਿੱਚ ਕੀ ਚੁਣੌਤੀਆਂ। ਤਾਂ ਮੈਂ ਆਪਸ ਵਿੱਚ ਦੋਸਤਾਂ ਨਾਲ ਗੱਲ ਕਰ ਰਿਹਾ ਸੀ ਕਿ ਹੁਣ ਤਾਂ ਆਪਾਂ ਨੂੰ ਪ੍ਰੋਬਲਮ ਹੀ ਨਹੀਂ ਹੈਗੀ ਟਾਈਪ ਕਰਨ ਦੀ, ਕਿਉਂਕਿ ਆਪਾਂ ਬੋਲ ਦੋ 'ਤੇ ਲਿਖਿਆ ਜਾਂਦਾ ਵੀ ਆਪਾਂ ਵੀ ਇੱਕ ਰੋਜ਼ ਅਪਡੇਟ ਹੁੰਦਾ ਇਸ ਮਾਮਲੇ 'ਚ ਕੁਛ। ਅਤੇ ਇਹ ਸਵਾਲ ਕਦੋਂ ਦਾ ਆਪਾਂ ਨੂੰ, ਇਹ 'ਤੇ ਕੀ ਲਿਖੀ ਹੋਣਾ। ਮੈਂ ਉੱਥੇ ਇਹੀ ਲਿਖ ਕੇ ਆਇਆ ਕਿ ਵੈਸੇ ਤਾਂ ਸਵਾਲ ਬਣਦਾ ਨਹੀਂ ਹੈਗਾ, ਅਤੇ ਤਾਂ ਹੀ ਫਿਰ ਨੰਬਰ ਵੀ ਘੱਟ ਆਉਂਦੇ ਸੀ ਜਦੋਂ ਇਸ ਚੀਜ਼ਾਂ ਦਾ ਕੰਮ ਕਰਨਾ। ਅਤੇ ਬਸ ਇਹੀ ਸੀਗਾ ਕਿ ਇਹ ਚੀਜ਼ਾਂ ਨਹੀਂ ਪਸੰਦ ਸੀਗਾ, ਇਹ ਸਿਸਟਮ ਨਹੀਂ ਪਸੰਦ ਸੀਗਾ। ਵੈਸੇ ਪੜ੍ਹਨਾ ਵਧੀਆ ਲੱਗਦਾ ਸੀਗਾ, ਤਾਂ ਫਿਰ ਹੌਲੀ ਜਾਂ ਇਹ ਕਹਿ ਲਓ ਕਿ ਜੋ ਖੁਦ ਨੂੰ ਚੰਗਾ ਲੱਗਦਾ ਸੀ ਉਹ ਪੜ੍ਹਨਾ ਚੰਗਾ ਲੱਗਦਾ ਸੀ ਨਾ। ਅਤੇ ਫਿਰ ਉਹ ਹੌਲੀ ਜਿਵੇਂ ਪਤਾ ਲੱਗਦਾ ਕਿ ਯਾਰ ਆਹ ਪੜ੍ਹ ਲਓ, ਕਿਸੇ ਤੋਂ ਪੁੱਛ ਲਿਆ, ਜਾਂ ਕੋਈ ਦੱਸਦਾ ਕਿ ਯਾਰ ਫਲਾਨੀ ਕਹਾਣੀ ਹੈ ਜੀ, ਆ ਫਲਾਨਾ ਨਾਵਲ ਆਏ ਆ, ਜਾਂ ਕੋਈ ਕਰੈਕਟਰ ਦੀ ਗੱਲ ਕਰਨੀ। ਅਤੇ ਬਸ ਇਸ ਤਰ੍ਹਾਂ ਚੱਲਦਾ ਗਿਆ। ਫਿਰ ਉਹ ਆਪਦੇ ਹਿਸਾਬ ਨਾਲ ਜੋ ਮਿਲਦਾ ਗਿਆ, ਜਾਂ ਜੋ ਚੰਗਾ ਲੱਗਦਾ ਰਿਹਾ ਉਹ ਪੜ੍ਹਦੇ ਰਹੇ। ਸੋ ਅੱਜ ਜੋ ਪੇਪਰ 'ਚ ਲਿਖ ਕੇ ਆਏ ਉਹ ਤੋਂ ਇਹ ਪਤਾ ਲੱਗਦਾ ਵੀ ਸੀਤੇ ਦੀ ਉਹ ਸਵਾਲ ਕਰਨ ਵਾਲੀ ਜਿਹੜੀ ਆਦਤ ਹੈ ਟੀਚਰਾਂ ਨੂੰ, ਜਾਂ ਉਹ ਥੋੜ੍ਹਾ ਕਿਤੇ ਟੀਜ਼ ਕਰਨ ਵਾਲੀ ਆਦਤ ਥੱਲੇ ਵੀ ਨਹੀਂ ਗਈ ਹੈਗੀ। ਉਹ ਹਾਂਜੀ, ਬਹੁਤ ਮਤਲਬ ਵੀ ਇਸ ਚੀਜ਼ ਕਰਕੇ ਹੁਣ ਤਾਂ ਵਧੀਆ ਹੀ ਲੱਗਦੀ ਆ। ਉਦੋਂ ਐਂ ਹੁੰਦਾ ਸੀਗਾ ਕਿ ਯਾਰ ਵੀ ਮੈਂ ਕਿਉਂ ਐਂ ਨਹੀਂ ਕਰਨਾ ਚਾਹੀਦਾ, ਜਾਂ ਬੁਰੀ ਗੱਲ ਹੈ ਇਹ। ਅਤੇ ਪਰ ਉਹ ਦਰਅਸਲ ਹੁਣ ਪਤਾ ਲੱਗਦਾ ਕਿ ਕਿਸੇ ਦਾ ਵੀ ਕਸੂਰ ਨਹੀਂ। ਪਹਿਲਾਂ ਆਪਾਂ ਨੂੰ ਕੁਛ ਟੀਚਰ ਇਹੋ ਜਿਹੇ ਹੁੰਦੇ ਸੀ, ਉਹ ਬੁਰੇ ਲੱਗਦੇ ਸੀ, ਯਾਰ ਇਹ ਐਂ ਕਿਉਂ ਕਰ ਰਿਹਾ ਮੇਰੇ ਨਾਲ, ਪਰ ਉਹ ਵੀ ਇੱਕ ਸਿਸਟਮ ਦੇ ਵਿੱਚ ਵੱਝੇ ਹੋਏ ਆ, ਉਹਨਾਂ ਦੀਆਂ ਵੀ ਮਜਬੂਰੀਆਂ। ਅਤੇ ਤਾਂ ਕਰਕੇ ਹੁਣ ਕਿਸੇ ਇਨਸਾਨ ਨਾਲ ਕੋਈ ਗਿਲਾ ਨਹੀਂ ਹੈਗਾ। ਹੁਣ ਐਂ ਕਿ ਯਾਰ ਵੀ ਇਹ ਚੀਜ਼ਾਂ ਜੋ ਹੈਗੀਆਂ ਵੀ ਜਾਂ ਤਾਂ ਇਹਨੂੰ ਚੇਂਜ ਕਰ ਦਿਓ। ਚੇਂਜ ਆਪਾਂ ਪਰਸਨਲੀ ਲੈਵਲ 'ਤੇ ਜਿੰਨਾ ਕੁ ਹੁੰਦਾ ਉਨਾ ਕੁ ਤਾਂ ਕਰਦੇ ਹੀ ਹਾਂ ਚਲੋ, ਪਰ ਇਹ ਜਿਵੇਂ ਵੱਡੇ ਲੈਵਲ ਵਾਲੀ ਗੱਲ ਆ, ਅਤੇ ਫਿਰ ਇਸ ਚੀਜ਼ ਕਰਕੇ ਜਾਂ ਫਿਰ ਇਹ ਤੋਂ ਬਚ ਲਓ ਆਪ ਕਿਵੇਂ। ਤਾਂ ਕਰਕੇ ਮੈਂ ਜਿੱਥੇ ਮੌਕਾ ਮਿਲਦਾ ਇਹਨੂੰ ਕਿਸੇ ਨੂੰ ਦੱਸ ਦਿੰਦਾ ਜਾਂ ਸਮਝਾਉਣ ਦੀ ਕੋਸ਼ਿਸ਼ ਕਰਦਾ, ਅਤੇ ਆਪ ਇਹਨਾਂ ਤੋਂ ਬਚਦਾ ਰਹਿੰਦਾ ਵੀ ਮੈਂ ਉਸ ਚੀਜ਼ਾਂ ਦਾ ਹਿੱਸਾ ਨਾ ਬਣਾ। ਬਸ ਇਹਦਾ ਚੱਲਦਾ ਰਹਿੰਦਾ ਜੀ। ਅਤੇ ਬਠਿੰਡੇ ਤੋਂ ਚੰਡੀਗੜ੍ਹ ਤੱਕ ਦਾ ਸਫ਼ਰ ਅਤੇ ਇਹ ਜਿਹੜੀ ਜਰਨੀ ਹੈਗੀ ਆ, ਇਹ ਕਿਹੋ ਜਿਹੀ ਰਹੀ ਹੈ, ਅਤੇ ਕੀ ਬਦਲਾਵ ਲੱਗਦੇ ਨੇ? ਇਹ ਬਹੁਤ ਕਮਾਲ ਦਾ ਸਭ ਕੁਝ ਜੀ। ਅਤੇ ਮੇਰੇ ਲਈ ਇੱਕ ਤਰ੍ਹਾਂ ਦਾ ਵੀ ਮੇਰੀ ਔਕਾਤ ਅਨੁਸਾਰ ਇਹ ਸਭ ਕੁਝ ਜ਼ਿਆਦਾ ਆ, ਕਿਉਂਕਿ ਮੇਰਾ ਪਿੰਡ ਹਾਲਾਂਕਿ ਬਹੁਤ ਵੱਡਾ, ਮੇਰਾ ਬੱਲੂਆਣਾ ਪਿੰਡ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ, ਅਤੇ ਉਹਦੀ 3500 ਦੇ ਇਲਾਵਾ ਮਤਲਬ ਇੰਨੀ ਕੁ ਲਗਭਗ ਵੋਟ ਆ ਉਹਦੀ। ਪਰ ਉੱਥੇ DAV ਕਾਲਜ ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੜ੍ਹਨ ਨਾਲੋਂ ਮੈਂ ਹੀ ਹਾਂ ਪਹਿਲਾਂ। ਅਤੇ ਤਾਂ ਕਰਕੇ ਵੀ ਸਾਡੇ ਤੋਂ ਜ਼ਿਆਦਾ ਫਾਈਨੈਂਸ਼ੀਅਲੀ ਵੀ ਵੱਧ ਉੱਥੇ ਉਹ ਬਸ ਮਤਲਬ ਹੈਗੇ ਆ ਘਰ ਹੈ ਨਾ, ਜਿਹੜੇ ਉਸ ਚੀਜ਼ ਨੂੰ ਝੱਲ ਸਕਦੇ ਆ। ਅਤੇ ਪਰ ਇਸ ਚੀਜ਼ 'ਤੇ ਸਾਰਾ ਜਿਹੜਾ ਕ੍ਰੈਡਿਟ ਆ ਉਹ ਮੇਰੇ ਫਾਦਰ ਸਾਹਿਬ ਨੂੰ ਜਾਂ ਮੇਰੇ ਸਾਰੇ ਪਰਿਵਾਰ ਨੂੰ ਜਾਂਦਾ, ਕਿਉਂਕਿ ਉਦੋਂ ਮੇਰੀ ਉਮਰ 17 ਸਾਲ ਦੀ ਸੀਗੀ ਜਦੋਂ ਮੈਂ ਚੰਡੀਗੜ੍ਹ ਆ ਗਿਆ ਸੀਗਾ। ਅਤੇ ਹੁਣ ਮੇਰੇ ਚਾਚਾ ਜੀ ਦਾ ਬੇਟਾ ਉਹ 17 ਸਾਲ ਦਾ ਹੁਣ,
ਉਹ ਜਦੋਂ ਉਹਨੇ ਕਿਤੇ ਇਕੱਲੇ ਨੇ ਜਾਣਾ ਹੁੰਦਾ ਵੀ ਸ਼ਹਿਰ ਜਾਂ ਕਿਤੇ ਵੀ, ਤਾਂ ਮੈਂ ਪਿੰਡ ਹੋਵਾਂ, ਮੈਨੂੰ ਐਂ ਹੁੰਦਾ ਵੀ ਇਹ ਛੋਟਾ, ਇਹਨੂੰ ਇਕੱਲੇ ਨੂੰ ਨਹੀਂ ਭੇਜਣਾ ਚਾਹੀਦਾ। ਪਰ ਮੈਂ ਹੁਣ ਸੋਚਦਾ ਕਿ ਮੈਨੂੰ ਚੰਡੀਗੜ੍ਹ ਭੇਜਤਾ ਹੀ ਘਰਦਿਆਂ ਨੇ ਉਦੋਂ। ਜੀ। ਅਤੇ ਹਾਲਾਂਕਿ ਉਹ ਚੀਜ਼ ਦਾ ਕਾਫੀ ਮੈਨੂੰ ਕਹਿੰਦੇ ਸੀ ਨਹੀਂ ਜਾਣਾ ਜਾਂ, ਪਰ ਉਹ ਹੋਰ ਕਿਉਂਕਿ ਇੱਕ ਪਰਿਵਾਰ ਨੇ ਆਪਦੇ ਬੱਚੇ ਨਾਲ ਉਹਨਾਂ ਦੀ ਅਟੈਚਮੈਂਟ ਹੋਰ ਤਰ੍ਹਾਂ ਦੀ ਹੁੰਦੀ ਆ ਜੀ। ਅਤੇ ਉਸ ਤੋਂ ਬਾਅਦ ਇੱਥੇ ਆ ਕੇ ਤਾਂ ਵੀ ਸਭ ਕੁਝ ਚੰਗਾ ਚੰਗਾ ਹੀ ਹੋਇਆ ਜੀ। ਬਹੁਤ ਸਾਰੇ ਦੋਸਤ ਮਿਲੇ ਅਤੇ ਇੱਕ ਪੜ੍ਹਾਈ ਦਾ ਮਾਹੌਲ ਮਿਲਿਆ ਅਤੇ ਕਾਫੀ ਤਬਦੀਲੀਆਂ ਆਈਆਂ ਜੀ, ਮਤਲਬ ਆਪਣੇ ਆਪ 'ਚ ਵੀ ਜਾਂ ਮੇਰੇ ਪਰਿਵਾਰ 'ਚ ਵੀ। ਕਿਉਂਕਿ ਮੈਂ ਜੋ ਕੁਛ ਵੀ ਸਿੱਖਦਾ ਸੀ ਜਾਂ ਪਤਾ ਲੱਗਦਾ ਸੀ ਕੁਛ, ਉਹ ਘਰੇ ਡਿਸਕਸ ਕਰਨੀ ਜੀ। ਤਾਂ ਵੀ ਜਿੰਨਾ ਕੁ ਮੈਂ ਅਪਡੇਟ ਹੋਇਆ ਉਨਾ ਕੁ ਮੇਰਾ ਪਰਿਵਾਰ ਵੀ ਹੋਇਆ ਇਸ ਚੀਜ਼ ਨਾਲ। ਇਹ ਚੀਜ਼ ਦਾ ਵੀ ਮੈਨੂੰ ਵਧੀਆ ਲੱਗਦਾ ਕਿ ਮੈਂ ਇਕੱਲਾ ਨਹੀਂ, ਵੀ ਆਪਣੇ ਪਰਿਵਾਰ ਨੂੰ ਵੀ ਉਹ ਚੀਜ਼ ਕਰ ਸਕਿਆ ਜੀ। ਸੋ ਜਦੋਂ ਅਸੀਂ ਘਰੋਂ ਬਾਹਰ ਆਉਂਦੇ ਹਾਂ ਤੇ ਸਪੈਸ਼ਲੀ 17, 18, 19 ਜਾਂ 16 ਸਾਲ ਇਹ ਉਮਰ ਇਹੋ ਜਿਹੀ ਹੁੰਦੀ ਹੈ ਵੀ ਬੱਚੇ ਵਿਗੜ ਵੀ ਸਕਦੇ ਆ ਤੇ ਸੁਧਰ ਵੀ ਜਾਂਦੇ ਨੇ, ਕਈ ਇੱਕ ਰਸਤੇ 'ਚ ਮਤਲਬ ਚੰਗੀ ਲਾਈਨ 'ਚ ਲੱਗ ਜਾਂਦੇ ਆ। ਸੋ ਜਦੋਂ ਘਰੋਂ ਬਾਹਰ ਆਏ, ਚੰਗੇ ਮਾੜੇ ਦੋਵੇਂ ਤਰੀਕੇ ਦੇ ਲੋਕ ਮਿਲਦੇ ਆ, ਕੋਈ ਚੰਗੀ ਐਗਜ਼ਾਮਪਲ ਤੇ ਕੋਈ ਮਾੜੀ ਐਗਜ਼ਾਮਪਲ। ਦਰਅਸਲ ਮੇਰੇ ਮਾਮਲੇ 'ਚ ਐਂ ਨਹੀਂ ਹੋਇਆ ਜੀ, ਕਿਉਂਕਿ ਵਿਗੜਨ ਵਾਲਾ ਕੰਮ ਆ ਜਿਹੜਾ, ਇਹ ਮੈਂ ਪਹਿਲਾਂ ਹੀ ਉੱਥੇ ਵਿਗੜ ਚੁੱਕਿਆ ਸੀਗਾ ਸਕੂਲ 'ਚ, ਅਤੇ ਮੈਂ ਉਹ ਸੁਧਰ ਹੀ ਸਕਦਾ ਸੀ। ਵਿਗੜ ਤਾਂ ਹੋਰ ਤਾਂ ਇਦੋਂ ਵੱਧ ਕੀ ਵਿਗੜ ਜਾਣਾ ਹੈ ਨਾ। ਅਤੇ ਤਾਂ ਕਰਕੇ ਸ਼ਾਇਦ ਘਰਦਿਆਂ ਨੂੰ ਤਾਂ ਵੀ ਮਤਲਬ ਘਰੇ ਇੰਨਾ ਜ਼ਿਆਦਾ ਤਾਂ ਨਹੀਂ ਪਤਾ ਹੁੰਦਾ ਸੀ ਵੀ ਅਸੀਂ ਕਿਸੇ ਨਾਲ ਵੀ, ਜਿਵੇਂ ਉੱਥੇ ਗਰੁੱਪਿਜ਼ਮ ਸੀਗਾ ਸਾਡੇ ਸਕੂਲ 'ਚ ਜਿੱਥੇ ਸੀ, ਤਾਂ ਕਾਫੀ ਦੋਸਤ ਇਕੱਠੇ ਹੋ ਕੇ ਕਿਤੇ ਕੀ ਕੁਛ ਵੀ ਪੁੱਠੇ ਪੰਗੇ ਕਰੀ ਜਾਣੇ ਹੈ ਨਾ। ਅਤੇ ਉਹ ਚੀਜ਼ ਦਾ ਇਸ ਤਰ੍ਹਾਂ ਹੀ ਆ ਕਿ ਵੀ ਘਰੇ ਕਈ ਨਹੀਂ ਪਤਾ ਲੱਗਦਾ ਹੁੰਦਾ, ਕਈ ਲੱਗ ਜਾਂਦਾ ਸੀ ਪਤਾ ਉਸ ਚੀਜ਼ ਦਾ। ਅਤੇ ਸ਼ਾਇਦ ਘਰਦਿਆਂ ਨੇ ਭੇਜਿਆ ਵੀ ਤਾਂ ਹੀ ਸੀਗਾ ਕਿ ਉਹ ਸਾਰੇ ਸਰਕਲ 'ਚੋਂ ਨਿਕਲ ਜੇ, ਅਤੇ ਉਸ ਚੀਜ਼ ਦਾ ਫਾਇਦਾ ਵੀ ਹੋਇਆ। ਅਤੇ ਇੱਥੇ ਜਿਹੜੇ ਸਾਰੇ ਦੋਸਤ ਆ ਉਹ ਅਲੱਗ ਕਿਸਮ ਦੇ, ਉਹਨਾਂ ਦੇ ਸੁਭਾਅ, ਉਹ ਸਾਰੇ ਦੋਸਤ ਹੈ ਮੇਰੇ ਅੱਜ ਵੀ, ਉਹ ਸਾਰੇ ਦੋਸਤ ਹੈਗੇ ਪੁਰਾਣੇ, ਪਰ ਉਹਨਾਂ ਦੇ ਸੁਭਾਅ ਅੱਜ ਵੀ ਉਵੇਂ ਆ ਉਸ। ਅਤੇ ਪਰ ਮੈਂ ਹੁਣ ਉਹ ਵੀ ਕੰਮੇ ਕਰੀ ਲੱਗ ਗਏ ਸਾਰੇ, ਅਤੇ ਮੈਂ ਇੱਥੇ ਆ ਗਿਆ ਅਤੇ ਉਹ ਚੀਜ਼ਾਂ ਦਾ ਮਤਲਬ ਮੇਰੇ ਕਾਫੀ ਇਹ ਚੀਜ਼ਾਂ ਨਾਲ ਫਰਕ ਪਿਆ। ਤੇ ਉਹਨਾਂ ਸਮਿਆਂ ਦਾ ਕੋਈ ਕਿੱਸਾ ਵੀ ਘਰੇ ਪਤਾ ਲੱਗ ਗਿਆ ਹੋਵੇ ਜਾਂ ਫਿਰ ਡਾਂਟ ਡੂੰਟ ਪਈ ਹੋਵੇ? ਨਹੀਂ, ਮੈਨੂੰ ਕਦੇ ਵੀ ਮਤਲਬ ਘਰੇ ਮਤਲਬ ਜਦੋਂ ਦੀ ਮੈਨੂੰ ਸੁਰਤ ਸੰਭਲੀ, ਮਤਲਬ ਮੈਨੂੰ ਕੁੱਟਿਆ ਨਹੀਂ ਕਿਸੇ ਨੇ ਵੀ। ਇਹ ਮਤਲਬ ਇੱਕ ਵਾਰੀ ਮਤਲਬ ਸਕੂਲ 'ਚ ਇੱਕ ਦੋ ਵਾਰੀ ਕੁੱਟਿਆ ਮੈਨੂੰ ਕਿਸੇ ਟੀਚਰ ਨੇ, ਹੈ ਨਾ, ਉਹ ਵੀ ਇੱਕ ਅੱਧਾ ਜਾਂ ਮਤਲਬ ਚਪੇੜਾ ਮਾਰ ਦੇਣਾ। ਅਤੇ ਘਰੇ ਕਦੇ ਵੀ ਨਹੀਂ ਇਹ ਚੀਜ਼ ਦਾ ਹੋਇਆ। ਘਰੇ ਬਸ ਲੈਕਚਰ ਹੀ ਮਿਲਦੇ ਰਹੇ ਆ ਮੈਨੂੰ ਕਾਫੀ ਟਾਈਮ, ਵੀ ਘੰਟਾ ਬੋਲ ਰਹੇ ਆ ਪਾਪਾ, ਅਤੇ ਫਿਰ ਮੈਂ ਉਵੇਂ ਹੀ ਕਰ ਦੇਣਾ। ਉਦੋਂ ਬਾਅਦ ਪਾਪਾ ਕਹਿੰਦੇ ਮੇਰਾ ਘੰਟਾ ਬੋਲੇ ਦਾ ਕੀ ਫਾਇਦਾ ਵੀ ਜੇ ਤੂੰ ਉਵੇਂ ਹੀ ਕਰਨਾ, ਹੈ ਨਾ। ਜਾਂ ਕਿਸੇ ਗੱਲ ਨੂੰ ਸਮਝਾਉਣਾ ਵੀ ਆਹ ਚੀਜ਼ ਨਹੀਂ ਕਰਨੀ ਤੂੰ, ਜਾਂ ਆਹ ਚੀਜ਼ ਨਹੀਂ ਲੈਣੀ, ਜਾਂ ਕੋਈ ਕਿਸੇ ਚੀਜ਼ ਦੀ ਜਿੱਦ ਹੁੰਦੀ ਸੀਗੀ ਤਾਂ ਉਹ ਸਮਝਾਈ ਜਾਂਦੇ। ਉਸ ਤੋਂ ਬਾਅਦ ਮੈਂ ਕਹਿੰਦਾ ਮੈਂ ਤਾਂ ਲਊਂਗਾ ਹੀ, ਹੈ ਨਾ। ਪਰ ਉਹ ਕਹਿੰਦੇ ਵੀ ਮੈਂ ਐਵੇਂ ਤੈਨੂੰ ਬੋਲੀ ਗਿਆ, ਹੈ ਨਾ, ਵੀ ਤੂੰ ਜੇ ਕਰਨਾ ਇਹ ਸੀਗਾ। ਤਾਂ ਕਰਕੇ ਇਹੋ ਜਿਹੇ ਚੱਕਰ ਰਹੇ ਆ। ਜਾਂ ਕਹਿ ਲਓ ਕਿ ਮੈਂ ਆਪਣਾ ਜੋ ਓਪੀਨੀਅਨ ਆ ਜਾਂ ਮੈਂ ਜਿਵੇਂ ਸੋਚਦਾ, ਉਹ ਮੈਂ ਆਪਣੇ ਘਰੇ ਵੀ ਉਵੇਂ ਹੀ ਰੱਖਦਾ ਰਿਹਾ। ਵੀ ਹੁਣ ਮੈਨੂੰ ਪਾਪਾ ਇਹ ਗੱਲ ਕਹਿ ਦਿੰਦੇ ਆ ਮੇਰੇ ਕਿ ਤੂੰ ਉਦੋਂ ਸਹੀ ਗੱਲ ਕਹੀ ਸੀ ਮੈਨੂੰ, ਵੀ ਜਿਹੜੀ 5 ਸਾਲ ਪਹਿਲਾਂ ਮੈਂ ਕੀਤੀ ਸੀਗੀ ਉਹਨਾਂ ਨੂੰ ਅੱਜ ਸਹੀ ਲੱਗਣ ਲੱਗੀ ਆ। ਉਹਦਾ ਕਾਰਨ ਇਹ ਵੀ ਆ ਕਿਉਂਕਿ ਉਹ ਇੱਕ ਤਾਂ ਪਾਪਾ ਹੁਣ ਪੋਲੀਟੀਕਲੀ ਥੋੜ੍ਹੇ ਜਿਹੇ ਜ਼ਿਆਦਾ ਕਹਿ ਲਓ ਕਿ ਜਾਗਰੂਕ ਹੋ ਗਏ। ਕਿਸਾਨ ਅੰਦੋਲਨ ਕਰਕੇ ਉਹ ਕਾਫੀ ਜਾਂਦੇ ਰਹਿੰਦੇ ਸੀ ਦਿੱਲੀ, ਹੈ ਨਾ। ਉਹਨੇ ਪਿੰਡ ਸਾਡੇ ਵਾਰੀ ਬੰਨੀ ਹੁੰਦੀ ਜਿਵੇਂ, ਅਤੇ ਉਸ ਵੈਸੇ ਉਹ ਪੜ੍ਹਨ ਲਿਖਣ ਵੀ ਹੁਣ ਜਿਵੇਂ ਲੱਗ ਗਏ, ਹੈ ਨਾ। ਅਤੇ ਤਾਂ ਕਰਕੇ ਉਹ ਚੀਜ਼ ਉਹਨਾਂ ਨੂੰ ਹੁਣ ਜ਼ਿਆਦਾ ਅਪਡੇਟ ਹੋਏ ਆ। ਹੁਣ ਮੈਨੂੰ ਕਹਿੰਦੇ ਹੁੰਦੇ ਹੁਣ ਉਹ ਵੀ ਜੋ ਮੈਂ ਕਹਿਦਾ ਹੁਣ ਉਹ ਪਹਿਲਾਂ ਹੀ ਮੰਨ ਲੈਂਦੇ ਆ ਵੀ ਇਹਨੇ ਕੀ ਪਤਾ ਕੀ ਸੋਚ ਕੇ ਕਹੀ ਹੋਊਗੀ ਇਹ ਗੱਲ। ਅਤੇ ਇਸ ਤਰ੍ਹਾਂ ਮਤਲਬ ਇਹ ਚੀਜ਼ਾਂ ਘਰਦਿਆਂ ਨੂੰ ਲੱਗਦਾ ਵੀ ਮੁੰਡਾ ਸਿਆਣਾ ਆ, ਤੇ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੇ ਨਰਮ ਸੁਭਾਅ ਹੋਣ ਦਾ ਜਾਂ ਇੱਕ ਸਹੀ ਰਾਹ ਪੈ ਜਾਣ ਦਾ ਕਾਰਨ ਇਹ ਵੀ ਹੈ ਕਿ ਘਰਦਿਆਂ ਨੇ ਮਾਰਿਆ ਨਹੀਂ, ਸਮਝਿਆ ਉਸ ਚੀਜ਼ ਨੂੰ, ਜਦੋਂ ਗੱਲ ਮੰਨ ਲਈ? ਇਸ ਚੀਜ਼ ਨੂੰ ਮੰਨਦੇ ਹੋ ਕਾਰਨ ਕਿਤੇ ਨਾ ਕਿਤੇ? ਨਹੀਂ, ਹਾਂ, ਮੈਨੂੰ ਮਤਲਬ ਜਦੋਂ ਤੁਸੀਂ ਕੁਛ ਕਰਦੇ ਹੁੰਦੇ ਹੋ ਨਾ, ਇਹ ਚੀਜ਼ ਮਤਲਬ ਇੰਨਾ ਰਿਸਕ ਸੀਗਾ ਕਿ ਉਹ ਮਤਲਬ ਖਰਾਬ ਵੀ ਹੋ ਸਕਦਾ ਸੀ, ਸੁਧਰ ਵੀ ਸਕਦਾ ਸੀਗਾ। ਸੇਫ ਨਹੀਂ ਖੇਡਿਆ, ਨਾ ਤਾਂ ਘਰਦਿਆਂ ਨੇ ਖੇਡਿਆ ਨਾ ਮੈਂ ਖੇਡਿਆ ਆਪਣੀ ਜ਼ਿੰਦਗੀ 'ਚ, ਕਿ ਵੀ ਇਸ ਤਰੀਕੇ ਨਾਲ ਸ਼ਾਇਦ ਆਹ ਹੋ ਜਾਏ। ਹੁਣ ਵੀ ਮਤਲਬ ਮੇਰੀ ਪੜ੍ਹਾਈ ਵੀ ਇਸ ਤਰ੍ਹਾਂ ਦੀ ਹੈ ਕਿ ਮੈਨੂੰ ਪਤਾ ਨਹੀਂ ਮੈਂ ਕੋਈ ਜੇ ਨੌਕਰੀ ਵੀ ਕਰ ਸਕਦਾ ਤਾਂ ਕੀ ਕਰ ਸਕਦਾ, ਕਿਉਂਕਿ ਮੈਂ ਉਹੀ ਪੜ੍ਹਿਆ ਜੋ ਮੇਰਾ ਦਿਲ ਕਰਦਾ ਸੀ। ਵੀ ਮੈਂ ਸੇਫ ਕਦੇ ਵੀ ਜ਼ਿੰਦਗੀ 'ਚ ਮਤਲਬ ਰਿਸਕ ਹੀ ਲੈਂਦਾ ਰਹਿੰਦਾ ਸਾਰੇ। ਘਰਦਿਆਂ ਨੇ ਵੀ ਇਸ ਤਰੀਕੇ ਨਾਲ ਹੀ ਸੀ। ਅਤੇ ਜਦੋਂ ਤੁਸੀਂ ਕਿਸੇ ਨੂੰ ਆਜ਼ਾਦ ਛੱਡਦੇ ਹੋ ਕਿਸੇ ਨੂੰ ਵੀ, ਤਾਂ ਉਹ ਕੁਦਰਤਨ ਜੇ ਆਪਣੇ ਹਾਲਾਤ 'ਚ ਰਹਿੰਦਾ ਤਾਂ ਉਹ ਸਹੀ ਹੀ ਹੋਊਗਾ ਸਭ ਕੁਛ। ਮਤਲਬ ਸਮਾਜ ਨੂੰ ਵੀ ਸਹੀ ਹੋਊਗਾ, ਉਹਦੇ ਆਪਣੇ ਲਈ ਵੀ ਸਹੀ ਹੋਊਗਾ, ਗਲਤ ਨਹੀਂ ਹੁੰਦਾ ਕੁਛ ਵੀ। ਤਾਂ ਕਰਕੇ ਇਹ ਬਿਲਕੁਲ ਆਜ਼ਾਦੀ ਦਾ ਇਹ ਵੀ ਫਾਇਦਾ ਹੀ ਹੋਇਆ ਇੱਕ ਤਰ੍ਹਾਂ ਦਾ।
ਕਿ ਮੈਂ ਆਪਣੇ ਹਿਸਾਬ ਨਾਲ ਸਭ ਕੁਝ ਕਰਦਾ ਗਿਆ ਤਾਂ ਉਹ ਖੁਦ ਨੂੰ ਵੀ ਚੰਗਾ ਲੱਗਦਾ। ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਖੁਦ ਨੂੰ ਉਹ ਜਵਾਬਦੇਹ ਹੁੰਦੇ ਹੋ, ਮਤਲਬ ਜਾਂ ਖੁਦ ਨੂੰ ਸੈਟਿਸਫਾਈ ਕਰਨਾ ਹੁੰਦਾ ਕਿਸੇ ਮਾਮਲੇ 'ਚ, ਅਤੇ ਉਸ ਤੋਂ ਬਾਅਦ ਲੋਕ ਆਉਂਦੇ ਆ, ਸਮਾਜ ਆਉਂਦਾ ਹੈ ਨਾ। ਤਾਂ ਉਹ ਚੀਜ਼ ਚੱਲ ਰਹੀ ਆ ਐਵੇਂ, ਅਤੇ ਆਪ ਖੁਦ ਨੂੰ ਜਵਾਬਦੇਹ ਹੁੰਦੇ ਹਾਂ ਆਪਾਂ, ਉਹ ਵਧੀਆ ਕਰਦੇ ਹਾਂ। ਅਤੇ ਘਰਦਿਆਂ ਦਾ ਵੀ ਇਸ ਆਜ਼ਾਦੀ ਦੇਣ ਦਾ ਮਤਲਬ ਵੀ ਇਹ ਹੋਇਆ ਕਿ ਵੀ ਮਤਲਬ ਚੰਗਾ ਕ੍ਰੀਏਟਿਵ ਮੈਂ ਤਾਂ ਜ਼ਿਆਦਾ ਜਾਂ ਜਿੰਨਾ ਵੀ ਹੈਗਾ ਤਾਂ ਹੀ ਆ। ਸੁਖਦੀਪ ਤੋਂ ਸੀਪਾ ਕਿਵੇਂ ਬਣਿਆ ਤੇ ਕਿਵੇਂ ਨਾਮ ਇਹ ਮਿਲਿਆ? ਸੁਖਦੀਪ ਮੇਰਾ ਜਿਵੇਂ ਆਪਣੇ ਘਰਾਂ 'ਚ ਨਾਂ ਉਵੇਂ ਧਰਦੇ ਹੈ ਨਾ, ਰੱਖਿਆ ਹੁੰਦਾ ਜੀ, ਉਵੇਂ ਰੱਖਿਆ ਸੀ। ਅਤੇ ਮੈਨੂੰ ਵੀ ਨਹੀਂ ਪਤਾ ਕਿਹਨੇ ਰੱਖਿਆ ਮੇਰਾ ਨਾਂ ਸੀਪਾ, ਜੀ, ਅਤੇ ਮਤਲਬ ਸਾਰੇ ਸੀਪਾ ਸੀਪਾ ਹੀ ਕਹਿੰਦੇ ਆ ਜੀ। ਜੀ, ਮਤਲਬ ਮੇਰੇ ਇੱਥੋਂ ਵਾਲੇ ਦੋਸਤ ਵੀ, ਟੀਚਰ ਵੀ, ਘਰੇ ਵੀ, ਅਤੇ ਮਤਲਬ ਮੇਰੇ ਦਾਦਾ ਜੀ ਨੂੰ ਮੇਰਾ ਨਾਂ ਫੁੱਲ ਨੇਮ ਪਤਾ ਵੀ ਨਹੀਂ ਹੈਗਾ। ਮਤਲਬ ਹੁਣ ਉਹਨਾਂ ਨੂੰ ਪਤਾ। ਜੀ, ਇੱਕ ਵਾਰੀ ਮਤਲਬ ਚਿੱਠੀ ਆਈ ਸੀ, ਉਹ ਦਾਦੀ ਜੀ ਦੱਸਦੇ ਸੀ ਮੈਨੂੰ, ਅਤੇ ਮਤਲਬ ਮੇਰੀ ਯੂਨੀਵਰਸਿਟੀ 'ਚੋਂ ਗਈ ਕੋਈ ਚਿੱਠੀ, ਉਹ 'ਤੇ ਨਾ ਫਾਦਰ ਦਾ ਨਾਮ ਲਿਖਿਆ ਹੁੰਦਾ, ਨਾ ਕੁਛ ਹੋਰ, ਮਤਲਬ ਕੱਲਾ ਨੰਬਰ ਲਿਖਿਆ ਹੁੰਦਾ ਅਤੇ ਨਾਮ ਅਤੇ ਐਡਰੈਸ। ਅਤੇ ਉਹ ਮਤਲਬ ਉਹ ਵੀ ਜਿਹੜਾ ਫੜਾਉਣ ਆਇਆ ਸੀ ਉਹ ਵੀ ਮੇਰਾ ਫਰੈਂਡ ਹੀ ਸੀ। ਉਹ ਦਾਦਾ ਜੀ ਕਿਤੇ ਉੱਥੇ ਖੜ੍ਹੇ ਹੋਣਗੇ ਬਾਹਰ ਮਤਲਬ ਗੇਟ 'ਚ, ਉਹ ਕਹਿੰਦੇ ਵੀ ਐਂ ਕਰਕੇ ਸੁਖਦੀਪ ਸਿੰਘ ਦਾ ਘਰ ਇਹੀ ਆ। ਉਹ ਕਹਿੰਦੇ ਵੀ ਨਹੀਂ, ਵੀ ਹੋਰ ਗਾਂਹ ਤੋਂ ਪਤਾ ਕਰ ਲਓ। ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਫੋਨ ਕੀਤਾ ਸੀ, ਉਹ ਕਹਿੰਦਾ ਮੇਰਾ ਇੱਥੇ ਹੀ ਆ ਘਰ, ਅੱਡੇ 'ਤੇ, ਮਤਲਬ ਇਹ ਥਾਂ 'ਤੇ ਆ। ਅਤੇ ਉਹ ਫਿਰ ਪੁੱਛ ਪੱਛ ਆਇਆ ਕਿਸੇ ਤੋਂ ਹੈ ਨਾ, ਮੈਨੂੰ ਵੀ ਫੋਨ ਕੀਤਾ। ਮੈਂ ਕਿਹਾ ਹਾਂ ਘਰ ਸਾਡਾ ਇੱਥੇ ਆ। ਉਹ ਕਹਿੰਦਾ ਮੈਂ ਆਹ ਰੰਗ ਦਾ ਗੇਟ ਆ। ਉਹ ਕਹਿੰਦਾ ਵੀ ਉੱਥੇ ਤਾਂ ਬਾਬਾ ਖੜ੍ਹਾ ਸੀ। ਉਹ ਕਹਿੰਦਾ ਵੀ ਇਹ ਤਾਂ ਵੀ ਹੈ ਹੀ ਨਹੀਂ, ਇੱਥੇ ਰਹਿੰਦਾ ਨਹੀਂ ਬੰਦਾ। ਫਿਰ ਉਹ ਦਾਦੀ ਨੂੰ ਪਤਾ ਲੱਗਿਆ, ਫਿਰ ਦਾਦੀ ਜੀ ਕਹਿੰਦੇ ਵੀ ਆਪਣੇ ਸੀਪੇ ਦੀ ਚਿੱਠੀ ਆ ਇਹ। ਅਤੇ ਉਹ ਕਹਿੰਦਾ ਪੁੱਤ ਤੂੰ ਫਿਰ ਸੀਪਾ ਕਹਿ, ਸੁਖਦੀਪ ਸੁਖਦੀਪ ਉਹ ਕਹੀ ਜਾਂਦਾ। ਉਹ ਕਹਿੰਦਾ ਨਾ ਹੀ 'ਤੇ ਲਿਖਿਆ। ਤਾਂ ਕਰਕੇ ਵੀ ਮਤਲਬ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਸੁਖਦੀਪ ਆ ਮੇਰਾ ਨਾਮ, ਵੀ ਸਾਰੇ ਸੀਪਾ ਸੀਪਾ ਨਾਮ ਨਾਲ ਹੀ। ਮੈਨੂੰ ਇਹ ਲੋਕ ਪੁੱਛਦੇ ਆ ਵੀ ਤੁਹਾਡਾ ਕਾਗਜ਼ਾਂ 'ਚ ਵੀ ਇਹ ਨਾਂ, ਫਿਰ ਮੈਂ ਦੱਸਦਾ ਕਿ ਇਹ ਨਹੀਂ ਹੈਗਾ ਮੇਰਾ, ਬਸ ਇਸ ਤਰੀਕੇ ਨਾਲ। ਤਾਂ ਕਰਕੇ ਮੈਨੂੰ ਵੀ ਵਧੀਆ ਲੱਗਦਾ ਜੀ, ਯੂਨੀਕ ਜਿਹਾ ਨੇਮ ਆ, ਜਾਂ ਵੀ ਇਹ ਸ਼ਬਦ ਦਾ ਕੋਈ ਮਤਲਬ ਹੀ ਨਹੀਂ ਹੈਗਾ, ਇਹ ਗੱਲ ਮੈਨੂੰ ਵਧੀਆ ਲੱਗਦੀ ਆ। ਲਿਖਣਾ ਕਦੋਂ ਸ਼ੁਰੂ ਕੀਤਾ ਸੀ? ਲਿਖਣਾ ਤਾਂ ਜੀ ਮਤਲਬ ਕੋਈ ਐਂ ਯਾਦ ਤਾਂ ਹੈ ਨਹੀਂ ਗਾ ਮੇਰੇ ਵੀ ਮੈਂ ਕਦੋਂ ਪਹਿਲੀ ਚੀਜ਼ ਲਿਖੀ ਹੋਊਗੀ, ਪਰ ਕ੍ਰੀਏਟਿਵ ਥੋਟ ਜਿਵੇਂ ਆਉਂਦੇ ਆ ਉਹ ਪਹਿਲਾਂ ਤੋਂ ਹੀ ਸ਼ੁਰੂ, ਛੋਟੇ ਹੁੰਦੇ ਤੋਂ ਹੀ ਆਉਂਦੇ ਰਹਿੰਦੇ ਸੀਗੇ। ਅਤੇ ਉਹ ਕਿਵੇਂ ਮਤਲਬ ਸ਼ਾਇਰੀ ਬਣਨ ਲੱਗ ਗਈ, ਇਹ ਚੀਜ਼ ਦਾ ਵੀ ਬਹੁਤ ਅਹਿਸਾਸ ਜਾਂ ਹੌਲੀ ਹੌਲੀ ਚੱਲਿਆ ਇਹ ਕੰਮ। ਅਤੇ ਕੋਈ ਜ਼ਿਆਦਾ ਪਲੈਨਿੰਗ ਕਰਕੇ ਜਾਂ ਟ੍ਰੇਨਿੰਗ ਕਰਕੇ ਐਵੇਂ ਨਹੀਂ ਹੋਇਆ ਕੰਮ ਕੁਛ ਵੀ। ਜੈਸੇ ਮਰਦ ਰਾਹੇ ਦੀ ਇੱਕ ਲਾਈਨ ਹੈ, ਬੜਾ ਵਧੀਆ ਲਿਖਦੇ ਨੇ ਵੀ ਕੁਝ ਸੱਜਣ ਬਣਾਉਣੇ ਮਜਬੂਰੀ ਹੁੰਦੇ ਨੇ, ਗੀਤਕਾਰਾਂ ਦੇ ਲਈ ਧੋਖੇ ਵੀ ਜ਼ਰੂਰੀ ਹੁੰਦੇ ਨੇ। ਮੰਨਦੇ ਹੋ ਇਸ ਚੀਜ਼ ਨੂੰ? ਨਹੀਂ, ਮਤਲਬ ਸ਼ਾਇਦ ਉਹਨਾਂ ਨੂੰ ਲੱਗਦਾ, ਪਰ ਮੇਰੀ ਜ਼ਿੰਦਗੀ ਦਾ ਇੱਦਾਂ ਨਹੀਂ ਹੈਗਾ ਜੀ। ਮੈਨੂੰ ਨਾ ਕਦੇ ਕਦੇ ਧੋਖਾ ਨਹੀਂ ਮਿਲਿਆ ਮੈਨੂੰ ਜੀ, ਕਿਸੇ ਵੀ ਵੱਲੋਂ, ਮੇਰੇ ਦੋਸਤ ਦਾ ਜਾਂ ਕੋਈ ਵੀ ਹੋਰ ਜ਼ਿੰਦਗੀ 'ਚ ਆਉਂਦੇ ਜਾਂਦੇ ਰਹਿੰਦੇ ਲੋਕ, ਅਤੇ ਕਦੇ ਧੋਖਾ ਨਹੀਂ ਮਿਲਿਆ। ਅਤੇ ਤਾਂ ਕਰਕੇ ਮੈਨੂੰ ਨਹੀਂ ਲੱਗਦੀ ਇਹ ਗੱਲ ਮੇਰੀ ਜ਼ਿੰਦਗੀ ਜਾਂ ਮੇਰੇ ਵਾਸਤੇ ਲਾਗੂ ਨਹੀਂ ਹੁੰਦੀ ਇਹ ਗੱਲ। ਮੈਂ ਸੋਸ਼ਲ ਮੀਡੀਆ ਦੇ ਨਾ ਤੁਹਾਡਾ ਪ੍ਰੋਫਾਈਲ ਦੇਖਦੀ ਹਾਂ, ਅਤੇ ਕਮੈਂਟਸ ਦੇ ਵਿੱਚ ਵੀ ਅਕਸਰ ਲੋਕ ਇਹੀ ਪੁੱਛਦੇ ਹੁੰਦੇ ਨੇ ਵੀ ਬਾਈ ਤੇਰਾ ਦਿਲ ਟੁੱਟਿਆ ਕੀ ਹੈ? ਹਾਂ, ਇਹ ਜ਼ਿਆਦਾ, ਪਰ ਇੱਦਾਂ ਨਹੀਂ ਹੁੰਦਾ, ਕਿਉਂਕਿ ਕੋਈ ਕ੍ਰੀਏਟਿਵ ਬੰਦੇ ਵਾਸਤੇ ਵੀ ਇਹ ਚੀਜ਼ਾਂ, ਹਾਂ ਕੋਈ ਵਾਕਿਆ ਹੋਣੇ, ਹਾਦਸੇ ਹੋਣੇ ਜ਼ਿੰਦਗੀ 'ਚ, ਉਹਨੂੰ ਵਰਤ ਬਹੁਤ ਚੰਗੇ ਤਰੀਕੇ ਨਾਲ ਲੈਂਦਾ ਕ੍ਰੀਏਟਿਵ ਇਨਸਾਨ ਕੋਈ ਵੀ ਆ, ਚਾਹੇ ਉਹ ਸ਼ਾਇਰੀ ਲਿਖਦਾ ਹੋਵੇ, ਚਾਹੇ ਉਹ ਪੇਂਟਿੰਗ ਕਰਦਾ ਹੋਵੇ। ਅਤੇ ਪਰ ਇਹ ਗੱਲ ਨਹੀਂ ਹੁੰਦੀ ਕਿ ਉਹ ਵੀ ਦਿਲ ਤਾਂ ਹੋ ਸਕਦਾ ਵੀ ਜਿਵੇਂ ਮੇਰਾ ਤਾਂ ਚਲੋ ਇਹ ਜਿਹਾ ਕੋਈ, ਮੇਰੇ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਤੁਸੀਂ ਸੁਣੀ ਹੋਈ ਗੱਲ, ਮੇਰਾ ਤਾਂ ਜੁੜਿਆ ਹੀ ਹੋਇਆ ਦਿਲ, ਮਤਲਬ ਮੇਰਾ ਕਿਸੇ ਨਾਲੋਂ ਨਹੀਂ ਟੁੱਟਿਆ। ਚਲੋ ਜਿਨ੍ਹਾਂ ਦੇ ਟੁੱਟੇ ਵੀ ਆ ਫਿਰ ਉਹ ਸਾਰੇ ਲਿਖਣ ਥੋੜ੍ਹਾ ਲੱਗ ਗਏ ਜਾਂ ਕੁਛ ਐਸਾ ਸ਼ਾਇਰੀ ਕਰਨ ਲੱਗ ਗਏ, ਜਾਂ ਇਹ ਨਹੀਂ ਹੁੰਦੀ ਗੱਲ। ਤਾਂ ਕਰਕੇ ਕੁਦਰਤ ਨਹੀਂ ਹੁੰਦਾ ਇੱਕ ਕ੍ਰੀਏਟਿਵ ਇਨਸਾਨ, ਤਾਂ ਉਹਦੇ ਵਾਸਤੇ ਉਹ ਆਪਦੇ ਵਰਤ ਜ਼ਰੂਰ ਲੈਂਦਾ ਹਾਦਸੇ ਜਿਹੜੇ ਉਹਦੀ ਜ਼ਿੰਦਗੀ 'ਚ ਹੋਏ ਹੁੰਦੇ ਆ, ਪਰ ਉਹ ਤਾਂ ਨਹੀਂ, ਮਤਲਬ ਉਹ ਇਸ ਤਰ੍ਹਾਂ ਦਾ ਉਹ ਤਾਂ ਨਹੀਂ ਆਏ ਹਾਦਸੇ ਹੋਏ, ਇਹ ਐਂ ਨਹੀਂ ਹੈਗੀ ਗੱਲ, ਇਹ ਗਲਤ ਆ। ਮਤਲਬ ਵੀ ਮੈਨੂੰ ਵਧੀਆ ਨਹੀਂ ਲੱਗਦੀ ਇਹ ਗੱਲ। ਮੈਨੂੰ ਪੁੱਛਦੇ ਆ ਬਹੁਤ ਸਵਾਲ ਜਦੋਂ ਮਿਲਦੇ ਆ ਲੋਕ, ਤਾਂ ਉਦੋਂ ਵੀ ਮੇਰੇ ਨਾਲ ਵੀ ਮੈਨੂੰ ਵੇਖ ਕੇ ਐਂ ਕਰ ਲੈਂਦੇ ਆ ਕਿ ਇਹ ਬੰਦਾ ਜਿਵੇਂ ਬਹੁਤ ਦੁਖੀ ਹੁੰਦਾ, ਅਤੇ ਮਤਲਬ ਵੀ ਬਹੁਤ ਜ਼ਿਆਦਾ ਨਹੀਂ ਐਂ ਇਮੋਸ਼ਨਲੀ ਵੀ ਮੈਨੂੰ ਜਿਵੇਂ ਸਿੰਪਥੀ ਦਿੰਦੇ ਆ ਉਹ, ਵੀ ਕੋਈ ਗੱਲ ਨਹੀਂ ਜੇ ਵੀ ਹੈ ਨਾ। ਤਾਂ ਮੈਨੂੰ ਐਂ ਹੁੰਦਾ ਕਿ ਯਾਰ ਵੀ ਮੈਂ ਤਾਂ ਇਹ ਜਿਹੀ ਗੱਲ ਹੀ ਨਹੀਂ ਮੇਰੀ ਜ਼ਿੰਦਗੀ ਜਮਾਂ ਖੁਸ਼ ਹਾਂ ਹੈ ਨਾ। ਮੇਰੇ ਦੋਸਤ ਵੀ ਇਹ ਕਹਿੰਦੇ ਹੁੰਦੇ ਕਿ ਵੀ ਤੂੰ ਵੀ ਸਭ ਤੋਂ ਵੱਧ ਖੁਸ਼ ਜਾਂ ਨਜ਼ਾਰੇ ਲੈਣ ਵਾਲਾ ਬੰਦਾ ਹੈ ਨਾ, ਅਤੇ ਵੀ ਲੋਕਾਂ ਨੂੰ ਐਂ ਲੱਗਦਾ ਕਿ ਇਹ ਦੁਖੀ ਬਹੁਤ ਆ, ਅਤੇ ਐਸੀ ਬਿਲਕੁਲ ਨਹੀਂ ਗੱਲ ਹੈਗੀ ਜੀ। ਅਤੇ ਅਸਲ ਦੇ ਵਿੱਚ ਸੀਪਾ ਕਿਹੋ ਜਿਹਾ ਹੈ? ਜਿਹੋ ਜਿਹਾ ਪ੍ਰੋਫਾਈਲ 'ਤੇ ਦਿਖਦਾ ਉਹੋ ਜਿਹਾ ਨਹੀਂ, ਬਿਲਕੁਲ ਅਲੱਗ ਹੈ? ਨਹੀਂ, ਜ਼ਿਆਦਾਤਰ ਮਤਲਬ ਮੇਰਾ ਸੁਭਾਅ ਜਿਹੜਾ ਵੀ ਮੈਂ ਬੋਲਣ ਦਾ ਤਰੀਕਾ, ਜਾਂ ਮੈਂ ਬੋਲਦਾ ਬਿਲਕੁਲ ਉਵੇਂ ਹੀ ਆ ਸ਼ਾਇਰੀ ਜਿਵੇਂ ਮੈਂ ਵੈਸੇ ਗੱਲ ਕਰਦਾ ਹੁੰਦਾ। ਮੈਂ ਕੋਈ ਵੀ ਉਹਦੇ ਲਈ
ਖਾਸ ਨਹੀਂ ਐਂ ਕਰਦਾ ਕਿ ਸ਼ਾਇਰੀ ਐਂ ਬੋਲਣੀ ਆ ਅਤੇ ਮੈਂ ਗੱਲ ਇਸ ਤਰੀਕੇ ਨਾਲ ਕਰਦਾ ਹੈ ਨਾ। ਅਤੇ ਉਹ 'ਚ ਬਸ ਇਹੀ ਆ, ਤਾਂ ਕਰਕੇ ਉਹਦੇ ਵਿੱਚ ਕੋਈ ਅਤੇ ਸੁਭਾਅ ਪੱਖੋਂ ਇਹ ਗੱਲ ਆ ਕਿ ਮੈਂ ਜਿਵੇਂ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਆਪਣੇ ਕਿਤੇ ਨਾ ਕਿਤੇ ਅਨਕੌਂਸ਼ੀਅਸ ਜਾਂ ਰੂਹਾਨੀਅਤ ਤੌਰ 'ਤੇ ਬਾਹਰ ਆਈਆਂ ਹੁੰਦੀਆਂ, ਤਾਂ ਕਰਕੇ ਬਿਲਕੁਲ ਮੈਂ ਉੱਦਾਂ ਦਾ ਹੀ ਹਾਂ। ਅਤੇ ਜ਼ਿਆਦਾ ਵੀ ਮੈਂ ਮਿਲਣਸਾਰ ਨਹੀਂ ਹੈਗਾ, ਲੋਕਾਂ ਨੂੰ ਮਿਲਣਾ ਮੈਨੂੰ ਚੰਗਾ ਨਹੀਂ ਲੱਗਦਾ, ਜਾਂ ਕਿ ਨਵੇਂ ਬੰਦਿਆਂ ਨੂੰ ਮਿਲਣਾ ਬਹੁਤ ਔਖਾ ਹੋ ਜਾਂਦਾ ਮੇਰੇ ਲਈ ਕਿ ਮੈਂ ਕੀ ਗੱਲ ਕਰੂੰਗਾ ਜਾਂ ਮੈਂ ਕੀ ਕੁਛ ਵੀ, ਜਾਂ ਪ੍ਰੋਫੈਸ਼ਨ ਜੇ ਮੈਂ ਮਿਲਦਾ ਕੋਈ ਪ੍ਰੋਫੈਸ਼ਨਲੀ ਗੱਲ ਕਰਨੀ ਹੁੰਦੀ ਆ ਤਾਂ ਫਿਰ ਉਨੀ ਗੱਲ ਹੀ ਹੁੰਦੀ ਆ। ਉਸ ਤੋਂ ਬਾਅਦ ਮੈਂ ਮਤਲਬ ਆਪਦਾ ਜੇ ਕੋਈ ਹੋਰ ਇਹ ਗੱਲਾਂ ਇਹ ਕੰਮ ਮੇਰੇ ਜ਼ਿਆਦਾਤਰ ਮਤਲਬ ਮੇਰਾ ਦੋਸਤ ਹੀ ਸੰਭਾਲਦੇ ਆ, ਕਿਸੇ ਨੂੰ ਮਿਲਣਾ ਹੁੰਦਾ ਤਾਂ ਜਾਂ ਕੋਈ ਕੰਮ ਦੀ ਗੱਲ ਕਰਨੀ ਹੁੰਦੀ ਉਹੀ ਕਰਦੇ ਆ, ਮਤਲਬ ਮੈਂ ਤਾਂ ਸਿਰਫ ਕ੍ਰੀਏਟਿਵ ਕੰਮ 'ਤੇ ਧਿਆਨ ਦਿੰਦਾ ਜ਼ਿਆਦਾ, ਅਤੇ ਤਾਂ ਕਰਕੇ ਇਸ ਤਰੀਕੇ ਦਾ ਹੀ ਸੁਭਾਅ ਸੀ। ਅੱਜ ਕੱਲ੍ਹ ਕੀ ਕਰ ਰਹੇ ਹੋ? ਅਤੇ ਇੱਕ ਤਾਂ ਐਗਜ਼ਾਮਸ ਚੱਲ ਰਹੇ ਜਿਵੇਂ ਤੁਸੀਂ ਦੱਸਦਾ ਵੀ, ਅੱਗੇ ਕੀ ਪਲਾਨ ਹੈਗਾ? ਕਿਤਾਬ ਤੁਸੀਂ ਕਹਿ ਰਹੇ ਸੀਗੇ ਵੀ ਲਿਖ ਸਕਦਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ, ਕਿਸ ਚੀਜ਼ 'ਤੇ ਕੰਮ ਕਰ ਰਹੇ ਹੋ? ਹਾਂਜੀ, ਸ਼ਾਇਰੀ ਦੀ ਕਿਤਾਬ ਹੋਊਗੀ, ਪੋਇਟਰੀ ਹੋਊਗੀ ਉਹਦੇ ਵਿੱਚ, ਅਤੇ ਉਹ ਛਾਪ ਦਾਂਗੇ, ਮਤਲਬ ਛਪਵਾ ਲਾਂਗੇ ਕਿਸੇ ਤੋਂ, ਕਿਉਂਕਿ ਕਈਆਂ ਦੇ ਮੈਨੂੰ ਪਬਲਿਸ਼ਰ ਕਈ ਸੀਗੇ ਉਹਨਾਂ ਦੇ ਆਉਂਦੇ ਰਹੇ ਆ ਕਾਲ ਜਾਂ ਮੈਸੇਜ ਵਗੈਰਾ ਕਿ ਵੀ ਜਿਵੇਂ ਪਹਿਲਾਂ ਮੈਨੂੰ ਇਹ ਸੀਗਾ ਕਿ ਪੈਸੇ ਦੇਣੇ ਪੈਂਦੇ ਹੋਣਗੇ ਕਿਤਾਬ ਛਪਵਾਉਣ ਵਾਸਤੇ, ਅਤੇ ਮੈਂ ਕਿਹਾ ਵੀ ਆਪਾਂ ਕਿਉਂ ਪੈਸੇ ਲਾਉਣੇ ਆ ਕਿ ਜਦੋਂ ਆਪਣੀ ਸ਼ਾਇਰੀ ਲੋਕ ਹੀ ਸੁਣ ਰਹੇ ਆ। ਅਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਬਈ ਕਿੰਨੇ ਪੈਸੇ ਲੱਗਣਗੇ ਹੈ ਨਾ, ਵੀ ਤੁਸੀਂ ਕੀ ਹੁੰਦਾ ਹਿਸਾਬ ਕਿਤਾਬ, ਮੈਨੂੰ ਤਾਂ ਕੁਛ ਨਹੀਂ ਪਤਾ। ਤਾਂ ਉਹ ਕਹਿੰਦੇ ਵੀ ਅਸੀਂ ਮਤਲਬ ਪੈਸੇ ਨਹੀਂ ਲੱਗਦੇ ਇਹ ਚੀਜ਼ 'ਤੇ, ਵੀ ਵੈਸੇ ਹੀ ਛਾਪ ਦਾਂਗੇ। ਅਤੇ ਫਿਰ ਮੈਨੂੰ ਆਏ, ਮੈਂ ਕਿਹਾ ਵੀ ਕੋਈ ਇਹਨਾਂ ਨੂੰ ਕੁਛ ਤਾਂ ਹੋਊਗਾ ਵੀ ਮੈਂ ਹੈ ਨਾ, ਵੀ ਐਂ ਤਾਂ ਨਹੀਂ ਗੱਲ ਹੈਗੀ ਵੀ ਇਹਨਾਂ ਨੂੰ ਕੋਈ ਫਾਇਦਾ ਤਾਂ ਹੋਊਗਾ। ਫਿਰ ਉਹਨਾਂ ਨੇ ਸਮਝਾਈ ਮੈਨੂੰ ਗੱਲ, ਉਹ ਕਹਿੰਦੇ ਵੀ ਸਾਨੂੰ ਉਮੀਦ ਹੋਵੇ ਵੀ ਇਹਦੀ ਕਿਤਾਬ ਚੱਲ ਜੂਗੀ, ਜਾਂ ਪਹਿਲਾਂ ਜਿਹੜੇ ਵਧੀਆ ਰਾਈਟਰ ਸੀਗੇ ਕਹਿੰਦੇ ਉਹ ਪੈਸੇ ਨਹੀਂ ਦਿੰਦੇ ਹੁੰਦੇ ਸੀ ਕਿਤਾਬਾਂ ਦੇ, ਅਤੇ ਕਈ ਤਾਂ ਮਤਲਬ 2 ਪਬਲਿਸ਼ਰਾਂ ਤੋਂ ਖਾ ਜਾਂਦੇ ਹੁੰਦੇ ਸੀ ਪੈਸੇ, ਵੀ ਅਸੀਂ ਤੁਹਾਨੂੰ ਕਿਤਾਬ ਦੇਵਾਂਗੇ, ਪਹਿਲਾਂ ਹੀ ਲੈ ਲੈਂਦੇ ਸੀ ਪੈਸੇ। ਅਤੇ ਉਹ ਕਹਿੰਦੇ ਉਹ ਤਾਂ ਉਹਦੀ ਅਸੀਂ ਪੈਸੇ ਲੈ ਕੇ ਛਾਪਦੇ ਹਾਂ, ਜਾਂ ਅੱਜ ਕੱਲ੍ਹ ਪਬਲਿਸ਼ਰ ਵੀ ਜਿਹਦਾ ਐਂ ਹੁੰਦਾ ਕਿ ਵੀ ਇਹ ਚੱਲਣੀ ਨਹੀਂ ਗੀ, ਜਾਂ ਜਿਹੜੇ ਬੰਦੇ ਨੂੰ ਐਂ ਹੋਵੇ ਮੈਂ ਤਾਂ ਛਪਾਉਣੀ ਆ, ਅਤੇ ਤਾਂ ਮੇਰੇ ਵਾਸਤੇ ਵਧੀਆ ਗੱਲ ਸੀਗੀ ਕਿ ਉਹਨਾਂ ਨੂੰ ਯਕੀਨ ਹੈ ਇਸ ਗੱਲ 'ਤੇ ਕਿ ਵੀ ਇਹਦੀ ਪੜ੍ਹਨਗੇ ਜਾਂ ਦੇਖਣਗੇ ਹੈ ਨਾ, ਤਾਂ ਕਰਕੇ ਉਹ 'ਤੇ ਹੁਣ ਮੈਂ ਕੰਮ ਕਰ ਰਿਹਾ ਅਤੇ ਵਧੀਆ ਹੀ ਕਰਾਂਗੇ। ਅਤੇ ਇੱਕ ਗਾਣਿਆਂ 'ਚ ਵੀ ਗੱਲ ਸੁਣੀ ਦੀ ਆ, ਅਤੇ ਵੈਸੇ ਵੀ ਜਨਰਲੀ ਕਿਹਾ ਜਾਂਦਾ ਵੀ ਜਦੋਂ ਪਿੰਡਾਂ ਤੋਂ ਮੁੰਡੇ ਆਉਂਦੇ ਨੇ ਚੰਡੀਗੜ੍ਹ ਦੇ ਮਾਹੌਲ ਦੇ ਵਿੱਚ ਢਲ ਜਾਂਦੇ ਨੇ, ਉਹ ਸਾਦਗੀ ਚੰਡੀਗੜ੍ਹ ਖੋਹ ਲੈਂਦਾ, ਖੋਲ੍ਹੀ ਤੁਹਾਡੀ ਸਾਦਗੀ ਕੀ ਹਾਲੇ ਬਚੀ? ਨਹੀਂ, ਤੁਹਾਨੂੰ ਮਤਲਬ ਇਸ ਦੀ ਗੱਲ ਤਾਂ ਨਹੀਂ ਹੁੰਦੀ, ਇਹ ਪਤਾ ਨਹੀਂ ਕਿਉਂ ਇਹ ਗੱਲਾਂ ਮਤਲਬ ਹੁੰਦੀਆਂ, ਗੀਤਾਂ 'ਚ ਚਲੋ ਹੁੰਦਾ ਹੈ ਨਾ, ਉਹ ਮਾਹੌਲ ਅਲੱਗ ਹੁੰਦਾ, ਵੈਸੇ ਐ ਨਹੀਂ ਹੁੰਦਾ ਵੀ ਊਂ ਹੀ ਲੱਗਦਾ ਤੁਹਾਨੂੰ ਵੀ, ਜਾਂ ਕਿਸੇ ਨੂੰ ਵੀ ਕਿਆ ਹੁੰਦਾ। ਲੋਕ ਮੈਂ ਕਿੰਨੇ ਲੋਕਾਂ ਨੂੰ ਜਾਣਦਾ ਜਿਹੜੇ ਜਿਵੇਂ ਇੱਥੇ ਆਏ ਸੀਗੇ, ਉਹਨਾਂ ਨੂੰ 10-10 ਸਾਲ ਹੋ ਗਏ ਰਹਿੰਦੇ ਨੂੰ, ਉਵੇਂ ਹੀ ਆ ਸਭ ਕੁਝ, ਉਵੇਂ ਸੁਭਾਅ, ਉਵੇਂ ਗੱਲ ਕਰਨੀ, ਉਵੇਂ ਕਈ ਚੀਜ਼ਾਂ ਐਂ ਹੋ ਜਾਂਦੀਆਂ ਵੀ ਲੀੜੇ ਲੱਤੇ ਦਾ ਜ਼ਰੂਰ ਉਹ ਫਰਕ ਪੈ ਜਾਂਦਾ ਕਿ ਪਾਉਣ ਦਾ ਪੈਸੇ ਪੂਸਿਆਂ ਵਾਲਾ ਉਹਨੇ ਕੀ ਪਾਉਂਦਾ, ਪਰ ਐਂ ਹੁੰਦਾ ਵੀ ਕਿ ਉਹਨਾਂ ਨੂੰ ਸਿਸਟਮ ਆ ਜਾਂਦਾ ਕਿ ਆਹ ਰੰਗ ਨਾਲ ਆਹ ਰੰਗ ਪਾਉਣਾ, ਅਤੇ ਬਸ ਇੰਨਾ ਕੀ ਫਰਕ ਪੈਂਦਾ, ਉਹ ਵੀ ਬਾਹਰ ਨਹੀਂ ਦਿਖਦਾ, ਅੰਦਰੋਂ ਤਾਂ ਉਵੇਂ ਹੀ ਹੁੰਦਾ ਜੀ ਬੰਦਾ। ਮੇਰਾ ਤਾਂ ਨਹੀਂ ਫਰਕ ਪਿਆ ਇਸ ਗੱਲ ਦਾ ਬਿਲਕੁਲ ਵੀ, ਜਾਂ ਮੇਰੇ ਦੋਸਤਾਂ ਦਾ ਨਹੀਂ ਫਰਕ ਪਿਆ। ਅਤੇ ਉਰਦੂ ਦਾ ਡਿਪਲੋਮਾ ਵੀ ਕੀਤਾ ਹੈਗਾ ਤੁਸੀਂ? ਹਾਂਜੀ। ਅਤੇ ਉਹਦਾ ਕੀ ਕਾਰਨ ਸੀਗਾ ਬਈ ਕਿਉਂ ਉਸ ਨੂੰ ਸਿੱਖਣਾ ਜ਼ਰੂਰੀ ਸਮਝਿਆ? ਉਹ ਬਸ ਪਤਾ ਨਹੀਂ ਜੀ, ਨੈਚੁਰਲੀ ਸੀਗਾ ਕਿ ਮੈਨੂੰ ਇਹ ਉਰਦੂ ਜਦੋਂ ਮੈਂ ਸਿੱਖਦਾ ਸੀਗਾ ਉਸ ਦੌਰਾਨ ਵੀ ਸਾਰੇ ਪੁੱਛਦੇ ਸੀ ਕਿ ਤੂੰ 1 ਸਾਲ ਆਪਦਾ ਖਰਾਬ ਕਰ ਰਿਹਾ ਕਿ ਵੀ ਇਹਦੇ ਨਾਲ ਕੀ ਹੋ ਜਾਊਗਾ। ਕਈਆਂ ਨੂੰ ਇਹ ਸੀ ਕਿ ਤੂੰ ਪਟਵਾਰੀ ਲੱਗਣਾ ਤਾਂ ਸਿੱਖ ਰਿਹਾ, ਅਤੇ ਉਹ ਹਾਲਾਂਕਿ ਇੱਕ ਹਲਕਾ ਜਿਹਾ ਡਿਪਲੋਮਾ, ਉਹ ਮਤਲਬ ਸਰਟੀਫਿਕੇਟ ਕੋਰਸ ਹੀ ਕੀਤਾ ਮੈਂ ਤਾਂ, ਉਸ ਤੋਂ ਬਾਅਦ ਡਿਪਲੋਮਾ ਹੁੰਦਾ, ਤਾਂ ਕਰਕੇ ਉਹ ਤਾਂ ਇੱਕ ਜੈਸੇ ਸਿੱਖੀ ਜਾਂਦੀ ਹੈ ਚੀਜ਼, ਉਹ ਕੰਮ ਕੁੰਮ ਨਹੀਂ ਆਉਂਦਾ ਕਿਤੇ ਜੇ ਆਪਾਂ ਟੈਕਨੀਕਲੀ ਜੇ ਯੂਜ਼ ਕਰਨਾ ਹੋਵੇ। ਅਤੇ ਉਹ ਮੈਨੂੰ ਨਾ ਪਹਿਲਾਂ ਤੋਂ ਸੀਗਾ ਜੀ, ਜਿਹੜੇ ਉਰਦੂ ਦੇ ਕੁਛ ਜਿਵੇਂ ਸਿਆਦਤ ਹਸਨ ਮੰਟੋ, ਅਤੇ ਉਹਨਾਂ ਦੀਆਂ ਕਹਾਣੀਆਂ ਪੜ੍ਹੀਆਂ ਸੀਗੀਆਂ, ਉਦੋਂ ਮੈਨੂੰ ਲੱਗਿਆ ਸੀਗਾ ਕਿ ਮਤਲਬ ਇਹਨਾਂ ਨੂੰ ਮਤਲਬ ਉਰਦੂ ਸਿੱਖਣੀ ਚਾਹੀਦੀ ਆ। ਅਤੇ ਫਿਰ ਇੱਕ ਬੁੱਕ ਸੀਗੀ ਮੇਰਾ ਦਾਗਿਸਤਾਨ, ਉਹ ਰਸ਼ੀਅਨ ਕਿਤਾਬ ਆ, ਅਤੇ ਉਹ ਜਦੋਂ ਪੜ੍ਹੀ ਮੈਂ, ਅਤੇ ਉਹ ਮਤਲਬ ਵਧੀਆ ਸੀ। ਫਿਰ ਮੈਨੂੰ ਨਾ ਇਹ ਲੱਗਿਆ ਕਿ ਵੀ ਜੇ ਇਹੀ ਭਾਸ਼ਾ 'ਚ ਮਤਲਬ ਜਿਹੜੀ ਭਾਸ਼ਾ ਦੇ ਵਿੱਚ ਜਿਹੜੀ ਕਿਤਾਬ ਲਿਖੀ ਗਈ ਹੈ ਜਾਂ ਜਿਹੜੀ ਗੱਲ ਕਹੀ ਗਈ ਆ, ਉਸੇ 'ਚ ਹੀ ਬੰਦਾ ਉਹਨੂੰ ਪੜ੍ਹੇ ਤਾਂ ਉਹ ਵੱਧ ਨਜ਼ਾਰਾ ਆਉਂਦਾ, ਕਿਉਂਕਿ ਇੱਕ ਭਾਸ਼ਾ ਦਾ ਆਪਣਾ ਨਿੱਘ ਹੁੰਦਾ। ਹੁਣ ਮੈਂ ਜਿਹੜੀ ਗੱਲ ਸ਼ਾਇਰੀ 'ਚ ਜਾਂ ਪੰਜਾਬੀ 'ਚ ਕਹਿ ਰਿਹਾ ਤੁਹਾਨੂੰ, ਇਹ ਗੱਲ ਮੈਂ ਹਿੰਦੀ ਜਾਂ ਅੰਗਰੇਜ਼ੀ 'ਚ ਕਹਿਣੀ ਹੋਵੇ ਤਾਂ ਸ਼ਾਇਦ ਤੁਹਾਨੂੰ ਸੁਣਨ 'ਚ ਇੰਨਾ ਵਧੀਆ ਨਾ ਲੱਗੇ, ਜਾਂ ਮੈਨੂੰ ਦੱਸਣ 'ਚ ਇੰਨਾ ਵਧੀਆ ਨਾ ਲੱਗੇ।
ਤੇ ਹੁਣ ਰਸ਼ੀਅਨ ਤਾਂ ਮੈਂ ਨਹੀਂ ਸਿੱਖ ਸਕਦਾ ਸੀਗਾ ਕਿਉਂਕਿ ਉਹ ਬਹੁਤ ਕੀ ਪਤਾ ਕੀ ਹੋਊਗਾ ਹੈ ਨਾ, ਆਪਾਂ ਨੂੰ ਪਤਾ ਨਹੀਂ ਉਹਦੇ ਬਾਰੇ। ਤਾਂ ਉਰਦੂ ਆਪਣੇ ਦੇਸ਼ ਦੀ, ਹਿੰਦੁਸਤਾਨ ਦੀ ਭਾਸ਼ਾ, ਜੀ ਤੇ ਤਾਂ ਕਰਕੇ ਮੈਂ ਕਿਹਾ ਵੀ ਇਹ ਤਾਂ ਸਿੱਖ ਹੀ ਲੱਗੀ ਹੈ ਨਾ, ਤਾਂ ਕਰਕੇ ਜਿਹੜਾ ਉਰਦੂ ਦਾ ਲਿਟਰੇਚਰ ਆ ਉਹ ਫਿਰ ਉਰਦੂ 'ਚ ਹੀ ਪੜ੍ਹਾਂਗੇ, ਟਰਾਂਸਲੇਟ ਹੋਇਆ ਨਹੀਂ ਪੜ੍ਹਾਂਗੇ। ਇਸ ਕਾਰਨ ਕਰਕੇ ਸਿੱਖੀ ਸੀਗੀ, ਤੇ ਤਾਂ ਕਰਕੇ ਵਧੀਆ ਮਤਲਬ ਉਨੀ ਕੁ ਸਿੱਖ ਲਈ, ਉਨਾ ਕੁ ਪੜ੍ਹ ਲਈਦਾ, ਹੁਣ ਮਾੜਾ ਮੋਟਾ ਲਿਖ ਲਈਦਾ ਉਰਦੂ 'ਚ। ਤੇ ਜੇਕਰ ਮੈਂ ਗੱਲ ਕੀਤੀ ਜਾਵੇ ਲਿਖਣ ਤੋਂ ਇਲਾਵਾ ਕੀ ਕੀ ਸ਼ੌਂਕ ਨੇ ਤੇ ਕੀ ਕੀ ਪਸੰਦ ਹੈ ਕਰਨਾ? ਮਤਲਬ ਮੈਂ ਜੀ ਘੁੰਮਦਾ ਰਹਿਣਾ, ਜ਼ਿਆਦਾਤਰ ਘੁੰਮਣ ਦਾ ਕਾਫੀ ਬਹੁਤ ਜ਼ਿਆਦਾ ਸ਼ੌਕੀਨ ਆ। ਮਤਲਬ ਵੀ ਨਵੀਆਂ ਮਤਲਬ ਜਾਣਾ ਨਾ ਸ਼ਹਿਰਾਂ 'ਚ, ਅਤੇ ਜਾਂ ਪੁਰਾਣੀਆਂ ਬਿਲਡਿੰਗਾਂ ਬੁਲਡਿੰਗਾਂ ਹੁੰਦੀਆਂ ਜਿਹੜਾ ਹੈ ਨਾ, ਉਹ ਚੀਜ਼ਾਂ ਦੇਖਣੀਆਂ। ਮਤਲਬ ਜਿਹੜਾ ਪੁਰਾਣਾ ਜਿਹਾ ਸਿਸਟਮ ਆ, ਵੀ ਜਿਹੜੇ ਪੁਰਾਣੇ ਸ਼ਹਿਰ ਆ ਜਾਂ ਉਹਨਾਂ ਦੀਆਂ ਪੁਰਾਣੀਆਂ ਇਮਾਰਤਾਂ ਜਾਂ ਕੁਛ ਵੀ ਪੁਰਾਣਾ, ਉਹ ਜ਼ਿਆਦਾ ਦੇਖਣਾ, ਜਾਂ ਉਹ ਜਿਹੇ ਥਾਵਾਂ 'ਤੇ ਮਤਲਬ ਕੁਛ ਟਾਈਮ ਰਹਿਣਾ ਜਾਂ ਬੈਠਣਾ, ਉਹ ਚੀਜ਼ ਚੰਗਾ ਲੱਗਦਾ। ਅਤੇ ਬਾਕੀ ਪੜ੍ਹ ਲਈਦਾ ਕਦੇ ਕਦੇ ਜੀ, ਜਾਂ ਸਿਨੇਮਾ ਬਹੁਤ ਦੇਖਦਾ ਮੈਂ, ਮਤਲਬ ਨੈੱਟਫਲਿਕਸ ਜਾਂ OTT, ਮਤਲਬ ਜੋ ਵੀ ਪਲੇਟਫਾਰਮ ਹੈਗੇ ਆ, ਇਹਨਾਂ 'ਤੇ ਕੁਛ ਨਾ ਕੁਛ ਵਧੀਆ ਹੋਵੇ ਤਾਂ ਉਹ ਜ਼ਰੂਰ ਦੇਖੀਦਾ। ਅਤੇ ਬਾਕੀ ਮੈਂ ਫਿਲਮਾਂ ਵੀ ਲਿਖਦਾ ਜੀ, ਮਤਲਬ ਫਿਲਮੀ ਕਹਾਣੀਆਂ। ਅੱਛਾ, ਲਿਖ ਲੈਂਦੇ ਹੋ ਆਪ? ਹਾਂਜੀ, ਅਤੇ ਉਹ ਪਹਿਲਾਂ ਤਾਂ ਮੈਂ MA ਤੋਂ ਬਾਅਦ ਹੀ ਫੁੱਲ ਟਾਈਮ ਇਹ ਕੰਮ 'ਚ ਹੀ ਆਉਣਾ ਸੀਗਾ, ਕਿ ਫਿਰ ਮੈਨੂੰ ਐਂ ਸੀਗਾ ਕਿ MPhil ਕਰ ਲਈ ਜਾਵੇ ਨਾਲ, ਹੈ ਨਾ। ਅਤੇ ਹੁਣ ਫਿਰ MPhil ਦੀ ਪੜ੍ਹਾਈ ਕਰਕੇ ਮਤਲਬ ਲਿਖਦੇ ਤਾਂ ਚਲੋ ਰਹਿੰਦੇ ਹਾਂ, ਕੋਈ ਆਈਡੀਆ ਆਉਂਦਾ ਉਹ ਲਿਖ ਲਈਦਾ ਵੀ ਉਹਨੂੰ ਕਦੇ ਪੂਰਾ ਕਰਾਂਗੇ ਜਾਂ ਇਸ ਤਰੀਕੇ ਨਾਲ ਕਰਾਂਗੇ, ਪਰ ਉਵੇਂ ਫੁੱਲ ਟਾਈਮ ਨਹੀਂ ਦਿੱਤਾ ਜਾਂਦਾ। ਅਤੇ ਜੇ ਕਈ ਮਤਲਬ ਸਕ੍ਰਿਪਟਾਂ ਪੂਰੀਆਂ ਵੀ ਹੈਗੀਆਂ, ਕਹਾਣੀਆਂ ਪੂਰੀਆਂ ਲਿਖੀਆਂ ਹੋਈਆਂ, ਉਹ ਫਿਰ ਵੀ ਆਪਾਂ ਜਿਵੇਂ ਇਹ ਜਦੋਂ ਫੀਲਡ 'ਚ ਕੰਮ ਕਰਦੇ ਹਾਂ ਤਾਂ ਇਹ ਹੁੰਦਾ ਕਿ ਇਹਨਾਂ ਨੂੰ ਮਿਲਣਾ ਸੁਣਾਉਣਾ, ਤਾਂ ਉਵੇਂ ਸਰਕਲ ਜਿਹਾ ਬਣ ਜਾਂਦਾ। ਤਾਂ ਉਹ ਮੈਂ ਹਜੇ 'ਚ ਐਂਟਰੀ ਨਹੀਂ ਹੋਇਆ ਮੈਦਾਨ ਦੇ ਵਿੱਚ, ਤਾਂ ਕਰਕੇ ਉਹ ਮੇਰਾ ਉਵੇਂ ਵੀ ਨਹੀਂ ਹੈਗਾ। ਅਤੇ ਮੈਨੂੰ ਆਇਆ ਕਿ ਮੈਂ ਪੜ੍ਹਾਈ ਕਰਕੇ ਉਸ ਤੋਂ ਬਾਅਦ ਹੀ ਉੱਧਰ ਹੀ ਫੁੱਲ ਟਾਈਮ ਹੋ ਜਾਵਾਂਗੇ ਉੱਧਰ ਤੋਂ। ਹਾਂਜੀ। ਤੇ ਜਿਵੇਂ ਕਿ ਤੁਸੀਂ ਕਿਹਾ ਵੀ ਇਹ ਚੀਜ਼ ਨਹੀਂ ਹੁੰਦੀ ਵੀ ਜਿਹੜਾ ਵਧੀਆ ਲਿਖਦਾ ਉਹਦਾ ਦਿਲ ਵੀ ਟੁੱਟਿਆ ਹੋਵੇ। ਹਾਂਜੀ ਹਾਂਜੀ, ਇਹ ਨਹੀਂ ਹੁੰਦਾ, ਪਰ ਚੰਗਾ ਲਿਖਣ ਲਈ ਚੰਗਾ ਪੜ੍ਹਨਾ ਕਿੰਨਾ ਕੁ ਜ਼ਰੂਰੀ ਮੰਨਦੇ ਹੋ? ਮੈਨੂੰ ਐਂ ਲੱਗਦਾ ਕਿ ਤੁਹਾਡਾ ਖਿਆਲ ਵੱਡਾ ਹੁੰਦਾ ਜੀ। ਮੈਂ ਸਿਰਫ ਮੈਨੂੰ ਕੋਈ ਵੀ ਨਾ ਸ਼ਬਦ ਵੱਡੇ ਹੁੰਦੇ ਆ, ਨਾ ਤਰੀਕਾ ਵੱਡਾ ਹੁੰਦਾ, ਅਤੇ ਤੁਹਾਡਾ ਖਿਆਲ ਜਿੰਨਾ ਵੱਡਾ ਹੋਊਗਾ ਕਿਸੇ ਵੀ ਕ੍ਰੀਏਟੀਵਿਟੀ ਦੇ ਵਿੱਚ, ਅਤੇ ਉਹ ਕ੍ਰੀਏਟੀਵਿਟੀ ਉਨੀ ਵੱਡੀ ਬਣ ਜੂਗੀ। ਅਤੇ ਉਹ ਚਾਹੇ ਤੁਹਾਨੂੰ ਪੜ੍ਹਨ ਤੋਂ ਆ ਰਹੇ ਆਈਡੀਏ, ਅਤੇ ਚਾਹੇ ਉਹ ਤੁਹਾਨੂੰ ਵੈਸੇ ਹੀ ਆ ਰਹੇ ਆ, ਤਾਂ ਕਰਕੇ ਇਹ ਚੀਜ਼ ਜ਼ਰੂਰੀ ਨਹੀਂ ਹੈਗੀ। ਮਤਲਬ ਪੜ੍ਹਨਾ ਵੈਸੇ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ, ਪਰ ਜੇ ਤੁਹਾਨੂੰ ਵਧੀਆ ਹੀ ਹੋਵੇ ਇਹ ਵੀ, ਆਪਾਂ ਜੇ ਲਿਖਦੇ ਹਾਂ ਜਾਂ ਕੁਛ ਵੀ ਹੋਰ ਕੁਛ ਵੀ ਕਰਦੇ ਹਾਂ, ਤਾਂ ਵੀ ਜੇ ਆਪਾਂ ਉਹੀ ਪੜ੍ਹਾਂਗੇ ਇਹ ਜ਼ਰੂਰੀ ਨਹੀਂ ਹੈਗਾ ਉਹਦੇ ਲਈ। ਕਿਉਂਕਿ ਮੈਨੂੰ ਐਂ ਹੁੰਦਾ, ਮੈਂ ਜਦੋਂ ਵੀ ਕੋਈ ਚੀਜ਼ ਪੜ੍ਹਦਾ, ਮੈਂ ਸ਼ਾਇਰੀ ਤਾਂ ਪੜ੍ਹਦਾ ਹੀ ਨਹੀਂ ਹੈਗਾ। ਉਹਦਾ ਕਾਰਨ ਇਹ ਹੈ ਕਿ ਮੈਨੂੰ ਐਂ ਹੁੰਦਾ ਕਿ ਯਾਰ ਮੈਨੂੰ ਕਾਪੀ ਨਾ ਹੋ ਜਾਏ, ਜਾਂ ਹੈ ਨਾ ਕੋਈ ਅਨਕੌਂਸ਼ੀਅਸਲੀ ਅਨਕੌਂਸ਼ੀਅਸਲੀ ਆਪਣੇ ਅੰਦਰ ਬਹਿ ਜਾਂਦੀ, ਆਪਾਂ ਖੁਦ ਨੂੰ ਨਹੀਂ ਪਤਾ ਲੱਗਦਾ ਉਹ ਗੱਲ ਦਾ। ਜਾਂ ਕੋਈ ਵੀ ਨਾਵਲ ਪੜ੍ਹਦੇ ਹਾਂ ਤਾਂ ਜਿਹੜੀ ਮੈਨੂੰ ਐਂ ਕਈ ਵਾਰ ਹੁੰਦਾ ਕਿ ਯਾਰ ਆਹ ਚੀਜ਼ ਵੀ ਆ ਰਹੀ ਹੈ ਜਾਂ ਤੰਗ ਕਰ ਰਹੀ ਹੈ, ਕੋਈ ਗੱਲ ਇਹੋ ਜਿਹੀ ਹੋ ਜਾਂਦੀ ਆ, ਤਾਂ ਉਹ ਫਿਰ ਐਂ ਹੁੰਦਾ ਕਿ ਯਾਰ ਵੀ ਇਹ ਗੱਲ ਤਾਂ ਕਹੀ ਗਈ ਨਾ ਕਿਤਾਬ ਦੇ ਵਿੱਚ, ਇਹ ਨਹੀਂ ਕਰਨੀ ਹੈਗੀ। ਹਾਲਾਂਕਿ ਗੱਲਾਂ ਜੋ ਕੀਤੀਆਂ ਮੈਂ, ਉਹ ਵੀ ਕਈਆਂ ਹੀ ਗੱਲਾਂ ਪੁਰਾਣੀਆਂ ਹੀ ਆ, ਬਥੇਰੀ ਵਾਰੀ ਕਈਆਂ ਲੋਕਾਂ ਨੇ, ਹੈ ਨਾ। ਪਰ ਘੱਟੋ ਘੱਟ ਮੈਨੂੰ ਤਾਂ ਇਸ ਤਸੱਲੀ ਹੈ ਕਿ ਮੈਂ ਕਿਸੇ ਤੋਂ ਪ੍ਰਭਾਵਿਤ ਹੋ ਕੇ ਜਾਂ ਕਿਸੇ ਤੋਂ ਦੇਖ ਕੇ ਕੰਮ ਨਹੀਂ ਕੀਤਾ, ਮੈਂ ਆਪ ਕੀਤਾ, ਤਾਂ ਕਰਕੇ ਵੀ ਉਹ ਮੇਰਾ ਆਪਣਾ ਖਿਆਲ ਸੀਗਾ, ਅਤੇ ਤਾਂ ਹੀ ਮੈਂ ਉਹਨੂੰ ਵਧੀਆ ਪੇਸ਼ ਕਰ ਸਕਿਆ। ਬਸ ਐਡੀ ਕੁ ਗੱਲ ਹੀ ਹੈ ਇਸ ਚੀਜ਼ 'ਚ। ਤੇ ਹੁਣ ਰੀਸੈਂਟ ਕੀ ਪੜ੍ਹਿਆ ਹੈ, ਤੇ ਕੋਈ ਬੁੱਕ ਜਿਹੜੀ ਕੋਈ ਰეკਮੈਂਡ ਕਰਨਾ ਚਾਹੋ ਦਰਸ਼ਕਾਂ ਨੂੰ ਪੜ੍ਹਨ ਲਈ? ਮਤਲਬ ਮੈਨੂੰ ਰੋਮਾਂਟਿਕ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ ਜੀ। ਅਤੇ ਪੜ੍ਹਿਆ ਤਾਂ ਮੈਂ ਹੁਣ ਰੀਸੈਂਟਲੀ ਤਾਂ ਆਪਦੇ ਸਟੱਡੀ ਦਾ ਹੀ ਚੱਲ ਰਿਹਾ ਸੀ, ਕੋਈ ਉਵੇਂ ਨਹੀਂ ਪੜ੍ਹਿਆ, ਪਰ ਇੱਕ ਪੂਰਨਮਾਸ਼ੀ ਨਾਵਲ ਆ ਜਸਵੰਤ ਸਿੰਘ ਕੰਵਰ ਹੋਰਾਂ ਦਾ, ਰੋਮਾਂਟਿਕ ਨਾਵਲ ਆ ਉਹ, ਅਤੇ ਉਹ ਮਤਲਬ ਮੈਨੂੰ ਬਹੁਤ ਵਧੀਆ ਲੱਗਦਾ। ਮੈਂ ਜਿਹੜਾ ਵੀ ਮੈਨੂੰ ਪੁੱਛਦਾ ਵੀ ਕੁਛ ਪੜ੍ਹਨਾ ਮੈਂ, ਤਾਂ ਮੈਂ ਉਹਨੂੰ ਉਹੀ ਰੈਕਮੈਂਡ ਕਰਦਾ ਹੁੰਦਾ। ਅਤੇ ਇੱਕ ਮੈਂ ਨਾਲ ਉਹ ਵੇਖ ਰਿਹਾ ਕਿ ਮੇਰੇ ਪਾਸ ਤੁਮ ਹੋ, YouTube 'ਤੇ ਇੱਕ ਪਾਕਿਸਤਾਨ ਦਾ ਸੀਰੀਅਲ ਆ, ਉਹ ਵੀ ਰੋਮਾਂਟਿਕ ਆ, ਅਤੇ ਉਹ ਦੇਖ ਲੈਣ ਜੀ, ਉਹ ਵੀ ਵਧੀਆ। ਰੋਮਾਂਟਿਕ ਚੀਜ਼ਾਂ ਪੜ੍ਹਨੀਆਂ ਦੇਖਣੀਆਂ ਪਸੰਦ ਨੇ, ਤੇ ਗਾਣੇ ਕਿਹੋ ਜਿਹੇ ਸੁਣਦੇ ਹੋ ਤੇ ਕਿਹੋ ਜਿਹਾ ਮਿਊਜ਼ਿਕ ਸੁਣਨਾ ਪਸੰਦ ਕਰਦੇ ਹੋ? ਮਿਊਜ਼ਿਕ ਜੀ ਮਤਲਬ ਮੈਂ ਘੱਟ ਹੀ ਸੁਣਦਾ ਮਿਊਜ਼ਿਕ, ਜ਼ਿਆਦਾ ਨਹੀਂ। ਜਾਂ ਕਿਤੇ ਜੇ ਮੇਰੇ ਜਿਹੜੇ ਇੱਥੋਂ ਵਾਲੇ ਦੋਸਤ ਆ ਮੇਰੇ, ਜੇ ਇਹਨਾਂ ਨਾਲ ਕਿਤੇ ਜਾਣਾ ਹੋਵੇ ਤਾਂ ਵੀ ਅਸੀਂ ਗੱਡੀ 'ਚ, ਮਤਲਬ ਵੀ ਕਈ ਵਾਰੀ ਇੱਕ ਵਾਰੀ ਨਾ ਸਾਡੇ ਦਿੱਲੀ 2 ਗੇੜੇ ਲੱਗ ਗਏ, ਸੁਬਾਹ ਗਏ ਸ਼ਾਮ ਨੂੰ ਆ ਗਏ, ਅਤੇ ਉਸ 2-3 ਘੰਟਿਆਂ ਵਿੱਚ ਸਾਨੂੰ ਫਿਰ ਜਾਣਾ ਪੈ ਗਿਆ, ਕੋਈ ਜ਼ਰੂਰੀ ਕੰਮ ਸੀਗਾ। ਤਾਂ ਮੈਂ ਅਤੇ ਮੇਰੇ ਦੋਸਤ ਸੀਗਾ,
ਤੇ ਅਸੀਂ ਕੋਈ ਗਾਣਾ ਨਹੀਂ ਲਾਇਆ, ਗੱਲਾਂ ਹੀ ਕਰਦੇ ਆਏ। ਉਹ ਇੱਥੇ ਆ ਕੇ ਸਾਨੂੰ ਬਾਅਦ ਦੂਰੀ ਪਰ ਜਦੋਂ ਆਏ ਦੂਸਰੇ ਗੇੜੇ ਵੇਲੇ ਹੈ ਨਾ, ਸਾਨੂੰ ਫਿਰ ਪਤਾ ਲੱਗਿਆ ਕਿ ਆਪਾਂ ਯਾਰ ਗਾਣਾ ਲਾਇਆ ਹੀ ਨਹੀਂ ਕੋਈ। ਤੇ ਤਾਂ ਕਰਕੇ ਵੀ ਗੀਤ ਘੱਟ ਸੁਣਦਾ ਮੈਂ, ਪਰ ਜਦੋਂ ਵੀ ਸੁਣਦਾ ਤਾਂ ਉਹ ਮੂਡ 'ਤੇ ਡਿਪੈਂਡ ਹੁੰਦਾ ਜੀ। ਕਈ ਵਾਰੀ ਥੋੜ੍ਹਾ ਜਿਹਾ ਅਗਰੈਸਿਵ ਸੁਣੀਦਾ, ਕਈ ਵਾਰੀ ਟਰੰਮੇ ਜਿਹੇ ਵਾਲਾ, ਉਹ ਅਲੱਗ-ਅਲੱਗ ਮੂਡ ਵਾਸਤੇ ਹੁੰਦਾ। ਤਾਂ ਕਰਕੇ ਐਂ ਕੋਈ ਸਪੈਸੀਫਿਕ ਨਹੀਂ ਹੈਗਾ ਕਿ ਮੈਂ ਇਹੋ ਜਿਹਾ ਹੀ ਸੁਣਦਾ, ਇਹ ਨਹੀਂ ਹੈਗਾ, ਸਾਰੇ ਤਰ੍ਹਾਂ ਦਾ ਹੀ ਸੁਣ ਲਈਦਾ ਜਿਵੇਂ ਦਾ ਆਪਣਾ ਮੂਡ ਹੋਵੇ ਜੀ। ਤੇ ਜਦੋਂ ਪਹਿਲੀ ਵਾਰੀ ਘਰੇ ਕਿਹਾ ਸੀਗਾ ਵੀ ਮੈਂ ਜਾਣਾ ਆ ਚੰਡੀਗੜ੍ਹ, ਤੇ ਉਦੋਂ ਘਰਦਿਆਂ ਦਾ ਕੀ ਰਿਐਕਸ਼ਨ ਸੀ, ਤੇ ਹੁਣ ਜਦੋਂ ਰਿਸਪੌਂਸ ਵਧੀਆ ਮਿਲਣ ਲੱਗ ਗਿਆ, ਕੁਝ ਬਣਨ ਦੀ ਰਾਹ ਤੇ ਪੈ ਗਏ, ਤੇ ਉਹ ਦੋਵੇਂ ਰਿਐਕਸ਼ਨਸ ਦੇ ਵਿੱਚ ਕੀ ਫਰਕ ਆ? ਮਤਲਬ ਉਹਨਾਂ ਨੂੰ ਉਦੋਂ ਤਾਂ ਰਿਐਕਸ਼ਨ ਪਹਿਲਾਂ ਇਹ ਸੀਗਾ ਮੈਂ ਚੰਡੀਗੜ੍ਹ ਦੇ, ਉਹਨਾਂ ਨੇ ਕਿਹਾ ਨਹੀਂ ਜਾਣਾ, ਅਤੇ ਮਤਲਬ ਆਏ ਸੀਗਾ। ਅਤੇ ਹੁਣ ਉਹ ਆਪ ਜਿਵੇਂ ਮੈਂ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਘਰੇ ਕਹਿ ਸੀਗਾ ਕਿ ਹਾਲਾਂਕਿ ਉਦੋਂ ਤਾਂ ਮੈਂ ਪਬਲਿਕ ਡੋਮੇਨ ਦੇ ਵਿੱਚ ਵੀ ਨਹੀਂ ਸੀਗਾ ਸ਼ਾਇਰੀ ਨੂੰ ਲੈ ਕੇ ਜਾਂ ਆਪਣੇ ਕੰਮ ਨੂੰ, ਕ੍ਰੀਏਟਿਵ ਕੰਮ ਨੂੰ ਲੈ ਕੇ। ਅਤੇ ਮੈਂ ਉਦੋਂ ਕਿਹਾ ਸੀਗਾ ਕਿ ਮੈਂ ਵੀ ਗ੍ਰੈਜੂਏਸ਼ਨ ਕਰਨ ਗਿਆ ਸੀਗਾ ਕਿ ਹੁਣ ਮੈਂ ਇੱਥੇ ਲੱਗ ਜਾਣਾ ਕਿਤੇ ਵੀ ਤੁਸੀਂ ਦੱਸ ਦਿਓ। ਤਾਂ ਮੰਮਾ ਨੂੰ ਸੀਗਾ ਕਿ ਵੀ ਕੋਲੇ ਰਹੂਗਾ, ਉਹਨਾਂ ਨੂੰ ਇਹੀ ਹੁੰਦਾ ਕਿ ਚੰਗਾ ਖਾਓ, ਬਾਹਰ ਰਹਿੰਦੇ ਆ ਤਾਂ ਖਾਂਦੇ ਪੀਂਦੇ ਵਧੀਆ ਨਹੀਂ ਹੋਣੇ ਇਹ, ਜਾਂ ਕੁਆਲਿਟੀ ਵਾਲਾ ਫੂਡ ਨਹੀਂ ਹੁੰਦਾ ਬਾਹਰ, ਤਾਂ ਘਰ ਇਹੀ ਹੁੰਦਾ ਕਿ ਘਰੇ ਰਹਿ ਕੇ ਵਧੀਆ ਚੰਗਾ ਖਾਵਾਂਗੇ ਹੈ ਨਾ, ਵੀ ਮਤਲਬ ਖਾਏਗਾ ਤੂੰ ਤਾਂ ਇੱਥੇ ਰਹਿ ਲਾ। ਅਤੇ ਮੰਮਾ ਦਾਦਾ ਜੀ ਇਹ ਚੀਜ਼ ਤੋਂ ਖੁਸ਼ ਸੀਗੇ ਕਿ ਵੀ ਹੁਣ ਇਹਦੀ ਪੜ੍ਹਾਈ 3 ਸਾਲਾਂ ਦੀ ਪੂਰੀ ਹੋ ਗਈ, ਆ ਜਾਊਗਾ ਇਹ। ਪਰ ਪਾਪਾ ਨੇ ਇਹ ਚੀਜ਼ ਨਹੀਂ ਕੀਤੀ, ਉਹ ਕਹਿੰਦੇ ਵੀ ਤੂੰ ਵਾਪਸ ਵੀ ਚੰਡੀਗੜ੍ਹ ਹੀ ਪੜ੍ਹ ਲੈ, ਇੱਥੇ ਨਹੀਂ ਪੜ੍ਹਨਾ ਹੈਗਾ ਹੁਣ। ਅਤੇ ਕਿਉਂਕਿ ਉਦੋਂ ਹੀ ਮੇਰੇ 'ਚ ਸੁਧਾਰ ਆ ਗਈ ਸੀ ਇੱਕ ਤਰ੍ਹਾਂ ਦੇ, ਆਪਾਂ ਇਹ ਕਹਿ ਸਕਦੇ ਹਾਂ, ਜਾਂ ਉਹਨਾਂ ਨੂੰ ਇਹ ਲੱਗ ਗਿਆ ਕਿ ਸਹੀ ਹੈ ਇਹ, ਮਤਲਬ ਇੱਥੇ ਹੀ ਪੜ੍ਹਨਾ ਚਾਹੀਦਾ ਇਹਨੂੰ, ਕਿਉਂਕਿ ਆਪਣੇ ਪੰਜਾਬ ਨਾਲੋਂ ਚੰਡੀਗੜ੍ਹ ਦੀ ਐਜੂਕੇਸ਼ਨ ਦੀ ਕੁਆਲਿਟੀ ਦਾ ਬਹੁਤ ਫਰਕ ਆ। ਅਤੇ ਮੈਨੂੰ ਜਿਹੜੀ ਮੇਰੀ ਮਤਲਬ ਕ੍ਰੀਏਟਿਵ ਕੰਮ ਤੋਂ ਇਲਾਵਾ ਜੋ ਸੁਭਾਅ ਦੇ ਵਿੱਚ ਫਰਕ ਪਿਆ, ਉਹ ਐਜੂਕੇਸ਼ਨ ਦਾ, ਜਾਂ ਇੱਥੋਂ ਦੇ ਪ੍ਰੋਫੈਸਰਸ ਨੇ, ਉਹ ਮਤਲਬ ਆਪਾਂ ਨੂੰ ਨਿੱਜੀ ਲੈਵਲ 'ਤੇ ਗਾਈਡ ਕਰਦੇ ਆ, ਉਹ ਚੀਜ਼ ਦਾ ਬਹੁਤ ਅਸਰ ਰਹਿੰਦਾ ਜੀ ਆਪਣੀ ਜ਼ਿੰਦਗੀ 'ਚ। ਤੇ ਬਾਹਰ ਰਹਿ ਕੇ ਇੱਕ ਤਾਂ ਐਜੂਕੇਸ਼ਨ ਕਹਿ ਲਈ ਵੀ, ਇੱਕ ਪ੍ਰੋਫੈਸ਼ਨਲੀ ਤੁਸੀਂ ਸਿੱਖਿਆ, ਤੇ ਹੋਰ ਪਰਸਨਲੀ ਕੀ ਚੀਜ਼ਾਂ ਸਿੱਖੀਆਂ? ਜਿਵੇਂ ਤੁਸੀਂ ਕਿਹਾ ਵੀ ਬਾਹਰ ਰਹਿ ਕੇ ਖਾਣਾ ਵੀ ਖੁਣਾ ਵੀ ਸਾਰਾ ਕੁਝ ਆਪ ਕਰਨਾ ਪੈਂਦਾ, ਕੀ ਪਰਸਨਲ ਜ਼ਿੰਦਗੀ ਦੇ ਵਿੱਚ ਕੀ ਸਿੱਖ ਲਿਆ? ਰਹਿਣਾ ਸਹਿਣ ਦਾ ਕਾਫੀ ਚੀਜ਼ਾਂ ਹੁੰਦੀਆਂ ਜੀ, ਜਿਵੇਂ ਆਪਾਂ ਉਹ 'ਚ ਮਤਲਬ ਬਾਹਰ ਰਹਿ ਕੇ ਹੀ ਸਿੱਖੀਆਂ ਜਾ ਸਕਦੀਆਂ। ਜਿਵੇਂ 4 ਜਣਿਆਂ 'ਚ ਆਪਾਂ ਖਾਈ ਜਾਂਦੇ ਹਾਂ ਬੈਠੇ, ਤਾਂ ਕਿਵੇਂ ਤਰੀਕੇ ਨਾਲ ਖਾਣਾ ਆਪਾਂ, ਜਾਂ ਵੀ ਫੂਡ ਜੇ ਥੋੜ੍ਹਾ ਤਾਂ ਆਏ ਨਹੀਂ ਗਾ ਵੀ ਇਕੱਲੇ ਹੀ ਖਾ ਜਾਓ, ਜਿਵੇਂ ਘਰੇ ਤਾਂ ਜਿੰਨਾ ਆ ਗਿਆ ਤਾਂ ਖਾ ਜਾਓ, ਵੀ ਉਹ ਪਤਾ ਵੀ ਭਾਵੇਂ ਭੁੱਖੇ ਆ ਆਪਾਂ ਪਰ ਉਸ ਵੰਡ ਕੇ ਹੀ ਖਾਣੀ ਆ ਚੀਜ਼। ਜਾਂ ਕੋਈ ਵੀ ਚੀਜ਼ ਆ, ਮਤਲਬ ਜ਼ਿਆਦਾਤਰ ਇੱਥੇ ਵੰਡ ਕੇ ਚੱਲਦਾ ਹੈ ਨਾ। ਜਿਵੇਂ ਹੋਸਟਲ ਹੁੰਦੇ ਸੀਗੇ ਅਸੀਂ, ਅਤੇ ਹੋਸਟਲ ਦਾ ਕੱਪੜੇ ਵੀ ਇੱਕ ਦੂਜੇ ਦੇ ਮਤਲਬ ਸ਼ਰਟਾਂ ਸ਼ੂਟਾਂ ਸਾਡੀਆਂ ਵੀ, ਉਹ ਕਈ ਵਾਰੀ ਕਹਿੰਦੇ ਆਹ ਤੇ ਅੱਜ ਤੂੰ ਪਾਈ ਫਿਰਦਾ, ਆਹ ਪਾਈ ਫਿਰਦਾ ਨਾ, ਅਤੇ ਐਂ ਚੱਲਦਾ ਰਹਿੰਦਾ ਸੀਗਾ। ਅਤੇ ਮਤਲਬ ਇਸ ਚੀਜ਼ਾਂ ਨੇ ਜ਼ਿਆਦਾ ਪਿਆਰ ਕਰਨਾ ਹੀ ਸਿਖਾਇਆ, ਜਾਂ ਰਹਿਣਾ ਸਹਿਣਾ ਹੀ ਸਿਖਾਇਆ, ਜਾਂ ਕਿਸੇ ਨਾਲ ਕਿਵੇਂ ਵਿਚਰਨਾ ਆਪਾਂ ਜ਼ਿੰਦਗੀ 'ਚ, ਇਹ ਚੀਜ਼ ਬਾਹਰ ਰਹਿ ਕੇ ਪਤਾ ਲੱਗਦੀ ਆ। ਘਰੇ ਤਾਂ ਤੁਸੀਂ ਮਤਲਬ ਵੀ ਰਾਜੇ ਹੁੰਦੇ ਹੋ, ਬਾਹਰ ਤੁਹਾਨੂੰ ਬਹੁਤ ਚੀਜ਼ਾਂ ਧਿਆਨ ਰੱਖਣਾ ਪੈਂਦਾ, ਕਿਸੇ ਨੂੰ ਗੱਲ ਕਹਿਣੀ ਕਿਵੇਂ ਆ, ਸੁਣਨੀ ਕਿਵੇਂ ਆ, ਰਿਐਕਸ਼ਨ ਕੀ, ਮਤਲਬ ਰਿਐਕਟ ਕੀ ਕਰਨਾ, ਕਿਸੇ ਦੀ ਇਮੋਸ਼ਨਲ ਗੱਲ ਆ ਤਾਂ ਉਹਨੂੰ ਉਵੇਂ ਕਰਨਾ। ਜੇ ਕੋਈ ਚੁਟਕਲਾ ਸੁਣਾ ਰਿਹਾ ਤੁਹਾਨੂੰ ਹਾਸੀ ਨਹੀਂ ਆਈ ਤਾਂ ਕਈ ਵਾਰੀ ਹੱਸਣਾ ਹੀ ਪੈ ਜਾਂਦਾ ਵਾ। ਹਾਲਾਂਕਿ ਮੇਰੇ ਦੋਸਤ ਜਾਂ ਸਰਕਲ ਇਹੋ ਜਿਹਾ ਨਹੀਂ ਹੈਗਾ ਵੀ ਮੈਨੂੰ ਐ ਕਰ, ਤਾਂ ਕਰਕੇ ਉਹ ਇਹ ਚੀਜ਼ਾਂ ਦਾ, ਬਾਕੀ ਆਹੀ ਲੀਡ ਲੱਤਾਂ ਪਾਉਣਾ, ਰਹਿਣਾ ਸਹਿਣਾ, ਤੁਰਨਾ ਫਿਰਨਾ, ਖੜ੍ਹਨਾ ਬੈਠਣਾ, ਇਹ ਚੀਜ਼ਾਂ ਸਾਰੀਆਂ ਜਿਹੜੀਆਂ ਬੇਸਿਕ ਲਾਈਫ ਸਟਾਈਲ ਆ ਤੁਹਾਡਾ, ਜਿਹੜੀਆਂ ਤੁਹਾਨੂੰ ਜਿਉਣੀਆਂ ਹੀ ਪੈਣਗੀਆਂ। ਤੁਸੀਂ ਕੁਛ ਵੀ ਕਰੋ, ਠੀਕ ਹੈ, ਕੁਛ ਵੀ ਵੱਡੇ, ਭਾਵੇਂ ਤੁਸੀਂ PM ਹੋਵੋ, ਭਾਵੇਂ ਤੁਸੀਂ ਇੱਕ ਆਮ ਮਜ਼ਦੂਰ ਹੋਵੋ, ਉਹ ਚੀਜ਼ਾਂ ਤਾਂ ਤੁਹਾਨੂੰ ਕਰਨੀਆਂ ਹੀ ਪੈਣਗੀਆਂ। ਉਹ ਚੀਜ਼ਾਂ ਇਹ ਬਹੁਤ ਗੁੱਡ ਤਰੀਕੇ ਨਾਲ ਸਿੱਖ ਲੈਂਦਾ ਬੰਦਾ ਬਾਹਰ ਰਹਿ ਕੇ। ਸੋ ਬੜੀਆਂ ਸਿਆਣੀਆਂ ਜਿਹੀਆਂ ਗੱਲਾਂ ਕਰ ਲਈਆਂ ਨੇ ਇੰਟਰਵਿਊ ਦੇ ਵਿੱਚ, ਤੇ ਆਲਰੇਡੀ ਤੁਹਾਡੀ ਇਮੇਜ ਇਹੋ ਜਿਹੀ ਆ ਵੀ ਬੜੇ ਤੁਸੀਂ ਸੀਰੀਅਸ ਰਹਿੰਦੇ ਹੋ, ਤੇ ਹਾਲਾਂਕਿ ਤੁਸੀਂ ਕਿਹਾ ਵੀ ਰਿਐਲਿਟੀ ਥੋੜੀ ਜਿਹੀ ਵੱਖ ਹੈਗੀ ਆ। ਕਿਉਂਕਿ ਉਹਦਾ ਕਾਰਨ ਇਹ ਹੈ, ਮੈਂ ਤੁਹਾਨੂੰ ਇੱਕ ਮਿੰਟ ਗੱਲ ਕਰਦਾ, ਕਿਉਂਕਿ ਮੈਂ ਨਾ ਜਦੋਂ ਸਕ੍ਰਿਪਟ ਲਿਖਦਾ ਉਹ 'ਚ ਕਈ ਵਾਰੀ ਕੋਮੇਡੀ ਵੀ ਹੁੰਦੀ ਆ, ਤਾਂ ਮੈਂ ਉਹੋ ਜਿਹੀਆਂ ਚੀਜ਼ਾਂ ਵੀ ਮਤਲਬ ਮੈਂ ਹਰਕਤਾਂ ਕਰਦਾ ਰਹਿੰਦਾ, ਸ਼ਰਾਰਤਾਂ ਜਿਵੇਂ ਹੈ ਨਾ, ਅਤੇ ਜਾਂ ਮੈਂ ਆਪਣੇ ਦੋਸਤਾਂ ਦੀਆਂ ਚੀਜ਼ਾਂ, ਅਤੇ ਵੀ ਉਹ ਫਿਰ ਤਾਂ ਕਰਕੇ ਮੈਂ ਇਕੱਲੀ ਸ਼ਾਇਰੀ ਹੀ ਨਹੀਂ ਕਰਦਾ, ਮੈਂ ਉਹ ਵੀ ਲਿਖਦਾ, ਤਾਂ ਕਰਕੇ ਵੀ ਉਹਦੇ ਵਿੱਚ ਤਾਂ ਫਿਰ ਸਾਰੇ ਜ਼ੋਨ ਆ ਜਾਂਦੇ ਆ, ਸਾਰੇ ਆਪਣੇ ਇਮੋਸ਼ਨ ਆ ਜਾਂਦੇ ਆ। ਅਤੇ ਤਾਂ ਕਰਕੇ ਮੈਂ ਸਿਰਫ ਇਹੀ ਇਮੋਸ਼ਨ ਮੇਰੇ 'ਚ ਸਟਰੀਮ ਨਹੀਂ ਹੈਗਾ, ਮਤਲਬ ਜਾਂ ਐਕਸਟਰੀਮ ਲੈਵਲ 'ਤੇ ਇਹ ਨਹੀਂ ਹੈਗਾ, ਇਹ ਗੱਲ ਹੈ ਜੀ। ਤੇ ਮੈਂ ਇਹੀ ਕਹਿਣਾ ਚਾਹ ਰਹੀ ਸੀ ਵੀ ਇੱਕ ਇੱਦਾਂ ਦੀ ਇਮੇਜ ਜਿਹੜੀ ਉਹ ਬਣ ਗਈ ਆ, ਉਹ ਸ਼ਾਇਰੀ ਕਰਕੇ, ਤਾਂ ਇਹੋ ਜਿਹਾ ਕੋਈ ਕਿੱਸਾ ਹੋਸਟਲ ਲਾਈਫ ਦਾ ਜਾਂ ਕਾਲਜ ਲਾਈਫ ਦਾ ਬਈ ਜਿਹੜਾ ਤੁਹਾਨੂੰ ਲੱਗਦਾ ਹੈ ਵੀ ਇਹ ਬਹੁਤ ਫਨੀ ਹੋਇਆ ਸੀ ਸਾਡੇ ਨਾਲ, ਤੇ ਇਹ ਕੀ ਹੋਇਆ?
ਉਹ ਕਾਫੀ ਇਹੋ ਜਿਹੇ ਕਿੱਸੇ ਆ ਜੀ ਜਿਹੜੇ ਮਤਲਬ ਵੀ 2-3 ਹਾਂ ਕਈ ਤਾਂ ਮਤਲਬ ਮੈਂ ਕਈ ਤਾਂ ਦੱਸਣ ਯੋਗ ਵੀ ਨਹੀਂ ਹੈਗੇ, ਮਤਲਬ ਇਹੋ ਜਿਹੇ ਵੀ ਹੈਗੇ ਆ। ਤੇ ਇੱਕ ਨਾ ਮਤਲਬ ਉਸ ਦਿਨ ਨਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦਾ ਵਿਆਹ ਸੀ, ਮੇਰੇ ਤਾਂ ਯਾਦ ਆਇਆ ਇਹ। ਤੇ ਅਸੀਂ ਹੌਸਟਲ ਮਤਲਬ ਆਈ ਜਾਂਦੇ ਸੀਗੇ, ਸਾਡਾ ਐਕਸੀਡੈਂਟ ਹੋ ਗਿਆ ਸੀ ਯੂਨੀਵਰਸਿਟੀ ਦੇ ਵਿੱਚ। ਤੇ ਹਾਲਾਂਕਿ ਸਾਨੂੰ ਤਾਂ ਕੁਝ ਵੀ ਨਹੀਂ ਹੋਇਆ, ਗੱਡੀ ਸਾਰੀ ਭੰਨੀ ਗਈ ਸੀਗੀ, ਏਅਰ ਬੈਗ ਨਿਕਲ ਗਏ ਸੀਗੇ। ਤਾਂ ਮੇਰਾ ਇੱਕ ਫਰੈਂਡ ਸਨਰੂਫ 'ਚ ਖੜਾ ਹੈ ਨਾ, ਤੇ ਮੈਂ ਡਰਾਈਵ ਕਰ ਰਿਹਾ ਸੀਗਾ। ਤੇ ਵੀ ਇਹ ਕੋਈ ਉਵੇਂ ਕਿੱਸਾ ਨਹੀਂ ਹੈਗਾ, ਫਨੀ ਕਿੱਸਾ ਨਹੀਂ ਹੈਗਾ, ਬਟ ਵੀ ਯਾਦ ਰੱਖਣ ਯੋਗ ਹੈਗਾ, ਮਤਲਬ ਅਸੀਂ ਯਾਦ ਕਰ ਦਿੰਦੇ ਵੀ ਐਂ ਹੋ ਗਿਆ ਸੀਗਾ। ਤੇ ਉਦੋਂ ਸਿੱਧੂ ਮੂਸੇਵਾਲੇ ਦਾ ਗਾਣਾ ਆਇਆ ਸੀਗਾ ਜੀ ਕਿ ਜੱਟ ਦਾ ਮੁਕਾਬਲਾ ਨਹੀਂ ਹੁੰਦਾ। ਤੇ ਉਹ ਜਦੋਂ ਉਹਨੇ ਕਿਹਾ ਮਤਲਬ ਵੀ ਗੱਲ ਚੱਲੀ ਐਂ, ਕਹਿੰਦਾ ਵੀ ਖੁੱਲ੍ਹੇ ਜਿਗਰੇ ਤੇ ਖੁੱਲ੍ਹੀਆਂ ਜ਼ਮੀਨਾਂ ਵਾਲੇ ਆ ਹੈ ਨਾ, ਉਦੋਂ ਮੈਂ ਰੇਸ ਦੱਬ ਜੀ। ਉਸ ਤੋਂ ਬਾਅਦ ਏਅਰ ਬੈਗ ਹੀ ਮੂੰਹ 'ਤੇ ਆਏ ਮੇਰੇ ਹੈ ਨਾ, ਅਤੇ ਉਹ ਪਿਛਲੇ ਹੀ ਸਾਰੇ ਆਏ। ਤੇ ਉਹ ਗਾਂਹ ਮਤਲਬ ਗਾਂਹ ਵੀ ਗੱਡੀ ਆਉਂਦੀ ਸੀ, ਉਹ ਵੀ ਸ਼ਾਇਦ ਉਹੀ ਸੁਣੀ ਜਾਂਦਾ ਹੋਣਾ। ਉਹਨੇ ਕੋਈ ਬ੍ਰੇਕ ਨਹੀਂ ਵੱਜੇ, ਸਿੱਧੀਆਂ ਗੱਡੀਆਂ ਐ ਵੱਜੀਆਂ ਇੱਕ ਦੂਜੇ 'ਚ। ਤੇ ਮਤਲਬ ਅਸੀਂ ਨਿਕਲ ਆਏ ਹੈ ਨਾ, ਅਤੇ ਮੈਂ ਉਹਨਾਂ ਨੂੰ ਕੱਢ ਲਿਆ, ਹੋਰ ਸਮਾਨ ਜਿਹਾ ਸੀ ਉਹ ਸਿੱਟਤਾ ਸੀ ਗੱਡੀ 'ਚੋਂ ਕੱਢ ਕੇ। ਅਤੇ ਉਹ ਸਾਰੇ ਜਾਣਦੇ ਸੀ ਆਸੇ ਪਾਸੇ ਜਿਹੜੇ ਖੜ੍ਹੇ ਸੀ, ਉਹਨਾਂ ਨੇ ਆਖਿਆ ਵੀ ਆਹ ਹੈ ਨਾ, ਮੈਨੂੰ ਉਹ ਕਹਿੰਦੇ ਤੂੰ ਇੱਥੋਂ ਜਾ ਵੀ ਹੈ ਨਾ, ਵੀ ਕੋਈ ਚੱਕਰ ਨਾ ਪੈ ਜੇ, ਅਤੇ ਵੀ ਅਸੀਂ ਹੈਗੇ ਹਾਂ ਇੱਥੇ। ਤਾਂ ਮੇਰੇ ਨਾਲ ਸੀਗੇ ਜਿਹੜੇ ਫਰੈਂਡ, ਵੀ ਉਹਨਾਂ ਨੂੰ ਮੈਂ ਲੈ ਕੇ ਮੈਂ ਦੂਜਿਆਂ ਨੂੰ ਫੋਨ ਕਰਤਾ, ਮੈਂ ਕਿਹਾ ਵੀ ਇੱਥੇ ਆ ਜਾਓ, ਵੀ ਆਹ ਕੰਮ ਤਾਂ ਹੋ ਗਿਆ। ਅਤੇ ਉਸ ਤੋਂ ਬਾਅਦ ਮੈਂ ਮਤਲਬ ਹੋਸਟਲ ਜਾ ਕੇ ਜੈਕਟ ਜੂਕਟ ਚੇਂਜ ਕਰਕੇ ਉੱਥੇ ਵਾਪਸ ਆ ਗਿਆ। ਅਤੇ ਉਹ ਨਾ ਗੱਡੀ ਇੰਨੀਆਂ ਜ਼ਿਆਦਾ ਤੇਜ਼ ਸੀਗੀਆਂ ਕਿ ਉਹ ਘੁੰਮ ਗਈਆਂ ਐਂ, ਐਕਸੀਡੈਂਟ ਐਂ ਘੁੰਮ ਗਿਆ। ਉਹ ਹਾਲਾਂਕਿ ਕਸੂਰ ਤਾਂ ਦੋਨਾਂ ਦਾ ਹੀ ਸੀਗਾ, ਮਤਲਬ ਉਹਨੇ ਵੀ ਨਹੀਂ ਵੇਖਿਆ ਅਤੇ ਮੈਂ ਵੀ ਨਹੀਂ ਵੇਖਿਆ ਹੈ ਨਾ। ਅਤੇ ਪਰ ਉਹ ਉੱਥੇ ਜਿਹੜੇ ਹਿਸਾਬ ਨਾਲ ਉਹ ਘੁੰਮ ਕੇ ਖੜ੍ਹੀਆਂ ਸੀਗੀਆਂ ਗੱਡੀਆਂ, ਉਹ ਐਂ ਲੱਗਦਾ ਸੀਗਾ ਕਿ ਮੈਂ ਉਹਦੇ ਵਿੱਚ ਊਂ ਹੀ ਮਾਰੀ ਸਿੱਧੀ। ਅੱਛਾ। ਅਤੇ ਉੱਥੇ ਗਾਲਾਂ ਕੱਢੀਆਂ ਲੋਕਾਂ ਨੇ, ਆਏ ਨੇ ਮਾਰੀ ਆਹ ਬੰਦੇ ਨੇ ਹੈ ਨਾ, ਮੈਂ ਵੀ ਵਿਚਾਲੇ ਖੜਾ ਉਹਨਾਂ ਦੇ। ਅਤੇ ਮੈਂ ਕਿਹਾ ਯਾਰ ਆਹ ਹੈ ਨਾ ਯਾਰ ਜਮਾਂ ਹੀ ਚਲਾਉਣੀ ਨਹੀਂ ਆਉਂਦੀ ਲੋਕਾਂ ਨੂੰ ਗੱਡੀ। ਅਤੇ ਉਹ ਕਹਿੰਦੇ ਹੋਰ ਯਾਰ, ਕਹਿੰਦੇ ਵੀ ਮੰਡੀਰ ਖਰਾਬ ਕਰਦੀ ਹੈ ਯੂਨੀਵਰਸਿਟੀ, ਐਂ ਕਰਦੇ ਆ ਹੈ ਨਾ। ਅਤੇ ਫਿਰ ਉਹ ਕਹਿੰਦੇ ਇਹਨਾਂ ਨਾਲ ਤਾਂ ਕੁੜੀਆਂ ਵੀ ਸੀ ਬਾਈ, ਕਹਿੰਦਾ ਮੈਂ ਵੇਖਿਆ, ਮੈਂ ਉਹਦੇ ਵਿੱਚ ਬੈਠਾ, ਕੋਈ ਕੁੜੀ ਨਹੀਂ ਸੀਗੀ, ਅਸੀਂ ਤਾਂ 3 ਮੁੰਡੇ ਸੀ। ਮੈਂ ਕਿਹਾ ਯਾਰ ਮੈਨੂੰ ਲੱਗਦਾ ਨਹੀਂ, ਕੁੜੀਆਂ ਨਹੀਂ ਸੀਗੀਆਂ, ਵੀ ਮੁੰਡੇ ਜਿਹੇ ਸੀਗੇ, ਮੈਂ ਵੀ ਵੇਖੇ ਆ ਹੈ ਨਾ। ਅਤੇ ਐਂ ਜੇ ਹੋਇਆ। ਅਤੇ ਉਸ ਤੋਂ ਬਾਅਦ ਉਹ ਕੁਛ ਪਾਰਟੀ ਵਾਲੇ ਇੱਕ ਹੈ ਨਾ, ਉਹ ਉੱਥੇ ਊਂ ਹੀ ਰੌਲਾ ਪਾਉਣ ਲੱਗ ਗਏ ਵੀ ਯੂਨੀਵਰਸਿਟੀ ਗੱਡੀਆਂ ਬੰਦ ਕਰਾਓ, ਇਹ ਬੰਦ ਕਰਾਓ। ਅਤੇ ਫਿਰ ਮੇਰੇ ਉਹ ਵੀ ਯਾਦ ਸੀ, ਫਿਰ ਉਹ ਤਾਂ ਚਲੋ ਉਹਨਾਂ ਨਾਲ ਅਸੀਂ ਬਾਅਦ 'ਚ ਗੱਲ ਕੀਤੀ। ਪਰ ਇਹ ਇਹੋ ਜਿਹਾ ਕਿੱਸਾ ਵੀ ਜਿਹੜੇ ਸਾਡੇ ਸਾਰਿਆਂ ਦੇ ਯਾਦ ਆ। ਅਤੇ ਅਸੀਂ ਉਵੇਂ 2-3 ਦਿਨ ਇਸ ਕੰਮ 'ਚ ਲੰਘ ਗਏ, ਸਾਡੇ ਰਾਜੀ ਰੂਜੀ ਨਾਵਾਂ ਹੋਇਆ ਫਿਰ। ਅਤੇ ਤਾਂ ਕਰਕੇ ਐਸੇ ਜਿਵੇਂ ਵੱਡਾ ਕਿੱਸਾ ਵੀ ਅਸੀਂ ਵੀ ਕਾਫੀ ਨੁਕਸਾਨ ਕਰਾ ਲਿਆ ਸੀ ਆਪਦਾ। ਤਾਂ ਕਈ ਕਿੱਸੇ ਇਹੋ ਜਿਹੇ ਹੈਗੇ ਆ ਹੋਰ ਵੀ, ਹੁਣ ਐਂ ਆਪਣੇ ਆਪ ਯਾਦ ਆ ਜਾਂਦੇ। ਹੁਣ ਐਂ ਵੀ ਕਿਹੜਾ ਦੱਸਾਂ, ਮੈਂ ਕਿਹੜਾ ਨਾ ਦੱਸਾਂ, ਇਹ ਡਿਸਾਈਡ ਨਹੀਂ ਕਰ ਪਾ ਰਿਹਾ। ਵਿੱਚ ਤਾਂ ਪਰ ਇੱਕ ਚੀਜ਼ ਜ਼ਰੂਰ ਆ ਵੀ ਜਿਨ੍ਹਾਂ ਨੇ ਉਸ ਟਾਈਮ ਉਹ ਐਕਸੀਡੈਂਟ ਦੇਖਿਆ ਹੁਣ ਉਹਨਾਂ ਨੂੰ ਕਲੀਅਰ ਹੋ ਜਾਣੀ ਇਹ ਹੁੰਦਾ ਸੀ ਉੱਥੇ। ਨਹੀਂ ਹਾਂ, ਯੂਨੀਵਰਸਿਟੀ ਇਹ ਮਤਲਬ ਉਦੋਂ ਪਤਾ ਹੀ ਸੀਗਾ, ਕਿਉਂਕਿ ਉਹ ਮੈਨੂੰ ਕਾਫੀ ਬਾਅਦ 'ਚ ਮਿਲਦੇ ਰਹੇ ਵੀ ਤੂੰ ਉਦੋਂ ਵੀ ਮਿੰਟ 'ਚ ਹੀ ਭੱਜ ਗਿਆ, ਕਹਿੰਦੇ ਕਿੱਥੇ ਸੀ ਨਾ। ਅੱਛਾ। ਅਤੇ ਉਹਨਾਂ ਨੂੰ ਪਤਾ ਹੀ ਹੈ ਮਤਲਬ ਯੂਨੀਵਰਸਿਟੀ ਵਾਲਿਆਂ ਨੂੰ ਜ਼ਿਆਦਾਤਰ ਤਾਂ। ਅਤੇ ਹੋਰ ਦਰਸ਼ਕਾਂ ਲਈ ਕੋਈ ਇਹੋ ਜਿਹਾ ਸੁਨੇਹਾ ਜਿਹੜਾ ਤੁਸੀਂ ਆਪਣੇ ਵੱਲੋਂ ਦੇਣਾ ਚਾਹੋ? ਬਸ ਦਾ ਕੁਛ ਨਹੀਂ ਜੀ, ਮੈਨੂੰ ਐਂ ਲੱਗਦਾ ਹੁੰਦਾ ਕਿ ਮੈਂ ਹਜੇ ਸੁਨੇਹੇ ਦੇਣ ਵਾਲਾ ਨਹੀਂ ਹੋਇਆ, ਜਾਂ ਉਵੇਂ ਇੰਨੇ ਸਿਆਣੇ ਨਹੀਂ ਹੈਗੇ। ਤਾਂ ਸਾਰੇ ਸਿਆਣੇ ਆ ਜੀ, ਅਤੇ ਜਿਹਨੂੰ ਚੰਗਾ ਲੱਗਦਾ ਉਵੇਂ ਕਰੇ, ਅਤੇ ਜਿੱਥੋਂ ਉਹਨੂੰ ਖੁਸ਼ੀ ਮਿਲਦੀ ਆ ਉਹ ਕਰੇ, ਅਤੇ ਐਸਾ ਕੋਈ ਕੰਮ ਨਾ ਕਰੇ ਜਿਹਦੇ ਨਾਲ ਕਿਸੇ ਦਾ ਦਿਲ ਦੁਖੇ। ਅਤੇ ਬਾਕੀ ਆਪਣੀ ਪਰਿਵਾਰ ਦੀ, ਆਪਣੀ ਸਟੇਟ ਦੀ, ਦੇਸ਼ ਦੀ, ਸਾਰੀ ਦੁਨੀਆ ਦਾ ਜਿੰਨਾ ਕੁ ਵੀ ਧਿਆਨ ਰੱਖਿਆ ਜਾ ਸਕਦਾ ਕਿਸੇ ਵੀ ਤਰੀਕੇ, ਉਵੇਂ ਜ਼ਰੂਰ ਰੱਖੇ ਹਰੇਕ ਬਸ। ਅੱਛਾ, ਚੰਡੀਗੜ੍ਹ 'ਤੇ ਜਿਹੜੇ ਗਾਣੇ ਬਣਦੇ ਨੇ, ਚੰਡੀਗੜ੍ਹ ਦੀ ਫਿਲਮਾਂ 'ਚ ਦਿਖਾਇਆ ਜਾਂਦਾ ਵੀ ਬੜਾ ਇੱਕ ਵਧੀਆ ਲਾਈਫ ਸਟਾਈਲ ਦਿਖਾਇਆ ਜਾਂਦਾ, ਜਿਸ ਨੂੰ ਵੇਖ ਕੇ ਬੱਚੇ ਅਟਰੈਕਟ ਹੁੰਦੇ ਨੇ, ਇੱਥੇ ਪੜ੍ਹਨ ਆਉਂਦੇ ਨੇ। ਤੁਹਾਨੂੰ ਕਿਸ ਚੀਜ਼ ਨੇ ਅਟਰੈਕਟ ਕੀਤਾ ਸੀ ਇੱਥੇ ਆਉਣ? ਪਤਾ ਨਹੀਂ ਜੀ, ਮਤਲਬ ਅਨਕੌਂਸ਼ੀਅਸਲੀ ਕਿਉਂ ਇਹ ਸੀਗਾ ਕਿ ਮੈਂ ਉੱਥੇ ਪੜ੍ਹਨਾ। ਸ਼ਾਇਦ ਇਹ ਵੀ ਚੀਜ਼ਾਂ ਹੋ ਸਕਦੀਆਂ, ਆਪਣਾ ਗਾਣਿਆਂ ਦਾ ਅਸਰ ਜਾਂ ਫਿਲਮਾਂ ਕਰਕੇ। ਅਤੇ ਜ਼ਰੂਰ ਇਸ ਚੀਜ਼ ਦਾ ਅਸਰ ਹੋਊਗਾ, ਪਰ ਉਹ ਮੇਰੇ ਇੱਕ ਵੇ 'ਚ ਤਾਂ ਪੋਜ਼ੀਟਿਵ ਹੀ ਹੋਇਆ। ਪਰ ਅਨਕੌਂਸ਼ੀਅਸਲੀ ਕੋਈ ਖਾਸ ਗੱਲ ਨਹੀਂ ਸੀਗੀ ਇਹ ਕਿ ਇਸ ਗੱਲ ਕਰਕੇ ਮੈਂ ਜਾਣਾ, ਜਾਂ ਇੱਥੋਂ ਹੀ ਵੇਖ ਕੇ, ਜਾਂ ਇੱਥੋਂ ਸਿੱਖ ਕੇ, ਜਾਂ ਇਹਨੂੰ ਕਿਸੇ ਤੋਂ ਮੁਤਾਸਰ ਹੋ ਕੇ ਮੈਂ ਇਹ ਕੰਮ ਕੀਤਾ। ਪਰ ਊਂ ਜੇ ਸੀਗਾ ਇੱਕ ਸ਼ਾਇਦ ਗਾਣਿਆਂ ਦਾ ਹੀ ਅਸਰ ਹੋਊਗਾ ਜ਼ਰੂਰ। ਅਨਕੌਂਸ਼ੀਅਸਲੀ ਕੰਮ ਕਰਦੇ ਗਾਣੇ, ਜਾਂ ਕੋਈ ਵੀ ਮਿਊਜ਼ਿਕ ਜਾਂ ਫਿਲਮਾਂ,
ਤਾਂ ਉਦੋਂ ਕਾਫੀ ਫਿਲਮਾਂ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਚੰਡੀਗੜ੍ਹ ਜਾਂ ਯੂਨੀਵਰਸਿਟੀ ਲਾਈਫ 'ਤੇ ਬੇਸਿਸ ਸੀਗੀਆਂ, ਤਾਂ ਉਹਨਾਂ ਦਾ ਵੀ ਅਸਰ ਹੋ ਸਕਦਾ ਜੀ। ਕਾਫੀ ਚੀਜ਼ਾਂ ਅਸੀਂ ਗਾਣੇ ਵਾਲੇ ਦੇਖਦੇ ਹਾਂ ਵੀ ਉਹਦੇ ਵਿੱਚ ਦਿਖਾਇਆ ਜਾਂਦਾ ਵੀ ਸਟੂਡੈਂਟ ਆ ਕਰਦੇ ਨੇ, ਇੱਥੇ ਆ ਕੇ ਮੁੰਡੇ ਕਰਦੇ ਆ, ਉਹ ਕਰਦੇ ਆ, ਤੇ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਚੀਜ਼ਾਂ ਜਿਹੜੇ ਬੱਚੇ ਚੰਡੀਗੜ੍ਹ ਆਉਣ ਦਾ ਸੁਪਨਾ ਦੇਖਦੇ ਨੇ ਉਹਨਾਂ ਦੇ ਮਾਪਿਆਂ ਨੂੰ ਡਰਾ ਦਿੰਦੀਆਂ ਨੇ ਵੀ ਅਸੀਂ ਨਹੀਂ ਭੇਜਣਾ ਉੱਥੇ, ਤਾਂ ਆ ਕੁਛ ਚੱਲੀ ਜਾਂਦਾ? ਬਿਲਕੁਲ ਜੀ, ਪੋਜ਼ਿਟਿਵਿਟੀ ਉਨੀ ਕੰਮ ਨਹੀਂ ਕਰਦੀ ਇਸ ਮਾਮਲਿਆਂ 'ਚ ਜਿੰਨੀ ਨੈਗੇਟਿਵਿਟੀ। ਗਲਤ ਇੱਕ ਹੋਊਗਾ ਤੇ ਸਹੀ 99 ਹੋਣਗੇ, ਉਹ 99 ਨਹੀਂ ਦਿਖਣਗੇ, ਠੀਕ ਆ, ਇੱਕ ਹੀ ਐਂ ਕਹਣਗੇ ਵੀ ਉਹ ਖਰਾਬ ਹੋ ਗਿਆ। ਤੇ ਤਾਂ ਕਰਕੇ ਇਹ ਚੀਜ਼ ਬਿਲਕੁਲ ਅਸਰ ਕਰਦੀ ਆ। ਪਰ ਇੱਦਾਂ ਹਰੇਕ ਦੇ ਇੰਡੀਵਿਜੂਅਲੀ ਇਹ ਆਪਣੇ ਆਪ 'ਚ ਉਹ ਹੁੰਦਾ ਕਿ ਐਂ ਨਹੀਂ ਹੈਗਾ ਕਿ ਕਿਸੇ ਕਰਕੇ, ਜਿਵੇਂ ਮੇਰੇ ਪੇਰੈਂਟਸ ਨੂੰ ਐਂ ਨਹੀਂ ਹੈਗਾ ਤੇ ਕੋਈ ਸੋਚਦਾ ਵੀ ਉੱਥੇ ਇਹ ਹੋਈ ਜਾਂਦਾ, ਤਾਂ ਉਹ ਤਾਂ ਕਰਕੇ ਉਹਨਾਂ ਨੂੰ ਇਹੀ ਹੈ ਕਿ ਉਹ ਆਪਣੇ ਆਪ 'ਤੇ ਯਕੀਨ ਰੱਖਣ, ਜਾਂ ਆਪਣੇ ਜਿਹਨੇ ਭੇਜਣਾ ਜਵਾਕ ਇੱਥੇ ਹੈ ਨਾ, ਤਾਂ ਉਹਨੂੰ ਆਪਣੇ ਬੱਚੇ ਬਾਰੇ ਪਤਾ ਹੋਣਾ ਚਾਹੀਦਾ। ਜੇ ਕੋਈ ਜਿਵੇਂ ਮੇਰੇ ਵੱਲ ਤਾਂ ਬੜਾ ਰਿਸਕ ਸੀ, ਮੈਂ ਉੱਥੇ ਸਹੀ ਨਹੀਂ ਸੀਗਾ, ਤਾਂ ਉਹਨੂੰ ਸੀਗਾ ਕਿ ਉੱਥੇ ਵੀ ਸ਼ਾਇਦ ਇਹੋ ਜਿਹਾ ਕੁਛ ਹੀ ਕਰੇ ਹੈ ਨਾ। ਤੇ ਪਰ ਜਿਹੜਾ ਜਵਾਕ ਸਿਆਣਾ ਉਹਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ ਜੇ ਇੱਥੇ, ਕਿਉਂਕਿ ਫ਼ਰਕ ਹੈਗਾ ਇਸ ਚੀਜ਼ ਦਾ, ਮਾਹੌਲ ਦਾ। ਇੱਕ ਦਰਖਤ ਬਹੁਤ ਹੈ ਜੀ ਚੰਡੀਗੜ੍ਹ, ਤੇ ਬੰਦੇ ਨੂੰ ਆਕਸੀਜਨ ਦੇ ਸਾਹ ਸੌਖਾ ਆਵੇ ਤਾਂ ਉਹੀ ਸੌਖਾ ਰਹਿੰਦਾ ਹੈ ਨਾ। ਤੇ ਮਤਲਬ ਕੁਦਰਤ ਨਾਲ ਜੁੜਿਆ ਰਹਿੰਦਾ। ਇਸ ਮੈਂ ਚੀਜ਼ ਜ਼ਰੂਰ ਫ਼ਰਕ ਦੇਖਦਾ। ਜਾਂ ਕਈ ਹੋਰ ਸਾਇੰਸ ਵਾਲੇ ਸਾਡੇ ਦੋਸਤ ਹੁੰਦੇ ਆ ਹੈ ਨਾ, ਤਾਂ ਪਲਾਂਟ ਵਾਲੇ ਤੇ ਬੋਟਨੀ ਦੇ ਜਾਂ ਇਸ ਸਭ ਦੇ, ਤਾਂ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਇਸ ਚੀਜ਼ ਦਾ ਨਾ ਅਸਰ ਵੱਧ ਰਹਿੰਦਾ, ਐਕਟਿਵ ਵੱਧ ਰਹਿੰਦੇ ਆਪਾਂ, ਜਾਂ ਚੰਡੀਗੜ੍ਹ ਦੇ ਵਿੱਚ ਵੱਧ ਐਕਟਿਵ ਰਹਿੰਦੇ ਕਿਉਂਕਿ ਦਰਖਤ ਜ਼ਿਆਦਾ ਹੈ ਇੱਥੇ, ਜਾਂ ਫੁੱਲ ਬੂਟੇ ਰੰਗ ਬਰੰਗੀਆਂ ਉਹ ਸਭ 'ਚ ਫਿਰਦੇ ਰਹਿਣਾ, ਤਾਂ ਉਹ ਸਾਡੇ ਜਿਹੜੇ ਮਨ 'ਤੇ ਵੱਧ ਅਸਰ ਕਰਦੇ ਆ, ਉਹਨੂੰ ਐਕਟਿਵ ਰੱਖਦੇ ਆ ਸਭ ਕੁਛ ਕਾਸੇ ਨੂੰ ਹੈ ਨਾ। ਇਹ ਚੀਜ਼ਾਂ ਹੈਗੀਆਂ। ਕੋਈ ਸ਼ਾਇਰੀ ਜਿਹੜੀ ਹਾਲੇ ਨਹੀਂ ਸੋਸ਼ਲ ਮੀਡੀਆ ਤੇ ਪਾਈ ਹੈਗੀ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋਗੇ? ਉਹ ਸ਼ਾਇਦ ਮੇਰੇ 2-3 ਸ਼ੇਅਰ ਯਾਦ ਆ। ਉਹ ਹੈਗੀ ਤਾਂ ਇੱਕ ਸ਼ਾਇਰੀ, ਮਤਲਬ ਉਹ ਸ਼ਾਇਦ ਇੰਟਰਵਿਊ ਪਾਉਣ ਤੋਂ ਪਹਿਲਾਂ ਪਾ ਜਾਂਦੇ ਕਿ ਅਸੀਂ ਹੈ ਨਾ, ਤਾਂ ਕਰਕੇ ਮੈਂ ਕਿਹਾ ਉਹ ਹੈਗੀ ਹੈ ਕਿ ਉਹ ਮਤਲਬ ਨਾ ਮੇਰੇ ਦੋਸਤਾਂ ਨੇ ਕਿਹਾ ਸੀ ਵੀ ਕਿ ਆਪਾਂ ਨਾ ਆਪਣੇ ਕਮਰੇ ਬਾਰੇ ਕੋਈ ਗੱਲ ਨਹੀਂ ਹੋਈ ਤੇ ਵੀ ਇਹਦੇ ਬਾਰੇ ਕਦੇ ਗੱਲ ਆਪਾਂ ਕਰਾਂਗੇ ਹੈ ਨਾ। ਮੈਨੂੰ ਕਹਿੰਦਾ ਵੀ ਤੂੰ ਇਹਦਾ ਕੁਛ ਨਾ ਕੁਛ ਕਰੀ, ਅਤੇ ਕਾਫੀ ਟਾਈਮ ਦਾ ਜਿਵੇਂ ਗੱਲ ਹੋਈ ਸੀਗੀ। ਅਤੇ ਉਸ ਤੋਂ ਬਾਅਦ ਕਿਤੇ ਹੁਣ ਲਿਖੀ ਗਈ ਆ ਉਹ ਕਿ ਕੀ ਦੱਸਾਂ ਮੈਂ ਉਹਦੇ ਬਾਰੇ, ਉਹ ਇਸੇ ਹੀ ਕਮਰੇ ਵਿੱਚ ਆਇਆ ਕਰਦੀ ਸੀ, ਕਈ ਵਾਰ ਦੇਰ ਨਾਲ ਆਉਂਦੀ, ਬਹੁਤ ਵਕਤ ਜਾਇਆ ਕਰਦੀ ਸੀ। ਸੱਚ ਦੱਸਾਂ ਇਹ ਭਾਂਡੇ ਤੁਹਾਨੂੰ ਕਿਉਂ ਨਹੀਂ ਵਰਤਣ ਦਿੰਦਾ, ਸੱਚ ਦੱਸਾਂ ਇਹ ਭਾਂਡੇ ਤੁਹਾਨੂੰ ਕਿਉਂ ਨਹੀਂ ਵਰਤਣ ਦਿੰਦਾ, ਗਲਾਸਾਂ 'ਤੇ ਉਹਦੀ ਸੁਰਖੀ ਲੱਗੀ ਅਤੇ ਪਲੇਟ 'ਚ ਬਿਸਕੁਟ ਖਾਇਆ ਕਰਦੀ ਸੀ। ਮੈਂ ਤਾਂ ਹਾਂ ਹੀ ਕਿਹਦਾ ਵਿਚਾਰਾ ਇਹ ਸ਼ੀਸ਼ਾ ਵੀ ਉਹਦਾ ਅਸ਼ਕੇ, ਮੈਂ ਤਾਂ ਹਾਂ ਹੀ ਕਿਹਦਾ ਵਿਚਾਰਾ ਇਹ ਸ਼ੀਸ਼ਾ ਵੀ ਉਹਦਾ ਅਸ਼ਕੇ, ਜਾਣ ਤੋਂ ਪਹਿਲਾਂ ਇਹਦੇ ਅੱਗੇ ਤਾਂ ਵਾਲ ਵਾਹਿਆ ਕਰਦੀ ਸੀ। ਉਹਦੀ ਅਦਾ, ਆਵਾਜ਼, ਵਾਸ਼ਨਾ ਅਤੇ ਤੱਕਣੀ ਦੇ ਕੀ ਜਲਵੇ ਦੱਸਾਂ ਤੁਹਾਨੂੰ, ਫੁੱਲ ਖਿੜ ਜਾਂਦੇ, ਹਵਾ ਚੱਲ ਪੈਂਦੀ ਜਦ ਉਹ ਬਾਹਾਂ ਫੈਲਾਇਆ ਕਰਦੀ ਸੀ। ਕੁਝ ਗੱਲਾਂ ਅੰਦਰੂਨੀ ਨੇ, ਸਾਰੀਆਂ ਗੱਲਾਂ ਨਹੀਂ ਦੱਸ ਸਕਦਾ, ਕੁਝ ਗੱਲਾਂ ਅੰਦਰੂਨੀ ਨੇ, ਜਿਵੇਂ ਕਿ ਕੀ ਦੇ ਕੇ ਲਾਲਚ ਆਪਣੇ 'ਤੇ ਸ਼ੇਅਰ ਲਿਖਾਇਆ ਕਰਦੀ ਸੀ। ਜ਼ਿੰਦਗੀ 'ਚ ਕਦੇ ਦੁਬਾਰਾ ਮਿਲੀ ਤਾਂ ਆਸ ਹੈ ਉਹਦੇ ਮੂੰਹੋਂ ਇਹ ਸੁਣਦੀ ਕਿ ਸੀਪੇ ਵਾਕਈ ਉਹ ਕਮਾਲ ਸੀ ਜੋ ਸਮਾਂ ਤੇਰੇ ਨਾਲ ਬਿਤਾਇਆ ਕਰਦੀ ਸੀ। ਉਹ ਇਸੇ ਕਮਰੇ ਵਿੱਚ ਆਇਆ ਕਰਦੀ ਸੀ। ਸ਼ੁਕਰੀਆ। ਤੇ ਹੋਰ ਜਿਹੜਾ ਇੱਕ ਤੁਹਾਡਾ ਜਿਹੜਾ ਮੈਨੂੰ ਬਹੁਤ ਪਸੰਦ ਆਇਆ ਸ਼ੇਅਰ ਹੈਗਾ, ਤੁਸੀਂ ਯੂਥ ਫੈਸਟੀਵਲ ਤੇ ਗਿਆ ਸੀਗਾ, ਤੇ ਕਿੰਨੇ ਕੁ ਯੂਥ ਫੈਸਟੀਵਲ ਕੀਤੇ ਨੇ, ਤੇ ਉਹ ਸ਼ੇਅਰ ਜ਼ਰੂਰ ਚਾਹਾਂਗੀ ਮੈਂ ਇੱਕ ਵਾਰ ਦੁਬਾਰਾ ਸੁਣਾਓ। ਉਹ ਇੱਕ ਗੀਤ ਲਿਖਿਆ ਹੋਇਆ ਜੀ, ਉਹ ਗੀਤ ਆ, ਸ਼ੇਅਰ ਨਹੀਂ ਹੈਗਾ, ਮਤਲਬ ਵੈਸੇ ਕੱਟ ਕੇ ਪਾਤਾ ਸੀ ਵੀਡੀਓ ਹੈ ਨਾ ਜੀ। ਤੇ ਯੂਥ ਫੈਸਟ ਤਾਂ ਮਤਲਬ ਜਦੋਂ ਮੈਂ ਗ੍ਰੈਜੂਏਸ਼ਨ ਮਤਲਬ ਇਸ ਮਤਲਬ ਮੇਰੀ 25 ਸਾਲ ਦਾ ਮੈਂ ਹੁਣੀ ਹੋਇਆ, 25 ਸਾਲ ਤੱਕ ਹੀ ਯੂਥ ਫੈਸਟ ਆਪਾਂ ਅਟੈਂਡ ਕਰ ਸਕਦੇ ਹੁੰਦੇ ਹਾਂ। ਅਤੇ ਇਸ ਸਾਲ ਮੈਨੂੰ ਯੂਥ ਫੈਸਟ ਲਾਇਆ ਨਹੀਂ ਗਿਆ ਕਿਉਂਕਿ ਮੇਰੀ ਉਮਰ ਤਾਂ ਸਹੀ ਸੀਗੀ, ਬਟ ਮੈਂ ਹੁਣ ਸਟੂਡੈਂਟ ਨਹੀਂ ਰਿਹਾ, ਮੈਂ ਰਿਸਰਚ ਸਕਾਲਰ ਹਾਂ, ਤਾਂ ਸਕਾਲਰ ਉਹਦੇ ਵਿੱਚ ਪਾਰਟੀਸਪੇਟ ਕਰ ਨਹੀਂ ਸਕਦੇ, ਤਾਂ ਕਰਕੇ ਮੈਂ ਜਿੰਨੇ ਵੀ ਮਤਲਬ ਕਾਲਜ ਯੂਨੀਵਰਸਿਟੀ ਦੇ ਵਿੱਚ ਜਦੋਂ ਸੀਗਾ ਤਾਂ ਸਾਰੇ ਯੂਥ ਫੈਸਟ ਅਟੈਂਡ ਕੀਤੇ ਵੀ ਆ, ਕਿਸੇ 'ਚ ਹਾਰ ਕੇ, ਕਿਸੇ ਜਿੱਤ ਕੇ ਜਾਉਵੇਂ ਹੈ ਨਾ। ਅਤੇ ਉਹ ਸੀਗਾ ਕਿ ਮੈਡਮ ਮੈਨੂੰ ਯਾਦ ਕਰਾ ਦਿਓ ਯਾਰ ਕੀ ਸੀਗਾ ਕਰਦੇ ਤੇ ਹਾਂ, ਉਹ ਗੀਤ ਆ ਕਿ ਤੂੰ ਕਰਦੀ ਡਿਬੇਟ ਮਰ ਜਾਣੀ ਏ, ਮੈਂ ਵੀ ਦਿੰਦਾ ਸੀ ਸਪੀਚਾਂ ਇਹ ਠੋਕ ਕੇ, ਆਡੀਟੋਰੀਅਮ ਅੱਗੇ ਕਿਹਾ ਲਵ ਯੂ, ਤੇ ਬਾਹੋਂ ਫੜ ਤੈਨੂੰ ਧੱਕੇ ਨਾਲ ਰੋਕ ਕੇ,
ਗੱਲ ਕਾਲਜ 'ਚ ਅੱਗ ਵਾਂਗੂ ਫੈਲ ਗਈ, ਲੱਗੀ ਤੇਰੀ ਜਦੋਂ ਸੀਪੇ ਨਾਲ ਯਾਰੀ ਸੀ, ਯੂਥ ਫੈਸਟ ਦੀ ਕਰਦੇ ਤਿਆਰੀ ਸੀ, ਨਹੀਂ ਜਦੋਂ ਮੱਤ ਲੜੇ ਤੋਂ ਸਾਡੀ ਮਾਰੀ ਸੀ। ਜੀ, ਤੇ ਦਰਸ਼ਕਾਂ ਲਈ ਆਖਿਰ ਤੇ ਆਪਣੇ ਵੱਲੋਂ ਕੁਝ ਕਹਿਣਾ ਚਾਹੋਗੇ? ਬਸ ਸ਼ੁਕਰੀਆ ਜੀ ਸਭ ਦਾ, ਸਾਰੇ ਇੰਨਾ ਪਿਆਰ ਕਰਦੇ ਆ ਜੀ। ਤੇ ਮੁਹੱਬਤ ਆ ਜੀ, ਇੰਨਾ ਟਾਈਮ ਕੱਢਦੇ ਆਪਣੀ ਹਰੇਕ ਦੀ ਜ਼ਿੰਦਗੀ ਮਸਰੂਫ ਆ ਨਾ, ਤੇ ਵੇਖ ਲੈਂਦੇ ਸਾਨੂੰ, ਤਾਂ ਇਹ ਤਾਂ ਕਰਕੇ ਧੰਨਵਾਦ ਆ ਸਭ ਦਾ। ਬਾਕੀ ਸਾਰੇ ਵਧੀਆ ਜੀ, ਸਿਆਣੇ ਆ, ਕੀ ਕਹਿਣਾ। ਆਉਣ ਵਾਲੇ ਸਮੇਂ 'ਚ ਆਪਣੇ ਆਪ ਨੂੰ ਕਿੱਥੇ ਵੇਖਦੇ ਹੋ? ਕੀ ਕਰਨਾ ਹੈਗਾ ਹੈ, ਕੀ ਪਲਾਨਸ ਨੇ ਫਿਊਚਰ? ਫਿਊਚਰ ਪਲਾਨ ਤਾਂ ਜੀ ਮਤਲਬ ਮੈਂ ਫਿਲਮਾਂ ਹੀ ਲਿਖਣੀਆਂ ਜੀ, ਪਰ ਮੈਨੂੰ ਪਤਾ ਨਹੀਂ ਹੈਗਾ ਇਹਦਾ ਰਸਤਾ ਕੀ ਆ, ਪਰ ਕਰ ਲੈਣਾ ਜੀ ਮੈਂ, ਕਿਉਂਕਿ ਮੈਂ ਕਰ ਲੈਣਾ ਹੁੰਦਾ ਜੋ ਚੀਜ਼ ਦੇ ਪਿੱਛੇ ਪੈ ਜਾ, ਤਾਂ ਕਰਕੇ ਮੈਨੂੰ ਖੁਦ 'ਤੇ ਮਤਲਬ ਹੰਕਾਰ ਨਹੀਂ ਹੈਗਾ ਇਹ ਚੀਜ਼ ਦਾ, ਯਕੀਨ ਹੈਗਾ ਕਿ ਮੈਂ ਕਰ ਲੂੰਗਾ ਇਹ ਚੀਜ਼। ਜੀ ਜੀ, ਤੇ ਹੁਣ ਸੈਟੀਸਫਾਈ ਹੋ, ਖੁਸ਼ ਹੋ ਜਿੱਥੇ ਤੱਕ ਪਹੁੰਚ ਗਏ ਹੋ? ਹਾਂਜੀ, ਮਤਲਬ ਇਹ ਪਹੁੰਚਣ ਤਾਂ ਇੱਦਾਂ ਦੀ ਸੀਗੀ ਜ਼ਿੰਦਗੀ, ਉਵੇਂ ਹੀ ਹੋਣਾ ਜੀ, ਕੋਈ ਇੱਦਾਂ ਮੈਨੂੰ ਉਹ ਨਹੀਂ ਲੱਗਦਾ ਹੁੰਦਾ, ਫਰਕ ਨਹੀਂ ਲੱਗਦਾ ਹੁੰਦਾ। ਤੇ ਕਿਉਂਕਿ ਪਹਿਲਾਂ ਵੀ ਸ਼ੇਅਰ ਸੁਣਾਉਂਦਾ ਹੀ ਹੁੰਦਾ ਸੀਗਾ ਮੈਂ, ਪਹਿਲਾਂ ਬਸ ਆਹ ਸੋਸ਼ਲ ਮੀਡੀਆ ਵਾਲਾ ਕੰਮ ਨਹੀਂ ਸੀਗਾ, ਤੇ ਹੁਣ ਵੀ ਉਵੇਂ ਹੀ ਸੁਣਾਈਦੇ ਆ। ਤੇ ਬਾਕੀ ਸੈਟਿਸਫੈਕਸ਼ਨ ਤਾਂ ਇਹ ਜੀ ਚੀਜ਼ ਆ ਕਿ ਵੀ ਹਾਂ ਵੈਸੇ ਤੁਸੀਂ ਹੋਣੇ ਚਾਹੀਦੇ ਹੋ, ਸਕੂਨ ਤੁਹਾਡਾ ਹੋਣਾ ਚਾਹੀਦਾ, ਬਟ ਜੇ ਤੁਸੀਂ ਸੈਟਿਸਫਾਈ ਹੋ ਗਏ ਤਾਂ ਕੰਮ ਕਿਵੇਂ ਕਰੋਗੇ? ਤਾਂ ਕਰਕੇ ਹਮੇਸ਼ਾ ਹੀ ਲੱਗਿਆ ਰਹਿੰਦਾ ਕਿ ਇਸ ਤਰੀਕੇ ਨਾਲ ਕਰਨਾ, ਕੁਛ ਨਵਾਂ ਕਰਨਾ ਜਾਂ ਐਂ ਕਰਨਾ, ਤਾਂ ਬਸ ਸੈਟਿਸਫਾਈ ਤਾਂ ਨਾ ਹੀ ਹੋਵਾਂ ਜੀ ਇਸ ਮਾਮਲੇ ਦਾ ਖਾਸ ਕਰਕੇ ਮੈਂ। ਤੇ ਬਾਕੀ ਸਭ ਕੁਝ ਵਧੀਆ ਹੂੰ। ਕੋਈ ਖਾਸ ਬਦਲਾਵ ਨਹੀਂ ਆਇਆ ਸੋਸ਼ਲ ਮੀਡੀਆ ਵਰਤਣ ਤੋਂ ਬਾਅਦ ਵੀ? ਕੋਈ ਫੈਨ ਮੂਵਮੈਂਟ ਆ ਜਾਂਦੀ ਹੈ ਜਾਂ ਕੁਛ ਇੱਦਾਂ ਦਾ ਹੋਇਆ ਹੋਵੇ ਵੀ ਤੁਸੀਂ ਹੁਣ ਫੇਮਸ ਹੋ ਜਾਂ ਮਿਲਦੇ ਨੇ ਲੋਕ? ਹਾਂਜੀ, ਲੋਕ ਮਿਲਦੇ ਆ, ਪਛਾਣ ਲੈਂਦੇ ਲੋਕ, ਕਿਤੇ ਵੀ ਜਾਈਦਾ ਤਾਂ ਕਈ ਵਾਰੀ ਜਦੋਂ ਐਂ ਹੋਵੇ ਕਿ ਵੀ ਹੁਣ ਕੋਈ ਨਾ ਕੋਈ ਬੁਲਾਊਗਾ ਹੈ ਨਾ, ਜਾਂ ਕਿਤੇ ਇਕੱਠ ਵਾਲੀ ਜਗ੍ਹਾ ਮਾਰਕੀਟ ਜਾਂ ਕਿਤੇ ਵੀ ਜਾਈਦਾ, ਉੱਦਾਂ ਤਾਂ ਕੋਈ ਨਹੀਂ ਬੁਲਾਉਂਦਾ ਜੀ, ਅਤੇ ਜਿੱਦਾਂ ਯਾਦ ਨਾ ਹੋਵੇ ਉੱਦਾਂ ਬੁਲਾ ਲੈਂਦਾ ਕੋਈ ਨਾ ਕੋਈ। ਤਾਂ ਇਹ ਕਈ ਵਾਰੀ ਇਹੋ ਜਿਹੇ ਹੋਏ ਆ, ਮਤਲਬ ਵੀ ਮਿਲਦੇ ਆ ਲੋਕ ਤਾਂ ਇਮੋਸ਼ਨਲੀ ਹੋ ਜਾਂਦੇ ਆ, ਅਤੇ ਤਾਂ ਕਰਕੇ ਵਧੀਆ ਹੀ ਲੱਗਦਾ ਜੀ। ਪਰ ਕੋਈ ਐਂ ਨਹੀਂ ਹੈਗਾ ਵੀ ਕੋਈ ਹੋਰ ਤਰ੍ਹਾਂ ਦਾ ਬਦਲਾਅ ਦਾ ਨਹੀਂ ਹੈਗਾ। ਪਹਿਲਾਂ ਵੀ ਜਿਵੇਂ ਫਿਰਦੇ ਹੁੰਦੇ ਸੀ, ਹੁਣ ਕੋਈ ਆ ਕੇ ਮਿਲ ਲੈਂਦਾ ਜਾਂ ਕੋਈ ਫੋਟੋ ਖਿਚਾ ਲੈਂਦਾ, ਤਾਂ ਆਪਾਂ ਬਸ ਕੋਈ ਐਂ ਜਿਹੀ ਲੱਗਦਾ ਨਹੀਂ ਗਾ ਕਿ ਕੋਈ ਖਾਸ ਕੁਛ ਹੋ ਰਿਹਾ ਜ਼ਿੰਦਗੀ 'ਚ। ਉਵੇਂ ਜਿਹੀ ਹੈ ਮੇਰੀ ਜ਼ਿੰਦਗੀ ਹਜੇ ਤੱਕ ਤਾਂ ਜੀ, ਕਿਉਂਕਿ ਮੈਂ ਸਟੂਡੈਂਟ ਹਾਂ ਇੱਕ, ਤਾਂ ਕਰਕੇ ਵੀ ਸਾਰਾ ਕੰਮ ਧੰਦੇ ਦੋਸਤ ਉਹੀ ਮਿਲਣਾ ਗਿਲਣਾ, ਜਾਂ ਉਵੇਂ ਕੰਮ ਕਾਰ ਉਵੇਂ ਰਹਿਣਾ ਸਹਿਣਾ ਸਭ ਕੁਛ ਉਵੇਂ। ਕਿੰਨੀ ਕੁ ਸਪੋਰਟ ਮੰਨਦੇ ਇਸ ਸਫ਼ਰ ਦੇ ਵਿੱਚ ਦੋਸਤਾਂ ਦੀ? ਦੋਸਤਾਂ ਦੀ ਬਹੁਤ ਸਪੋਰਟ ਆ ਜੀ। ਮਤਲਬ ਮੈਂ ਇਸ ਚੀਜ਼ ਦਾ, ਜਿਵੇਂ ਤੁਸੀਂ ਕਹਿੰਦੇ ਦਿਲ ਟੁੱਟੇ ਵਾਲੀ ਗੱਲ, ਉਵੇਂ ਮੈਂ ਨਾ ਇਹ ਚੀਜ਼ ਵੀ ਨਹੀਂ ਮੰਨਦਾ ਕਿ ਕੋਈ ਕਿਸੇ ਦੀਆਂ ਲੱਤਾਂ ਖਿੱਚਦਾ ਹੁੰਦਾ, ਜਾਂ ਕੋਈ ਕਿਸੇ ਨੂੰ ਜਰਦਾ ਨਹੀਂ ਹੈਗਾ ਕੁਛ ਕਰਦੇ। ਮੇਰੇ ਦੋਸਤਾਂ ਨੇ ਤਾਂ ਆਪ ਕੰਮ ਕਰਾਇਆ ਜੀ ਇਹ ਮੇਰਾ, ਮਤਲਬ ਮੈਂ ਤਾਂ ਇਹ ਚੀਜ਼, ਮਤਲਬ ਮੇਰਾ ਸੁਭਾਅ ਇਹੋ ਜਿਹਾ ਜਾਂ ਸ਼ਾਈ ਕਿਸਮ ਦਾ ਹੈ ਨਾ, ਮੈਨੂੰ ਆਇਆ ਵੀ ਸੋਸ਼ਲ ਮੀਡੀਆ ਸਾਰੇ ਵੇਖਣਗੇ ਯਾਰ, ਮੈਂ ਨਹੀਂ ਆ ਕਰਦਾ ਵੀ ਤੁਸੀਂ ਸੁਣ ਲਓ ਹੈ ਨਾ, ਪਰ ਉਹ ਉਹਨਾਂ ਨੇ ਕਿਹਾ ਵੀ ਕਿ ਨਹੀਂ ਵੀ ਇਹ ਕਰਨਾ ਹੀ ਕਰਨਾ, ਅਤੇ ਹਜੇ ਵੀ ਉਹ ਮਤਲਬ ਵੀ ਉਹਨਾਂ ਦਾ ਪੂਰਾ ਮੈਨੇਜ ਕਰਦੇ ਆ ਸਾਰਾ ਸਿਸਟਮ। ਮੈਨੂੰ ਬਹੁਤ ਘੱਟ ਫਿਕਰ ਆ ਵੀ ਕਿਸੇ ਨਾਲ ਗੱਲ ਕਰਨੀ ਕੋਈ, ਜਾਂ ਕਈ ਵਾਰੀ ਜਿਵੇਂ ਕੋਈ ਗੀਤ ਹੁਣ ਆਉਣਗੇ ਹੈ ਨਾ, ਉਹ ਵੀ ਦਿੱਤੇ ਹੋਏ ਆ ਕਈਆਂ ਨੂੰ, ਅਤੇ ਉਹ ਸਾਰੀ ਜਿਹੜੀ ਗੱਲਬਾਤ ਆ ਉਹੀ ਕਰਦੇ ਆ, ਅਤੇ ਮੈਨੂੰ ਤਾਂ ਸਪੋਰਟ ਹੀ ਕੀਤਾ ਜੀ। ਅਤੇ ਮੈਨੂੰ ਤਾਂ ਪਤਾ ਹੀ ਨਹੀਂ ਗਾ ਵੀ ਕੋਈ ਕਿਸੇ ਨੂੰ ਪਿੱਛੇ ਵੀ ਖਿੱਚ ਸਕਦਾ ਕਿ ਨਹੀਂ ਖਿੱਚ ਸਕਦਾ, ਮੈਨੂੰ ਇਹ ਗੱਲ ਝੂਠੀ ਲੱਗਦੀ ਆ। ਜਾਂ ਘਰੋਂ ਵੀ ਕਹਿ ਲਓ ਸਪੋਰਟ ਮਿਲੀ, ਹਰੇਕ ਥਾਂ ਤੋਂ ਜਿੱਥੇ ਹੀ ਮਿਲਿਆ ਆਪਾਂ ਨੂੰ, ਤਾਂ ਵੀ ਮੈਨੂੰ ਐਂ ਹੁੰਦਾ ਕਿ ਯਾਰ ਇਹ ਮੇਰੇ 'ਤੇ ਐਂ ਵੱਧ ਸੁਪਨੇ ਲਾਈ ਬੈਠਾ ਵੀ ਇਹ ਕੁਛ ਕਰੂਗਾ, ਅਤੇ ਮੈਨੂੰ ਐਂ ਲੱਗਦਾ ਨਹੀਂ ਗਾ ਕਿ ਮੈਂ ਤਾਂ ਨੋਰਮਲ ਜਿਹੀ ਲੱਗ ਰਿਹਾ ਮੈਨੂੰ ਤਾਂ ਕਰਕੇ ਮੈਨੂੰ ਤਾਂ ਵੱਧ ਹੀ ਵੀ ਸਪੋਰਟ ਬਹੁਤ ਜ਼ਿਆਦਾ ਹੈ ਜੀ, ਸਾਰੀ ਦੋਸਤਾਂ ਕਰਕੇ ਜਾਂ ਘਰਦਿਆਂ ਕਰਕੇ, ਜਾਂ ਜਿਹੜੇ ਵੀ ਆਪਣੇ ਟੀਚਰਸ ਆ ਮੇਰੇ ਹੈ ਨਾ, ਵੀ ਉਹਨਾਂ ਦੇ ਕਰਕੇ ਹੀ ਹੈ ਸਾਰਾ ਕੁਝ। ਮੈਂ ਤਾਂ ਦੇਖ ਹੀ ਰਿਹਾ ਉੱਪਰ, ਦਰਅਸਲ ਮਿਹਨਤ ਤਾਂ ਸਾਰਿਆਂ ਦੂਸਰਿਆਂ ਦੀ ਹੈ ਜੀ। ਤੇ ਕੋਈ ਇਹੋ ਜਿਹੇ ਦੋਸਤ ਜਿਨ੍ਹਾਂ ਦਾ ਤੁਸੀਂ ਮੈਂਸ਼ਨ ਕਰਨਾ ਚਾਹੋਗੇ ਇਹਨੇ ਮੈਨੂੰ ਬਹੁਤ ਸਪੋਰਟ ਕੀਤਾ ਉਸ ਟਾਈਮ 'ਤੇ? ਦੋਸਤ ਜੀ ਐਂ ਮਤਲਬ ਮੈਂ ਕਿਸੇ ਦਾ ਨਾਂ ਲੈਤਾ ਤਾਂ ਐਂ ਹੋ ਜਾਊਗਾ ਕਿ ਦੂਸਰੇ ਦਾ ਨਾਂ, ਹਾਂ, ਪਰ ਵੀ ਫਿਰ ਵੀ ਮੈਂ ਜਿਵੇਂ ਮੇਰੇ ਬਚਪਨ ਦੇ ਦੋਸਤ ਆ ਜੀ, ਜਗਦੀਪ ਆ ਮੇਰਾ ਪਿੰਡ ਹੈ ਨਾ ਦੋਸਤ, ਅਤੇ ਉਹ ਖੁਦ ਵੀ ਲਿਖਦਾ, ਅਤੇ ਉਹ ਹੁਣ ਉਹ ਵੀ ਬਣਾਉਣ ਲੱਗ ਗਿਆ ਵੀਡੀਓ। ਮੈਂ ਕਿਹਾ ਉਹਨੂੰ ਮੈਂ ਵੀ ਤੂੰ ਹੈ ਨਾ ਪਾਇਆ ਕਰ ਇਹ ਚੀਜ਼ਾਂ ਦੀ। ਅਤੇ ਇੱਥੇ ਰਵੀ ਸੰਧੂ ਜੀ ਮੇਰਾ ਦੋਸਤ, ਅੰਕੁਸ਼ ਕੰਬੋਜ, ਬੰਟੀ, ਅਤੇ ਇੱਕ ਮਨਪ੍ਰੀਤ ਜਟਾਣਾ ਜੀ ਮੇਰਾ ਫਰੈਂਡ, ਉਹ ਮਤਲਬ ਸਾਰਾ ਸਿਸਟਮ ਮੇਰਾ ਕੰਮ ਧੰਦਾ, ਜਿਵੇਂ ਮਨਪ੍ਰੀਤ ਜਟਾਣਾ ਉਹਦਾ ਇਹ ਹੁੰਦਾ ਕਿ ਉਹ ਮੈਨੂੰ ਫੋਨ ਕਰਦਾ ਵੀ ਅੱਜ ਵੀਡੀਓ ਨਹੀਂ ਪਾਈ ਸੀ ਵੀ ਆਪਾਂ ਬਣਾ ਹੈ ਨਾ, ਜਾਂ ਕੁਛ ਆਪਾਂ ਵੀ ਤੂੰ ਸ਼ੇਅਰ ਸੁਣਾ, ਆਪਾਂ ਕੈਮਰਾ ਕੁਮਰਾ ਲਾਉਣੇ ਆ,
ਤਾਂ ਉਹ ਮੈਨੂੰ ਦੂਸਰੇ ਜਿਵੇਂ ਹੁੰਦਾ ਕਿ ਉਹ ਸਾਰੀ ਸੋਧ ਕਰਦੇ ਆ ਚੀਜ਼ 'ਚ ਕਿ ਅਸੀਂ ਵੀ ਆਹ ਵਧੀਆ ਨਹੀਂ ਹੈਗਾ ਕੁਛ ਹੈ ਨਾ, ਜਾਂ ਉਹ ਹੀ ਕਰਤਾ। ਹਾਲਾਂਕਿ ਮੈਂ ਸੁਣਦਾ ਉਸ ਮਾਮਲੇ 'ਚ ਘੱਟ ਹੀ ਉਹਨਾਂ ਦੀ, ਮੈਨੂੰ ਐਂ ਹੁੰਦਾ ਕਿ ਮੈਂ ਕੀਤਾ ਨਾ ਵੀ ਤੁਸੀਂ ਵੇਖ ਲਿਓ ਬਸ ਠੀਕ ਹੈ ਬਾਅਦ 'ਚ। ਅਤੇ ਇਹ ਸਾਰਿਆਂ ਦੀ ਸਪੋਰਟ ਹੈਗੀ ਹੈ ਜੀ, ਮਤਲਬ ਬਹੁਤ ਜ਼ਿਆਦਾ ਹੀ। ਜਿਵੇਂ ਮਨਪ੍ਰੀਤ ਜਟਾਣਾ ਦਾ ਵੀ ਸਾਰਾ ਸਿਸਟਮ ਉਹੀ ਦੇਖਦਾ, ਕਾਲਸ ਵਗੈਰਾ ਅਟੈਂਡ ਕਰਦਾ ਜੀ, ਅਤੇ ਤਾਂ ਕਰਕੇ ਸਾਰਿਆਂ ਦਾ ਸਾਰੇ ਲੱਗੇ ਹੋਏ ਆ, ਮਤਲਬ ਜੋ ਜਿਹੜੀ ਸਪੋਰਟ ਦੇ ਸਕਦਾ ਉਹ ਦੇ ਰਿਹਾ ਜੀ। ਜੀ ਸੋ ਸਮਾਂ ਹੋਰ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ, ਹਾਲਾਂਕਿ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜੋ ਤੁਹਾਡੇ ਨਾਲ ਕਰਾਂਗੇ, ਪਰ ਤੁਸੀਂ ਜਲਦੀ ਜਲਦੀ ਕੋਈ ਪ੍ਰੋਜੈਕਟ ਜਾਂ ਕਿਤਾਬ ਜਾਂ ਫਿਲਮ ਲੈ ਕੇ ਆਓ ਅਤੇ ਅਸੀਂ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਕਰੀਏ। ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ, ਤੁਸੀਂ ਆਪਣੇ ਧੰਨਵਾਦ ਜੀ, ਕੀਮਤੀ ਸਮੇਂ 'ਚੋਂ ਸਾਡੇ ਲਈ ਸ਼ੁਕਰੀਆ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਉਮੀਦ ਹੈ ਕਿ ਤੁਸੀਂ ਵੀ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਅਕਸਰ ਦੇਖਦੇ ਰਹਿੰਦੇ ਹੋਵੋਗੇ, ਤੇ ਇਹਨਾਂ ਦੀ ਸ਼ਾਇਰੀ ਵਿੱਚ, ਇਹਨਾਂ ਦੀ ਲਿਖਤ ਵਿੱਚ ਤੁਹਾਨੂੰ ਕੀ ਸਭ ਤੋਂ ਜ਼ਿਆਦਾ ਪਸੰਦ ਹੈ, ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ। ਸੋ ਫਿਲਹਾਲ ਦੇ ਲਈ ਮੈਨੂੰ ਯਾਨੀ ਕਿ ਸਿਮਰਨ ਹੰਸ ਨੂੰ ਦਿਓ ਇਜਾਜ਼ਤ। ਧੰਨਵਾਦ।